ਵਾਹਿਗੁਰੂ ਜੀ का खालसा वाहिगुरु जी की फतेह। पंजाबी ऑडियो बुक यूट्यूब चैनल सुन रहे सारे ਸਰੋਤਿਆਂ ਨੂੰ ਮੇਰੇ ਸੁਤੰਤਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਅਸੀਂ ਕੁਦਰਤੀ ਨੂਰ ਜੀਵਨੀ ਸ਼੍ਰੀ ਗੁਰੂ ਅੰਗਦ ਦੇਵ ਜੀ किताब ਦਾ ਦੂਜਾ ਭਾਗ ਪੜਨ ਜਾ ਰਹੇ ਹਾਂ। ਪੰਨਾ ਨੰਬਰ 22। ਪਏ ਕਬੂਲ ਖਸਮ ਨਾਲ। मुंशी सुजान राय भंडारी ने अपनी मशहूर किताब खुलासत तवारीख जो 1695 के करीब लिखी गई विच गुरु नानक देव जी बारे आरंभ विच इंज लिखिया कि बाबा नानक सत मार्ग दे पांदियां दे मोहरी पाक दिली दी जागदी जोत रब्बी नूर दे चमत्कारां दे चानण मुनारे अते अपार गुज्जे भेदां दे प्रतख प्रमाण हन। जग नूं जीवन जांच सिखला आप इलाका बटाला दे पिंडां विचों एक थां रावी दरिया किनारे टिक गए। ब्रह्म ज्ञान दे असर भरे बचन बिलास सदके आप जी दियां धूमां पै गईयां अते देश देशांतर तो लोकी आके उन्हां दे सिख बनन लगे। रावी दे किनारे जिस पिंड दा जिक्र सुजान राय ने कीता है ओह करतारपुर है ਅਤੇ ਹੁਣ ਪਾਕਿਸਤਾਨ ਵਿੱਚ ਹੈ ਅਤੇ ਜਿਸ ਦੀ ਤਹਿਸੀਲ ਸ਼ਕਰਗੜ੍ਹ ਹੈ। ਇਸ ਨਗਰ ਨੂੰ ਵਸਾਉਣ ਦਾ ਖਿਆਲ ਗੁਰੂ ਨਾਨਕ ਦੇਵ ਜੀ ਨੂੰ ਪਹਿਲੀ ਉਦਾਸੀ ਉਪਰੰਤ ਹੀ ਆਇਆ ਸੀ। ਉਹ ਜਾਣਦੇ ਸਨ ਕਿ ਪ੍ਰਚਾਰੇ ਖਿਆਲ ਅਤੇ ਖਿਲਾਰੇ ਬੀਜਾਂ ਨੂੰ ਅਮਲੀ ਸ਼ਕਲ ਦੇਣ ਲਈ ਇੱਕ ਐਸੀ ਥਾਂ ਦੀ ਜ਼ਰੂਰਤ ਹੈ ਜਿੱਥੇ ਜੋ ਕਿਹਾ ਗਿਆ ਹੈ ਉਹ ਕਰ ਵੀ ਦਿਖਾਇਆ ਜਾਏ। ਉਹ ਪੰਜਾਬ ਦੀ ਧੁਨੀ ਤੋਂ ਕੁਝ ਹਟਵਾਂ ਵੀ ਹੋਵੇ ਅਤੇ ਰੋਜ਼ ਹੁੰਦੀ ਜੁਗਗਰਦੀ ਦਾ ਪ੍ਰਭਾਵ ਵੀ ਛੇਤੀ ਨਾ ਕਬੂਲੇ। ਉਹਨਾਂ ਇਸ ਲਈ ਰਾਵੀ ਦਾ ਕਿਨਾਰਾ ਅਤੇ ਥਾਂ ਚੁਣਿਆ ਸੀ। ਇਹ ਇਲਾਕਾ ਦੱਬਿਆ ਪਿਛੜਿਆ ਵੀ ਸੀ ਅਤੇ ਕਲਾਨੌਰ ਦੇ ਪਰਗਣੇ ਵਿੱਚ ਪੈਂਦਾ ਸੀ। ਇਸ ਨਗਰ ਦੇ ਵਸਾਉਣ ਵੇਲੇ ਜੋ ਮੁੱਢਲੀਆਂ ਮੁਸ਼ਕਲਾਂ ਆਈਆਂ ਉਹਨਾਂ ਦਾ ਵਰਣਨ ਸਾਡੇ ਇਤਿਹਾਸਕਾਰਾਂ ਨੇ ਕੀਤਾ ਹੈ। ਮਹਿਮਾ ਪ੍ਰਕਾਸ਼ ਵਾਰਤਕ ਨੇ ਲਿਖਿਆ ਹੈ ਕਿ ਇੱਕ ਕਰੋੜੀਏ ਨੇ ਜਦ ਸੁਣਿਆ ਕਿ ਉੱਥੇ ਡੇਰਾ ਗੁਰੂ ਨਾਨਕ ਕਾ ਲਾਗਾ ਹੈ ਅਤੇ ਉਹ ਲੋਕਾਂ ਨੂੰ ਬਦਰਾਹ ਕਰਦਾ ਫਿਰਦਾ ਹੈ ਨਗਰ ਉਜਾੜਨ ਲਈ ਵੀ ਆਇਆ। ਰਾਹ ਆਉਂਦਿਆਂ ਹੀ ਘੋੜਾ ਉਲਟ ਪਿਆ ਅਤੇ ਉਹ ਹੇਠਾਂ ਗਿਰਿਆ। ਬੜੀਆਂ ਚੋਟਾਂ ਆਈਆਂ। ਲੋਕਾਂ ਕਿਹਾ ਕਿ ਮੁਆਫੀ ਮੰਗ ਲੈ ਪਰ ਉਹ ਜਿੱਦ ਕਰ ਜਦ ਫਿਰ ਆਇਆ ਤਾਂ ਕੁਝ ਦਿਸੇ ਹੀ ਨਾ, ਅੰਨਾ ਹੋ ਗਿਆ। ਕਰੋੜੀਆ ਹੁਣ ਹੋਰ ਕੋਈ ਰਾਹ ਨਾ ਦੇਖ ਚਰਨਾਂ ਤੇ ਡਿੱਗਾ ਅਤੇ 100 ਬਿੱਗੇ ਹੋਰ ਜ਼ਮੀਨ ਭੇਟ ਕੀਤੀ। ਗੁਰੂ ਨਾਨਕ ਦੇਵ ਜੀ ਨੇ ਧਰਮਸ਼ਾਲਾ ਬੱਧੀ ਅਤੇ ਖੇਤੀ ਦਾ ਕੰਮ ਵੀ ਆਰੰਭ ਕਰ ਦਿੱਤਾ। ਮਰਦਾਨਾ ਜੀ ਗੁਜ਼ਰ ਗਏ ਸਨ ਜੋ ਹੁਣ ਕੀਰਤਨ ਉਸ ਦਾ ਪੁੱਤਰ ਰਜਾਂਦਾ ਕਰਦਾ ਸੀ। ਪਿੱਛੋਂ ਬਲਵੰਡ ਜੀ ਵੀ ਆ ਗਏ ਸਨ ਅਤੇ ਉਹ ਵੀ ਕੀਰਤਨ ਕਰਦੇ। ਭਾਵੇਂ ਕਰੋੜੀ ਮੱਲ ਅਤੇ ਸਿੱਖਾਂ ਨੇ ਨਗਰ ਦਾ ਨਾਂ ਉਹਨਾਂ ਦੀ ਜਾਤ ਤੇ ਰੱਖਣਾ ਚਾਹਿਆ ਪਰ ਆਪ ਜੀ ਨੇ ਕਰਤਾਰਪੁਰ ਨਾਮ ਚੱਕ ਕਾ ਧਰਾ। ਇਸ ਨਗਰ ਦੀ ਉਸਾਰੀ ਵਿੱਚ ਭਾਈ ਅਜੀਤਾ ਰੰਧਾਵਾ, ਬਾਬਾ ਬੁੱਢਾ ਜੀ ਅਤੇ ਭਾਈ ਦੋਦਾ ਜੀ ਦੀ ਸੇਵਾ ਉੱਗੀ ਸੀ। ਨਗਰ ਵਿੱਚ ਸਫਾਈ ਦਾ ਖਿਆਲ ਇਤਨਾ ਰੱਖਿਆ ਜਾਂਦਾ ਸੀ ਕਿ ਇੱਕ ਵਾਰੀ ਜਦ ਕਿਸੇ ਨੇ ਵੱਡੀ ਸਾਰੀ ਰਕਮ ਭੇਟਾ ਚੜਾਈ ਤਾਂ ਦੂਜੇ ਕੋਲੋਂ ਆਖਿਆ ਕਿ ਇਸ ਸ਼ਖਸ ਨੇ ਅਯੋਗ ਤਰੀਕੇ ਨਾਲ ਕਮਾਏ ਧਨ ਤੋਂ ਇਹ ਰਕਮ ਦਿੱਤੀ ਹੈ ਤਾਂ ਮਹਾਰਾਜ ਜੀ ਨੇ ਇਹ ਸਾਰੀ ਮਾਇਆ ਮਹੀਪਤ ਦੇ ਲਿਖੇ ਅਨੁਸਾਰ ਸੋਧਖਾਨਿਆਂ ਤੇ ਲਗਵਾ ਦਿੱਤੀ। ਇਹ ਨਗਰ ਹਰ ਪੱਖੋਂ ਇੱਕ ਅਦੁੱਤੀ ਸ਼ਹਿਰ ਸੀ। ਗੁਰੂ ਨਾਨਕ ਦੇਵ ਜੀ ਨੇ ਉਦਾਸੀ ਵਾਲੇ ਸਾਰੇ ਕੱਪੜੇ ਉਤਾਰ ਦਿੱਤੇ ਸਨ ਅਤੇ ਆਮ ਗ੍ਰਹਿਸਤੀ ਦੇ ਪਹਿਰਾਵੇ ਵਿੱਚ ਹੀ ਵਿਚਰਦੇ ਸਨ। ਇਹ ਪੋਸ਼ਾਕ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਝਾਲ ਝੱਲੀ ਨਹੀਂ ਸੀ ਜਾਂਦੀ। ਆਪ ਜੀ ਦੀ ਸੋਭਾ ਦੀ ਗੁੱਡੀ ਆਕਾਸ਼ਾਂ ਤੇ ਚੜੀ ਹੋਈ ਸੀ। ਜੋ ਵੀ ਆਉਂਦਾ ਧੰਨ ਗੁਰੂ ਨਾਨਕ ਕਰਦੇ ਜਾਂਦਾ। ਕਵੀ ਸੰਤੋਖ ਜੀ ਦੇ ਸ਼ਬਦਾਂ ਵਿੱਚ ਭੇਖ ਫਕੀਰੀ ਤਜਬੋ ਸਰੀਰਾ ਸੰਸਾਰੀ ਪਹਿਰ ਚੀਰਾ ਕ੍ਰਿਸ਼ੀ ਕਰਾਵਣ ਲੱਗੇ ਬਿਸਾਲਾ ਦੇਗ ਚਲਾਵੇ ਪਰਮ ਕਿਰਪਾਲਾ। ਆਪ ਜੀ ਦਾ ਨੇਮ ਇਸ ਤਰ੍ਹਾਂ ਦਾ ਸੀ ਕਿ 1.5 ਪਹਿਰ ਰਾਤ ਰਹਿੰਦੀ ਉੱਠਦੇ ਇਸ਼ਨਾਨ ਕਰਦੇ ਅਤੇ ਸੰਗਤਾਂ ਵੀ ਇਸ਼ਨਾਨ ਕਰ ਧਰਮਸ਼ਾਲ ਜੁੜ ਜਾਂਦੀਆਂ। ਜਪਜੀ ਦੇ ਪਾਠ ਉਪਰੰਤ ਆਸਾ ਦੀ ਵਾਰ ਦੇ ਕੀਰਤਨ ਹੁੰਦੇ। ਦਿਨ ਚੜੇ ਤੱਕ ਗੁਰਬਾਣੀ ਦਾ ਕੀਰਤਨ ਹੁੰਦਾ। ਸ਼ਬਦ ਦੀ ਕਥਾ ਵੀ ਉੱਥੇ ਹੋ ਜਾਂਦੀ। ਫਿਰ ਸਭ ਰਲ ਕੇ ਗਗਨ ਮਹਿ ਥਾਲ ਰਵ ਚੰਦ ਦੀਪਕ ਬਣੇ ਦਾ ਸ਼ਬਦ ਪੜ੍ਹਦੇ।
ਇਸ ਸ਼ਬਦ ਦੇ ਪੜ੍ਹਾਏ ਜਾਣ ਤੋਂ ਹੀ ਪਤਾ ਲੱਗਦਾ ਹੈ ਕਿ ਗੁਰੂ ਜੀ ਸਿੱਖਾਂ ਵਿੱਚ ਕਿਤਨੀ ਚੌੜੀ ਦ੍ਰਿਸ਼ਟੀ ਭਰੀ ਹੋਈ ਦੇਖਣਾ ਚਾਹੁੰਦੇ ਸਨ। ਇਹ ਇੱਕ ਪ੍ਰਕਾਰ ਦਾ ਬ੍ਰਹਿਮੰਡ ਗਾਇਨ ਸੀ। ਸਵੇਰ ਦਾ ਨਾਸ਼ਤਾ ਪਾ ਕੇ ਸਭ ਕਿਰਤ ਵਿੱਚ ਜੁਟ ਜਾਂਦੇ। ਗੁਰੂ ਜੀ ਵੀ ਖੇਤਾਂ ਨੂੰ ਚਲੇ ਜਾਂਦੇ। ਤੀਸਰੇ ਪਹਿਰ ਫਿਰ ਸ਼ਬਦ ਕੀਰਤਨ ਹੁੰਦਾ ਅਤੇ ਸ਼ਬਦ ਦੀ ਚਰਚਾ ਹੁੰਦੀ। ਵਹਿਮਾਂ ਭਰਮਾਂ ਕੁਰੀਤੀਆਂ ਤੇ ਕੋਝੇ ਰਿਵਾਜਾਂ ਤੋਂ ਜਗਿਆਸੂਆਂ ਨੂੰ ਗੁਰੂ ਜੀ ਵਰਜਦੇ। ਨਵੀਂ ਰੌਸ਼ਨੀ ਮਿਲਦੀ। ਅਰਥ ਬਣ ਭਾਵ ਜਾਦੂ ਟੂਣੇ ਮੰਤਰਾਂ ਹਵਨਾਂ ਪੂਜਾ ਪਖੰਡਾਂ ਦਾ ਭਾਰ ਜੋ ਪੁਰੋਹਿਤਾਂ ਨੇ ਮਨੁੱਖਤਾ ਤੇ ਪਾਇਆ ਹੋਇਆ ਸੀ, ਉਸ ਨੂੰ ਉਤਾਰ ਪਰਾਂ ਸੁੱਟਿਆ ਜਾਂਦਾ। ਮਨੁੱਖ ਹੌਲਾ ਫੁੱਲ ਹੋ ਕੇ ਪਰਤਦਾ। ਅਰਥ ਬਣ ਵੇਦ ਜਾਦੂ ਟੂਣਿਆਂ ਅਤੇ ਸੁਖਣਾ ਲੈਣ ਦੇਣ ਦੇ ਮੰਤਰਾਂ ਨਾਲ ਭਰਿਆ ਹੋਇਆ ਹੈ। ਗੁਰਮੁਖ ਨੇ ਇਹ ਲਾਹ ਪਰਾਂ ਸੁੱਟ ਦਿੱਤਾ। ਕਿਸੇ ਵਿਚੋਲੇ ਪੁਰੋਹਿਤ ਮਲਾਣੇ ਦੀ ਲੋੜ ਨਹੀਂ ਸੀ ਰਹੀ। ਮਹਾਰਾਜ ਦਾ ਕਥਨ ਸੀ ਕਿ ਮਨੁੱਖ ਨੂੰ ਵਾਹਿਗੁਰੂ ਨੇ ਆਜ਼ਾਦ ਸੁਤੰਤਰ ਪੈਦਾ ਕੀਤਾ ਹੈ। ਇਹ ਆਪਣੇ ਪੈਰਾਂ ਵਿੱਚ ਮਣਾ ਮੂੰਹੀ ਬੇੜੀਆਂ ਪਾਈ ਫਿਰਦਾ ਹੈ। ਇਹ ਬੇੜੀਆਂ ਹਟ ਜਾਣਗੀਆਂ ਜਦ ਗੁਰੂ ਸ਼ਬਦ ਦੇ ਲੜ ਲੱਗੇਗਾ। केते बंधन जी के गुरमुख मोख द्वार, सच है उरे सब को ऊपर सच अचार। रात ਨੂੰ ਫਿਰ ਸੋਦਰ ਆਰਤੀ ਦਾ ਪਾਠ ਹੁੰਦਾ। ਸਾਰੇ ਰਾਤ ਦਾ ਪ੍ਰਸ਼ਾਦ ਪਾਉਂਦੇ। ਇੱਕ ਪਹਿਰ ਰਾਤ ਜਦ ਗੁਜ਼ਰ ਜਾਂਦੀ ਤਾਂ ਸਾਰੇ ਸੋਹਿਲੇ ਦਾ ਪਾਠ ਕਰਕੇ ਵਿਸ਼ਰਾਮ ਕਰਦੇ। ਭਾਈ ਗੁਰਦਾਸ ਜੀ ਨੇ ਇਸ ਸਾਰੀ ਮਰਿਆਦਾ ਅਤੇ ਨੇਮ ਨੂੰ ਇੱਕ ਪੌੜੀ ਵਿੱਚ ਸੰਖੇਪ ਜਿਹਾ ਲਿਖਿਆ ਹੈ ਅਤੇ ਉਸ ਦੀ ਖੁੱਲੀ ਵਿਆਖਿਆ ਮਹਿਮਾ ਪ੍ਰਕਾਸ਼ ਅਤੇ ਹੋਰ ਸਾਖੀਕਾਰਾਂ ਨੇ ਕੀਤੀ ਹੈ। ਭਾਈ ਗੁਰਦਾਸ ਜੀ ਦੇ ਸ਼ਬਦ ਇਹ ਹਨ। ਬਾਣੀ ਮੁਖੈ ਉਚਾਰੀਐ ਹੁਈ ਰੁਸ਼ਨਾਈ ਮਿਟੇ ਅੰਧਾਰਾ, ਗਿਆਨ ਗੋਸ਼ਟ ਚਰਚਾ ਸਦਾ, ਅਣਹਦ ਸ਼ਬਦ ਉਠੇ ਤੁਨਕਾਰਾ, ਸੋਦਰ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪ ਉਚਾਰਾ, ਗੁਰਮੁਖ ਭਾਰ ਅਰਥ ਬਣ ਤਾਰਾ। ਕਵੀ ਸੰਤੋਖ ਸਿੰਘ ਜੀ ਨੇ ਠੀਕ ਹੀ ਲਿਖਿਆ ਸੀ ਕਿ ਤਾਰੇ ਗਿਣੇ ਜਾਤ ਹੈ, ਪਰ ਜੋ ਗੁਰੂ ਨਾਨਕ ਦੇਵ ਜੀ ਤੁਸਾਂ ਨੇ ਤਾਰੇ ਹਨ ਉਹ ਨਹੀਂ ਗਿਣੇ ਜਾ ਸਕਦੇ। ਸਾਰੇ ਜਗਤ ਨੂੰ ਤਾਰ ਅਤੇ ਨਾਮ ਜਲ ਦਾ ਛੱਟਾ ਮਾਰ ਕਰਤਾਰਪੁਰ ਜਦ ਟਿਕ ਗਏ ਤਾਂ ਜਗਿਆਸੂ ਆਉਂਦੇ ਅਤੇ ਅਨੋਖੀ ਖੇਡ ਦੇਖ ਕੇ ਕੁਝ ਤਾਂ ਉੱਥੋਂ ਦੇ ਹੀ ਹੋ ਜਾਂਦੇ, ਕੁਝ ਆਪਣੇ ਇਲਾਕਿਆਂ ਨੂੰ ਮੁੜ ਜਾਂਦੇ। ਉਹਨਾਂ ਅਨੇਕਾਂ ਵਿੱਚ ਕੁਝ ਦਾ ਇੱਥੇ ਵਰਣਨ ਕਰਨ ਨਾਲ ਹੋਰ ਸਪਸ਼ਟ ਹੋ ਜਾਵੇਗਾ। ਜੋ ਪਾਰ ਬ੍ਰਹਮ ਦਾ ਪੰਥ ਗੁਰੂ ਨਾਨਕ ਦੇਵ ਜੀ ਰਚ ਰਹੇ ਸਨ, ਉਸ ਤੇ ਢੰਡਾਊ ਕਿਸ ਚਾਅ ਨਾਲ ਟੁਰਦੇ ਸਨ। ਭਾਈ ਗੁਰਦਾਸ ਜੀ ਨੇ ਵੀ ਕੁਝ ਦਾ ਜ਼ਿਕਰ ਕੀਤਾ ਹੈ। ਇੱਕ ਭਾਈ ਤਾਰੂ ਜੀ ਨੂੰ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਕਿ ਤੂੰ ਕੁਲ ਤਾਰੂ ਹੋਵੇਂਗਾ। ਉਹ ਪਰਉਪਕਾਰ ਦੀ ਮੂਰਤ ਹੀ ਬਣ ਗਿਆ। ਆਪਾ ਵਾਰੂ ਪ੍ਰਸਿੱਧ ਹੋਇਆ। ਕਿਸੇ ਦੀ ਤਕਲੀਫ ਸੁਣ ਕੇ ਉਹ ਜਰ ਹੀ ਨਾ ਸਕਦੇ, ਯਤਨ ਕਰ ਦੂਰ ਕਰਦੇ। ਭਾਈ ਮੂਲਾ ਜੀ ਦਰਸ਼ਨ ਕਰ ਦਾਸਾਂ ਦੇ ਦਾਸ ਹੋ ਗਏ। ਗੁਰੂ ਦਾ ਨਾਮ ਲੈ ਕੇ ਕੋਈ ਘਰ ਆ ਜਾਵੇ ਤਾਂ ਗੁਰੂ ਸਮਾਨ ਜਾਣ ਦੀ ਸੇਵਾ ਕਰਦੇ। ਇਹਨਾਂ ਨੂੰ ਹੀ ਇੱਕ ਬਹਿਰੂਪੀਏ ਨੇ ਸਿੱਖ ਦਾ ਰੂਪ ਧਾਰ ਕੇ ਲੁੱਟ ਲਿਆ ਸੀ। ਪਤਾ ਲੱਗਣ ਤੇ ਕੁਝ ਨਹੀਂ ਸੀ ਕਿਹਾ। ਭਾਈ ਪ੍ਰਿਥੀ ਅਤੇ ਖੇਡਾ ਜੀ ਨੂੰ ਗੁਰ ਸ਼ਬਦ ਨਾਲ ਜੋੜਦੇ। ਗੁਰੂ ਨਾਨਕ ਜੀ ਨੇ ਕਿਹਾ ਸੀ, ਜੇ ਸਰੀਰ ਨਾਲ ਮਿਲੋਗੇ ਤਾਂ ਫਿਰ ਵੀ ਵਿਛੜੋਗੇ, ਜੇ ਸ਼ਬਦ ਨਾਲ ਮਿਲੋਗੇ ਤਾਂ ਵਿਛੜੋਗੇ ਕਦੇ ਨਹੀਂ। ਪ੍ਰਿਥੀਮਲ ਅਤੇ ਰਾਮਾ ਡੀਡੀ ਜੀ ਨੂੰ ਤਪਾਂ ਤੋਂ ਵਰਜਿਆ ਸੀ ਅਤੇ ਕਿਹਾ ਸੀ ਕਿ ਤਪਾਂ ਨਾਲ ਕਦੇ ਨਹਿਕਾਮ ਨਹੀਂ ਹੋਈਦਾ। ਲੋੜ ਹੈ ਅੱਖਾਂ ਪੈਰਾਂ ਕੰਨਾਂ ਅਤੇ ਹੱਥਾਂ ਤੇ ਕਾਬੂ ਪਾਉਣ ਦੀ। ਇਹਨਾਂ ਨੂੰ ਨਿਸਲ ਕਰਨ ਦੀ ਲੋੜ ਨਹੀਂ। ਅੱਖਾਂ ਨੂੰ ਰੂਪ ਵੱਲੋਂ, ਕੰਨਾਂ ਨੂੰ ਉਸਤਤ ਨਿੰਦਿਆ ਵੱਲੋਂ, ਹੱਥਾਂ ਨੂੰ ਚੋਰੀ ਯਾਰੀ ਵੱਲੋਂ, ਪੈਰਾਂ ਨੂੰ ਬੁਰੇ ਕੰਮਾਂ ਤੋਂ ਹਟਾ ਕੇ, ਅੱਖਾਂ ਨੂੰ ਬਾਣੀ ਪੜ੍ਹਨ ਵੱਲ, ਰਸਨਾ ਨੂੰ ਸਿਫਤ ਸਲਾਹ ਵੱਲ, ਹੱਥਾਂ ਨੂੰ ਕਿਰਤ ਸੇਵਾ ਦਾਨ ਵੱਲ ਲਾਉਣਾ ਹੀ ਤਪ ਹੈ। ਗੁਰੂ ਨਾਨਕ ਦੇਵ ਜੀ ਦੇ ਕਹੇ ਬਚਨ ਭਾਈ ਲਹਿਣਾ ਜੀ ਦੇ ਹਿਰਦੇ ਤੇ ਕਿਵੇਂ ਉਕਰੇ ਜਾ ਰਹੇ ਸਨ, ਉਹ ਉਹਨਾਂ ਦੇ ਰਚੇ ਸ਼ਲੋਕਾਂ ਤੋਂ ਜ਼ਾਹਿਰ ਹੈ। ਜਰਾ ਇਹਨਾਂ ਉਪਦੇਸ਼ਾਂ ਨੂੰ ਧਿਆਨ ਰੱਖ ਕੇ ਗੁਰੂ ਅੰਗਦ ਦੇਵ ਜੀ ਦਾ ਉਹ ਸ਼ਲੋਕ ਪੜ੍ਹੋ ਜਿਸ ਦਾ ਭਾਵ ਹੈ, ਜੇ ਪਰਾਇਆ ਰੂਪ ਦੇਖਣ ਦੀ ਮਾੜੀ ਵਾਦੀ ਵੱਲੋਂ ਇਹਨਾਂ ਅੱਖਾਂ ਨੂੰ ਹਟਾ ਕੇ ਜਗਤ ਨੂੰ ਦੇਖੀਏ, ਜੇ ਨਿੰਦਾ ਉਸਤਤ ਸੁਣਨ ਦੀ ਭੈੜੀ ਆਦਤ ਨੂੰ ਮੁਕਾ ਕੇ ਇਹ ਕੰਨ ਵਰਤੀਏ, ਜੇ ਮੰਦੇ ਪਾਸੇ ਦੌੜਨ ਤੋਂ ਪੈਰਾਂ ਨੂੰ ਵਰਜ ਰੱਖੀਏ, ਜੇ ਹੱਥਾਂ ਨੂੰ ਕਿਸੇ ਨੂੰ ਨੁਕਸਾਨ ਪਹੁੰਚਾਉਣ ਤੋਂ ਰੋਕ ਲਈਏ, ਜੇ ਜੀਵ ਨੂੰ ਨਿੰਦਾ ਅਤੇ ਖੁਸ਼ਾਮਦ ਕਰਨ ਦੇ ਗੰਦੇ ਸੁਭਾਅ ਤੋਂ ਹਟਾ ਲਈਏ, ਤਾਂ ਇਸ ਤਰ੍ਹਾਂ ਜਿਉਂਦਿਆਂ ਹੀ ਵਾਹਿਗੁਰੂ ਨੂੰ ਮਿਲ ਪਾਈਦਾ ਹੈ। ਇਹ ਸਮਝ ਆ ਜਾਂਦੀ ਹੈ ਕਿ ਪ੍ਰਭੂ ਵੱਲੋਂ ਅੱਖਾਂ ਕੰਨ ਜੀਭਾ ਪੈਰ ਅਤੇ ਹੱਥ ਕਿਵੇਂ ਵਰਤਣ ਦਾ ਹੁਕਮ ਹੈ। ਅੱਖੀਂ ਬਾਝ ਵੇਖਣਾ ਵਿਨ ਕੰਨ ਸੁਣਨਾ, ਪੈਰਾਂ ਬਾਝ ਚੱਲਣਾ ਵਿਨ ਹੱਥਾਂ ਕਰਨਾ,
ਜੀਬੈ ਬਾਜੋ ਬੋਲਣਾ, ਇਉਂ ਜੀਵਤ ਮਰਨਾ। ਨਾਨਕ ਹੁਕਮ ਪਛਾਣ ਕੈ, ਤਿਉ ਖਸਮੈ ਮਿਲਣਾ। ਭਾਈ ਮਾਲੇ ਅਤੇ ਮਾਂਗਾ ਜੀ ਜੋ ਉਪਦੇਸ਼ ਸੁਣ ਗੁਰਬਾਣੀ ਰਸ ਦੇ ਰਸਿਕ ਅਤੇ ਲਗਨ ਵਿੱਚ ਮਗਨ ਰਹਿਣ ਲੱਗੇ ਸਨ ਨੂੰ ਗੁਰੂ ਨਾਨਕ ਦੇਵ ਜੀ ਨੇ ਕੇਵਲ ਇਹ ਹੀ ਕਿਹਾ ਸੀ ਕਿ ਇੰਦਰੀਆਂ ਅਤੇ ਮਨ ਨੂੰ ਇਕਾਗਰ ਕਰਨਾ ਅਤੇ ਕਥਾ ਕੀਰਤਨ ਰੁਚੀ ਨਾਲ ਗਾਵਣਾ ਸੁਣਨਾ ਸਭ ਤੋਂ ਵੱਡਾ ਕਰਮ ਹੈ। ਦੇਖਣ ਨੂੰ ਇਹ ਨਿੱਕੇ ਲੱਗਦੇ ਹਨ ਪਰ ਫਲ ਬਹੁਤਾ ਅਤੇ ਵੱਡਾ ਹੈ। ਲੱਕੜਹਾਰਾ ਦਰਖਤ ਗਿਰਾ ਪਾੜ ਚੀਰ ਪੰਡ ਬੰਨ ਕੇ ਲਿਆਉਂਦਾ ਹੈ ਤਾਂ ਬਹੁਤ ਵੱਡਾ ਕਰਮ ਲੱਗਦਾ ਹੈ, ਪਰ ਫਲ ਨਿਗੂਣਾ। ਪਰ ਦੂਜੇ ਪਾਸੇ ਡੱਬੀ ਵਿੱਚ ਹੀਰੇ ਮੋਤੀ ਸਾਂਭ ਜਦ ਜੌਹਰੀ ਸੌਦਾ ਕਰਦਾ ਹੈ ਤਾਂ ਨਫਾ ਵਧੇਰੇ ਅਤੇ ਬਹੁਤਾ। ਸਾਰੇ ਤਪ ਸਰੀਰ ਨੂੰ ਕਸ਼ਟ ਦਿੰਦੇ ਹਨ, ਲੱਕੜਹਾਰੇ ਨਿਆਈ ਹਨ। ਕਥਾ ਕੀਰਤਨ ਅਤੇ ਬਾਣੀ ਪੜ੍ਹਨ ਸੁਣਨ ਨਾਲ ਇੱਕ ਤਾਂ ਉਪਾਸਨਾ ਦ੍ਰਿੜ ਹੁੰਦੀ ਹੈ ਅਤੇ ਦੂਜੇ ਗਿਆਨ ਪ੍ਰਾਪਤ ਹੁੰਦਾ ਹੈ। ਬੜੇ ਸੁਖੈਨ ਢੰਗ ਨਾਲ ਭਾਈ ਕਾਲੂ ਜੀ ਨੂੰ ਸਨਮੁਖ ਅਤੇ ਮਨਮੁਖ ਦੇ ਭਾਵ ਗੁਰੂ ਜੀ ਨੇ ਸਮਝਾਏ ਸਨ। ਗੁਰੂ ਪਾਤਸ਼ਾਹ ਨੇ ਫਰਮਾਇਆ ਸੀ, ਜੋ ਪਾਪਾਂ ਨੂੰ ਪਿੱਠ ਦਿੰਦੇ ਹਨ ਅਤੇ ਪੁੰਨਾਂ ਦੇ ਸਾਹਮਣੇ ਹੁੰਦੇ ਹਨ ਉਹ ਸਨਮੁਖ ਹਨ। ਫਿਰ ਵਿਆਖਿਆ ਵੀ ਕੀਤੀ ਸੀ ਕਿ ਸਨਮੁਖ ਉਹ ਹੈ ਜਿਸ ਦੀਆਂ ਖਾਹਿਸ਼ਾਂ ਨੇਕ, ਦੂਜੇ ਦੀ ਉਪਮਾ ਸੁਣ ਪ੍ਰਸੰਨ, ਸੇਵਾ ਵਿੱਚ ਸਦਾ ਚਿਤ, ਹਰ ਵਡੇਰੇ ਦਾ ਮਾਣ, ਪਰਉਪਕਾਰ ਉਮਾ, ਬਖੇੜਿਆਂ ਅਤੇ ਵਾਦ ਵਿਵਾਦਾਂ ਤੋਂ ਦੂਰ ਅਤੇ ਉੱਚਾ ਦਰਜਾ ਪਾ, ਨਿਰਅਭਿਮਾਨ ਅਤੇ ਖੋਟੀ ਸੰਗਤ ਤਜ ਦਿੰਦਾ ਹੈ। ਭਾਈ ਭਗਤੂ ਅਤੇ ਜਾਪੂ ਨੂੰ ਮਨਮੁਖ ਕਰਮ ਛੱਡਣ ਲਈ ਕਿਹਾ ਸੀ। ਮਨਮੁਖ ਚੌ ਕਰਮੀ ਹੈ, ਪ੍ਰਥਮੇ ਈਰਖਾ, ਦੂਜੇ ਹਿਊਮੈ, ਤੀਜੇ ਨਿੰਦਾ ਅਤੇ ਚੌਥੇ ਹਠ ਬਿਰਤੀ। ਸਿੱਖ ਨੇ ਇਹ ਚਾਰੇ ਹੀ ਛੱਡਣੇ ਹਨ ਅਤੇ ਸਨਮੁਖ ਹੋ ਵਿਚਰਨਾ ਹੈ। ਭਾਈ ਸ਼ੀਹ ਅਤੇ ਗੱਜਣ ਜੀ ਨੂੰ ਵਾਹਿਗੁਰੂ ਨਾਮ ਦੀ ਮਹਿਮਾ ਸਮਝਾਈ ਸੀ। ਬਚਨ ਕੀਤਾ ਸੀ ਕਿ ਇਹ ਜੋ ਵਾਹਿਗੁਰੂ ਦਾ ਨਾਮ ਹੈ ਇਸ ਦੇ ਜਪਣ ਨਾਲ ਚਾਰੇ ਪਦਾਰਥ ਮਿਲਦੇ ਹਨ। ਵਾਹਿਗੁਰੂ ਨਾਮ ਅਚਰਜਕਾ ਹੈ ਜਿਸ ਦੀ ਸੱਤਿਆ ਕਰਕੇ ਸਭ ਪਦਾਰਥ ਜਾਣੇ ਜਾਵਣ ਅਤੇ ਉਸ ਨੂੰ ਜਾਣ ਨਾ ਸਕੀਏ। ਗੂ ਨਾਮ ਅੰਧਕਾਰ ਦਾ ਹੈ ਅਤੇ ਰੂ ਨਾਮ ਪ੍ਰਕਾਸ਼ ਦਾ, ਜੋ ਦੇਹ ਅਨਿੱਤ ਨੂੰ ਪ੍ਰਕਾਸ਼ ਦੇ ਰਿਹਾ ਹੈ। ਭਾਈ ਭਗੀਰਥ, ਭਾਈ ਅਜੀਤਾ ਜੀ ਅਤੇ ਬਾਬਾ ਬੁੱਢਾ ਜੀ ਜਿਹੇ ਉੱਘੇ ਸਿੱਖ ਕਰਤਾਰਪੁਰ ਟਿਕ ਕੇ ਗੁਰੂ ਸੇਵਾ ਵਿੱਚ ਲੱਗੇ ਹੋਏ ਸਨ। ਕਿਸੇ ਵੇਦ ਸ਼ਾਸਤਰੀ ਨੇ ਉੱਥੇ ਗੁਰੂ ਨਾਨਕ ਦੇਵ ਜੀ ਨੂੰ ਪੁੱਛਿਆ ਸੀ ਕਿ ਤੁਹਾਡੀ ਹਰ ਰਚਨਾ ਤੋਂ ਪਹਿਲਾਂ ਸਤਨਾਮ ਕਿਉਂ ਲਿਖਿਆ ਹੁੰਦਾ ਹੈ, ਗਣੇਸ਼ ਸਰਸਵਤੀ ਕਿਉਂ ਨਹੀਂ? ਤਾਂ ਆਪ ਜੀ ਨੇ ਕਿਹਾ ਸੀ ਕਿ ਨਾਮ ਸਭ ਦੇਵਤਿਆਂ ਦਾ ਦੇਵ ਹੈ। ਕੋਈ ਦੁਰਗਾ ਦਾ ਪੁਜਾਰੀ ਹੈ, ਕੋਈ ਸ਼ਿਵ ਦਾ, ਕੋਈ ਗਣੇਸ਼ ਦਾ, ਪਰ ਗੁਰੂ ਦਾ ਸਿੱਖ ਨਾਮ ਨੂੰ ਹੀ ਪੂਜਦਾ ਹੈ। ਨਾਮ ਹੀ ਸਰਵ ਦੇਵਾ ਹੈ। ਨਾਮ ਦੀ ਪੂਜਾ ਨਾਲ ਸਭ ਰਸ ਖਾਲੇ ਹੋ ਜਾਂਦੇ ਹਨ, ਕਾਰਜ ਸਿੱਧੋ, ਹਿਰਦੇ ਸੰਭਾਲ ਅਤੇ ਸਫਲਤਾ ਮਿਲਦੀ ਹੈ। ਹਿਰਦੇ ਨਾਮ ਸਦਾ ਕਿਰਤਾਰਥ। ਇਸੇ ਤਰ੍ਹਾਂ ਇੱਕ ਸੰਨਿਆਸੀ ਨੇ ਜਦ ਜੀਵਨ ਜੁਗਤ ਪੁੱਛੀ ਤਾਂ ਆਪ ਜੀ ਨੇ ਕਿਹਾ ਸੀ, ਜਗਿਆਸਾ ਵਾਹਿਗੁਰੂ ਦੇ ਨਾਮ ਦੀ ਰੱਖਣੀ, ਜਗਤ ਦੀ ਵਰਤਣ ਕਾਇਮ ਰੱਖਣੀ, ਆਪਾ ਨਾ ਜਿਉਣਾ, ਗ੍ਰਹਿਸਤ ਤਦ ਭੱਜਣਾ ਨਹੀਂ ਅਤੇ ਸਾਧ ਸੰਗਤ ਕਾਇਮ ਕਰਨੀ। ਸੰਨਿਆਸੀ ਕਾਹਦਾ ਜੋ ਅੰਨ ਧਨ ਲਈ ਭਟਕਦਾ ਫਿਰੇ। ਕਰਤਾਰਪੁਰ ਭਲਾ ਭਲਾ ਦੀ ਧੁਨੀ ਉੱਠਦੀ ਰਹਿੰਦੀ ਸੀ। ਕਰਤਾਰਪੁਰ ਦੇ ਉਸਾਰੇ ਜਾ ਰਹੇ ਸਮਾਜ ਵਿੱਚ ਕੋਈ ਊਚ ਨੀਚ, ਕੋਈ ਭਰਮ ਵਹਿਮ, ਕੋਈ ਰੀਤ ਰਿਵਾਜ, ਕੋਈ ਜਿਨਸੀ ਨਸਲੀ ਭੇਦ ਅਤੇ ਇੱਥੋਂ ਤੱਕ ਕਿ ਕੋਈ ਰਾਜਾ ਪਰਜਾ ਵਾਲੀ ਗੱਲ ਨਹੀਂ ਸੀ। ਉਹ ਇੱਕ ਪਰਮਾਤਮਾ ਦੀ ਬਾਦਸ਼ਾਹਤ ਵਿੱਚ ਯਕੀਨ ਰੱਖਦੇ ਸਨ। ਉਹਨਾਂ ਦਾ ਫਰਮਾਨ ਸੀ, ਰਤੀਆ ਰਾਜੇ ਕਹਾ ਸੁਭਾਏ, ਦੋਹਾਂ ਅੰਤਰ ਸੋ ਜਾਸੀ, ਕਹਿਤ ਨਾਨਕ ਗੁਰ ਸੱਚੇ ਕੀ ਪੌੜੀ, ਰਹਿਸੀ ਅਲਖ ਨਿਵਾਸੀ। ਗੁਰੂ ਨਾਨਕ ਜਗਤ ਗੁਰੂ ਬਾਬਾ ਸਨ ਅਤੇ ਇਹ ਕਹਿ ਕੇ ਹੀ ਸਭ ਨਮਸਕਾਰਾਂ ਕਰਦੇ ਸਨ। ਚੌਹਾਂ ਵਰਨਾ ਉਪਦੇਸ਼ ਦਾ ਛੇ ਦਰਸ਼ਨ ਸਭ ਸੇਵਕ ਸੇਵ, ਜਗਤ ਗੁਰੂ ਗੁਰੂ ਨਾਨਕ ਦੇਵ। ਕਰਤਾਰਪੁਰ ਦੀ ਮਰਿਆਦਾ ਦੇਖਣ ਨੂੰ ਕਿਤਨੀ ਸਹਿਲ ਸੀ, ਪਰ ਨਿਭਾਉਣ ਲਈ ਲੋਕ ਲਾਜ ਤੱਜਣੀ ਪੈਂਦੀ ਸੀ, ਜੋ ਕਠਿਨ ਕਾਰਜ ਸੀ। ਲੋਕੀ ਤਾਂ ਪਾਠ ਪੂਜਾ, ਪੁਰੋਹਿਤ ਜਾਂ ਸ਼ਰੀਅਤ ਸਿਫਾਰਿਸ਼ ਨੂੰ ਹੀ ਜਾਣਦੇ ਸਨ। ਉਹਨਾਂ ਲਈ ਇਹ ਸਮਝ ਕੇ ਟੁਰਨਾ ਕਿ ਇਹ ਸਭ ਫੋਕਟ ਕਰਮ ਹਨ, ਆਰੰਭ ਵਿੱਚ ਬੜਾ ਕਠਿਨ ਕਦਮ ਸੀ। ਕਈ ਤਾਂ ਕੁਝ ਕਦਮ ਹੀ ਟੁਰ ਕੇ ਫਿਰ ਛੱਡ ਬੈਠਦੇ। ਕਈ ਕਰਤਾਰਪੁਰ ਆਉਂਦੇ, ਗੁਰੂ ਨਾਨਕ ਦੇਵ ਜੀ ਨੂੰ ਹਲ ਵਾਹੁੰਦੇ, ਖੇਤੀ ਕਰਦੇ ਕਰਾਉਂਦੇ ਦੇਖ ਕੇ ਪਰਤ ਜਾਂਦੇ। ਕਈ ਚਾਰ ਵਰਨਾਂ ਨੂੰ ਇੱਕ ਥਾਂ ਪ੍ਰਸ਼ਾਦ
ਛਕਦਾ ਦੇਖ ਨੱਕ ਮੂੰਹ ਚੜਾ ਬਣਾ ਮੁੜ ਜਾਂਦੇ। ਕਈ ਗੁਰੂ ਜੀ ਨੂੰ ਗ੍ਰਹਿਸਤੀ ਅਤੇ ਫਿਰ ਗ੍ਰਹਿਸਤ ਨਿਭਾਉਂਦਾ ਦੇਖ ਮੂੰਹ ਮੋੜ ਬੈਠਦੇ, ਪਰ ਵਿਰਲੇ ਹੁੰਦੇ ਸਨ ਜੋ ਸਮੁੱਚਾ ਕਰਤਾਰਪੁਰ ਦਾ ਜੀਵਨ ਮਾਣਦੇ ਅਤੇ ਫਿਰ ਜੀਵਨ ਸਵਾਰ ਘਰਾਂ ਨੂੰ ਮੁੜਦੇ। ਉਂਝ ਤਾਂ ਅਨੇਕਾਂ ਵਾਰਦਾਤਾਂ ਹੋਈਆਂ, ਪਰ ਸਾਡੇ ਇਤਿਹਾਸ ਨੇ ਇੱਕ ਉਚੇਚੀ ਸਾਖੀ ਸਾਧੂਆਂ ਦੀ ਇੱਕ ਮੰਡਲੀ ਦੀ ਲਿਖੀ ਹੈ। ਇੱਕ ਸਾਧੂਆਂ ਦੀ ਮੰਡਲੀ ਆਈ। ਉਹਨਾਂ ਗੁਰੂ ਜੀ ਅਤੇ ਸਿੱਖਾਂ ਨੂੰ ਖੇਤਾਂ ਵਿੱਚ ਕੰਮ ਕਰਦੇ, ਲੰਗਰ ਲਈ ਲੱਕੜਾਂ ਲਿਆਉਂਦੇ, ਪਸ਼ੂ ਸੰਭਾਲਦੇ ਅਤੇ ਲੰਗਰ ਪਕਾਉਂਦੇ ਡਿੱਠਾ। ਅਤੇ ਜਦ ਗੁਰੂ ਜੀ ਕੋਲੋਂ ਵਿਦਾਇਗੀ ਲੈਣ ਲੱਗੇ ਤਾਂ ਸਾਧੂਆਂ ਦੇ ਮੁਖੀ ਨੇ ਕਿਹਾ, ਮੁਆਫ਼ ਕਰਨਾ, ਤੁਸੀਂ ਤਾਂ ਸਾਂਢ ਹੀ ਪਾਲ ਰੱਖੇ ਹਨ। ਗੁਰੂ ਜੀ ਨੇ ਕੋਈ ਉੱਤਰ ਦੇਣ ਦੀ ਥਾਵੇਂ ਉਹਨਾਂ ਦੀ ਮੰਡਲੀ ਨੂੰ ਕੁਝ ਦਿਨ ਹੋਰ ਰੁਕਣ ਲਈ ਕਿਹਾ। ਹੁਣ ਜਦ ਕੁਝ ਦਿਨ ਤੋਂ ਬਾਅਦ ਉਹ ਰਵਾਨਾ ਹੋਣ ਲੱਗੇ ਤਾਂ ਕੁਝ ਨਿਮਰਤਾ ਨਾਲ ਸਾਧੂ ਆਗੂ ਨੇ ਕਿਹਾ, ਨਾਨਕ ਜੀ, ਤੁਸਾਂ ਤਾਂ ਇਨਸਾਨ ਪਾਲ ਰੱਖੇ ਹਨ। ਮਹਾਰਾਜ ਨੇ ਫਿਰ ਕੁਝ ਨਾ ਕਿਹਾ ਅਤੇ ਕੁਝ ਦਿਨ ਹੋਰ ਰੁਕਣ ਲਈ ਕਿਹਾ। ਹੁਣ ਜਦ ਤਿਆਰ ਹੋ ਕੇ ਉਹ ਪਰਤਣ ਲੱਗੇ ਤਾਂ ਸਾਧੂ ਨੇ ਕਿਹਾ, ਗੁਰਾਂ ਜੀ, ਤੁਸੀਂ ਤਾਂ ਦੇਵਤੇ ਪਾਲ ਰੱਖੇ ਹਨ। ਗੁਰੂ ਪਾਤਸ਼ਾਹ ਨੇ ਕੁਝ ਦਿਨ ਹੋਰ ਰੁਕਣ ਲਈ ਕਿਹਾ। ਇਸ ਵਾਰੀ ਉਹਨਾਂ ਸਾਰਿਆਂ ਹੀ ਗੁਰੂ ਨਾਨਕ ਦੇ ਚਰਨ ਪਕੜ ਲਏ, ਖਿਮਾ ਮੰਗੀ ਅਤੇ ਕਿਹਾ, ਮਹਾਰਾਜ, ਤੁਸਾਂ ਤਾਂ ਰੱਬ ਹੀ ਪਾਸ ਬਿਠਾਇਆ ਹੋਇਆ ਹੈ। ਸਿੱਖ ਦਾ ਸਮੁੱਚਾ ਜੀਵਨ ਦੇਖ ਕੇ ਹੀ ਸਿੱਖੀ ਦੀ ਸੋਝੀ ਆ ਸਕਦੀ ਹੈ। ਜੋ ਕੇਵਲ ਕਿਰਤ ਕਰਦੇ ਦੇਖਦਾ ਹੈ, ਉਹ ਇਹਨਾਂ ਨੂੰ ਪਸ਼ੂ ਸਮਾਨ ਹੀ ਜਾਣਦਾ ਹੈ। ਜੋ ਪਰ ਉਪਕਾਰ ਕਰਦਾ, ਸੇਵਾ ਵਿੱਚ ਖੀਵੇ ਹੁੰਦਾ, ਇੱਕ ਦੂਜੇ ਤੇ ਜਾਨ ਦਿੰਦਾ ਦੇਖਦਾ ਹੈ, ਉਹ ਇਨਸਾਨ ਹੀ ਜਾਣੇਗਾ। ਅਤੇ ਜਿਸ ਨੇ ਸਿੱਖ ਨੂੰ ਅੰਮ੍ਰਿਤ ਵੇਲੇ ਜਾਪ ਜਪੇਂਦੇ ਕੀਰਤਨ ਵਿੱਚ ਇਕਾਗਰ ਚਿੱਤ ਦੇਖ ਲਿਆ, ਉਹ ਕੇਵਲ ਦੇਵਤਾ ਸਮਾਨ ਹੀ ਜਾਣੇਗਾ। ਪਰ ਜਦ ਕੋਈ ਸਿੱਖ ਨੂੰ ਸਰੀਰ ਦੀ ਸੁੱਧ ਭੁਲਾ ਨਿਰੋਲ ਸ਼ਬਦ ਨਾਲ ਜੁੜੇ ਪਰਉਪਕਾਰ ਲਈ ਜੂਝਦਾ, ਜਾਨਾਂ ਵਾਰਦੇ ਦੇਖਦਾ ਹੈ, ਉਹ ਇਹਨਾਂ ਨੂੰ ਰੱਬ ਰੂਪ ਹੀ ਕਹੇਗਾ। ਗੁਰੂ ਨਾਨਕ ਜੀ ਦੀ ਇਹ ਹੀ ਕਰਾਮਾਤ ਸੀ, ਜਿਨ੍ਹਾਂ ਮਾਨਸ ਤੋਂ ਦੇਵਤੇ ਕਰ ਦਿੱਤੇ। ਭਾਈ ਵੀਰ ਜੀ ਨੇ ਖੂਬ ਲਿਖਿਆ ਸੀ ਕਿ ਗੁਰੂ ਨਾਨਕ ਜਗਤ ਆਏ, ਅਸੀਂ ਪਸ਼ੂ ਹਾਂ, ਸਾਨੂੰ ਆਦਮੀ ਬਣਾ ਦਿੱਤਾ, ਫਿਰ ਆਦਮੀ ਤੋਂ ਸਾਨੂੰ ਦੇਵਤਾ ਬਣਾ ਦਿੱਤਾ। ਸਾਡਾ ਬਸ ਹੁਣ ਇਹ ਕਰਮ ਹੈ ਕਿ ਧਰਮ ਦੀ ਕਿਰਤ ਕਰੀਏ, ਨਾਮ ਜਪੀਏ ਅਤੇ ਵੰਡ ਛਕੀਏ। ਇਹ ਪੜ੍ਹ ਕੇ ਡਾਕਟਰ ਮਜੀਬ, ਜੋ ਉਸ ਸਮੇਂ ਜਾਮਿਆ ਮਿਲਿਆ ਦੇ ਵਾਈਸ ਚਾਂਸਲਰ ਸਨ, ਨੇ ਕਿਹਾ ਸੀ, ਇਤਨੀ ਸਾਦਾ, ਸਿੱਧੀ, ਸਾਫ਼ ਅਤੇ ਸਰਬੰਗੀ ਵਿਆਖਿਆ ਇਸਲਾਮ ਵਿੱਚ ਢੂੰਡਿਆਂ ਵੀ ਨਹੀਂ ਮਿਲਦੀ। ਕਿਰਤ ਨੂੰ ਪਹਿਲ ਦੇਣੀ, ਨਾਮ ਨੂੰ ਤਰਾਜੂ ਦੀ ਡੰਡੀ ਵਾਂਗ ਵਿਚਕਾਰ ਰੱਖਣਾ ਅਤੇ ਵੰਡ ਛਕਣ ਨੂੰ ਪਿੱਛੋਂ ਅਤੇ ਨਾਮ ਦੇ ਸਹਾਰੇ ਸਿੱਖ ਸਾਰੀ ਜ਼ਿੰਦਗੀ ਭਰ ਅਡੋਲ ਰਹਿੰਦਾ ਹੈ। ਨਾ ਕਿਰਤ ਵਿੱਚ ਉਲਾਰ, ਨਾ ਵੰਡ ਛਕਣ ਵਿੱਚ ਸੰਕੋਚ। ਕਰਤਾਰਪੁਰ ਦੇ ਪਏ ਪ੍ਰਭਾਵ ਬਾਰੇ ਸੁਜਾਨ ਰਾਏ ਭੰਡਾਰੀ ਨੇ ਹੀ ਗੱਲ ਮੁਕਾਉਂਦੇ ਲਿਖਿਆ ਹੈ ਕਿ ਬਾਬਾ ਨਾਨਕ ਦੇ ਸਿੱਖ ਆਤਮ ਰਸੀਏ, ਗਿਆਨੀ, ਕਹਿਣੀ ਕਰਨੀ ਦੇ ਪੂਰੇ, ਸਿੱਧ ਸਾਧਕ ਅਤੇ ਪਹੁੰਚ ਵਾਲੇ ਮੁਸਤਜਾਬੁਲ ਦਾਵਾਤ ਹੁੰਦੇ ਹਨ। ਇਸ ਪੰਥ ਦੀ ਭਗਤ ਬੰਦਗੀ ਦਾ ਸਾਰ ਆਪਣੇ ਸਤਿਗੁਰ ਦੀ ਬਾਣੀ ਪੜ੍ਹਨਾ, ਜਿਸ ਨੂੰ ਉਹ ਮਧੁਰ ਮਨੋਹਰ ਸੁਰਾਂ ਵਿੱਚ ਗਾਉਂਦੇ ਹਨ। ਮੋਹ ਮਾਇਆ ਦੀ ਮੈਲ ਇਹਨਾਂ ਦੇ ਮਨਾਂ ਤੋਂ ਦੂਰ ਹੋ ਗਈ ਅਤੇ ਅਗਿਆਨ ਦੇ ਪਰਦੇ ਦਿਲਾਂ ਤੋਂ ਲਹਿ ਗਏ। ਆਪਣਾ ਪਰਾਇਆ ਇਹਨਾਂ ਦੀ ਨਜ਼ਰ ਵਿੱਚ ਇੱਕੋ ਜਿਹਾ ਹੈ ਅਤੇ ਮਿੱਤਰ ਸੱਤਰ ਇਹਨਾਂ ਦੇ ਭਾਣੇ ਬਰਾਬਰ ਹਨ। ਦੋਸਤਾਂ ਨਾਲ ਇੱਕ ਰੰਗ ਅਤੇ ਦੁਸ਼ਮਣਾਂ ਨਾਲ ਬੇਜੰਗ ਜਿਉਂਦੇ ਹਨ। ਇਹ ਲੋਕ ਜੋ ਨਿਸ਼ਚਾ ਆਪਣੇ ਗੁਰੂਆਂ ਤੇ ਰੱਖਦੇ ਹਨ, ਸੋ ਕਿਸੇ ਹੋਰ ਸੰਪਰਦਾਇ ਵਿੱਚ ਨਜ਼ਰ ਨਹੀਂ ਆਉਂਦਾ। ਆਪਣੇ ਗੁਰੂ ਦੇ ਨਾਂ ਤੇ ਜਿਸ ਦਾ ਜਾਪ ਸਦਾ ਕਰਦੇ ਰਹਿੰਦੇ ਹਨ, ਹਰ ਆਏ ਗਏ ਦੀ ਸੇਵਾ ਕਰਨਾ ਇਹ ਵੱਡੀ ਭਗਤੀ ਜਾਣਦੇ ਹਨ। ਜੇ ਕੋਈ ਅੱਧੀ ਰਾਤ ਵੀ ਇਹਨਾਂ ਦੇ ਘਰ ਆ ਜਾਏ ਅਤੇ ਗੁਰੂ ਨਾਨਕ ਦਾ ਨਾਮ ਲਵੇ, ਭਾਵੇਂ ਉਹ ਓਪਰਾ ਅਤੇ ਅਣਪਛਾਤਾ ਬਲਕਿ ਚੋਰ ਮੰਦ ਕਰਮੀ ਵੀ ਹੋਵੇ, ਉਸ ਨੂੰ ਭਾਈ ਅਤੇ ਮਿੱਤਰ ਮੰਨ ਕੇ ਦਿਲੋਂ ਜਾਨ ਨਾਲ ਖਿਦਮਤ ਕਰਦੇ ਹਨ। ਸਿੱਖ ਨੇ ਇਹ ਅਸਚਰਜ ਖੇਡ ਖੇਡਣੀ ਕਰਤਾਰਪੁਰੋਂ ਸਿੱਖ ਲਈ ਸੀ। ਗੁਰੂ ਅਰਜਨ ਦੇਵ ਜੀ ਨੇ ਇਸੇ ਲਈ ਸਵਈਆਂ ਵਿੱਚ ਉਚਰਿਆ ਸੀ ਕਿ ਗੁਰੂ ਨਾਨਕ ਦੇਵ ਜੀ ਹਨੇਰੇ ਦਾ ਦੀਵਾ ਹਨ, ਹਰ ਨੁੱਕਰ ਰੁਸ਼ਨਾ ਰਹੇ ਹਨ। ਉਹਨਾਂ ਦੇ ਦੱਸੇ ਹੋਏ ਨਾਮ ਧਰਮ ਦੀ ਬਰਕਤ ਨਾਲ ਸਾਰੀ ਸ੍ਰਿਸ਼ਟੀ ਪਾਰ ਲੰਘ ਰਹੀ ਹੈ। ਉਹ ਬਾਣੀ ਦਾ ਸੋਮਾ ਹਨ ਅਤੇ ਬਾਣੀ ਹੀ ਹਰ ਹਿਰਦੇ ਸਿੰਚ ਰਹੇ ਹਨ। ਭੱਟ ਕਲਸਹਾਰ, ਜੋ ਭੱਟਾਂ ਦਾ ਮੋਹਰੀ ਆਗੂ ਸੀ, ਨੇ ਵੀ ਇਸ ਗੱਲ ਨੂੰ ਵਾਰ-ਵਾਰ ਦੁਹਰਾਇਆ ਹੈ ਕਿ ਗੁਰੂ ਨਾਨਕ ਜੀ
ਇੱਕ ਰਸ ਨਾਮ ਜਪਦੇ ਤਰ ਗਏ ਹਨ ਅਤੇ ਸਾਰੀ ਸ੍ਰਿਸ਼ਟੀ ਵੀ ਨਾਮ ਦੀ ਬਰਕਤ ਨਾਲ ਤਾਰ ਦਿੱਤੀ ਹੈ। ਆਪ ਰਾਜਯੋਗ ਮਾਣਿਆ ਹੈ ਅਤੇ ਸਿੱਖਾਂ ਨੂੰ ਵੀ ਰਾਜਯੋਗ ਮੰਨਣ ਦੀ ਜਾਂਚ ਸਿਖਲਾ ਦਿੱਤੀ ਹੈ। ਹਰ ਨਾਮ ਰਸਿਕ ਨਾਨਕ ਗੁਰ ਰਾਜਯੋਗ ਤੈ ਮਾਣਿਓ। ਐਸਾ ਸਮਾਜ ਬਣਿਆ ਦੇਖ ਪ੍ਰਭੂ ਕਿਰਪਾਲ ਨੇ ਵੀ ਕਹਿ ਦਿੱਤਾ ਕਿ ਗੁਰੂ ਨਾਨਕ ਜੀ ਦਾ ਰਾਜ ਸਦਾ ਥਿਰ ਅਤੇ ਅਟਲ ਹੈ। ਸ਼੍ਰੀ ਗੁਰੂ ਰਾਜ ਅਬੇਚਲ ਅਟਲ ਆਦ ਪੁਰਖ ਫਰਮਾਇਓ। ਬਲਵੰਡ ਜੀ ਨੇ ਵੀ ਰਾਮਕਲੀ ਵਾਰ ਦੇ ਆਰੰਭ ਵਿੱਚ ਹੀ ਆਖ ਦਿੱਤਾ ਸੀ ਕਿ ਗੁਰੂ ਨਾਨਕ ਨੇ ਐਸਾ ਧਰਮ ਦਾ ਰਾਜ ਚਲਾਇਆ ਹੈ ਜਿਸ ਦੀ ਨੀਂਹ ਪੱਕੀ ਅਤੇ ਕਿਲਾ ਮਜ਼ਬੂਤ ਹੈ, ਕਿਉਂਕਿ ਇਹ ਕਿਸੇ ਪਖੰਡ, ਪੂਜਾ, ਵਹਿਮ ਜਾਂ ਭਰਮ ਤੇ ਨਹੀਂ ਖੜਾ, ਸਗੋਂ ਸੱਚ ਤੇ ਖਲੋਤਾ ਹੈ। ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਮਦੈ। ਭੱਟਾਂ ਰਬਾਬੀਆਂ ਭਾਈ ਗੁਰਦਾਸ ਜੀ ਜਨਮ ਸਾਖੀਆਂ ਅਤੇ ਸਭਨਾ ਸਾਖੀਕਾਰਾਂ ਉਸ ਬਿਖਮਕਾਰ ਦਾ ਵੇਰਵੇ ਨਾਲ ਵਰਣਨ ਕੀਤਾ ਹੈ ਜੋ ਭਾਈ ਲਹਿਣਾ ਜੀ ਨੇ ਕਰਤਾਰਪੁਰ 7 ਸਾਲ ਟਿਕ ਕੇ ਕੀਤੀ। ਸਾਖੀਕਾਰਾਂ ਅਤੇ ਜਨਮ ਸਾਖੀ ਵਾਲਿਆਂ ਦੇ ਦੱਸਣ ਤੋਂ ਪਹਿਲਾਂ ਇਹ ਯੋਗ ਅਤੇ ਠੀਕ ਰਹੇਗਾ ਕਿ ਪਹਿਲਾਂ ਜੋ ਹਵਾਲੇ ਗੁਰੂ ਗ੍ਰੰਥ ਸਾਹਿਬ ਅਤੇ ਭਾਈ ਗੁਰਦਾਸ ਜੀ ਨੇ ਦਿੱਤੇ ਹਨ ਉਹਨਾਂ ਦਾ ਸੰਖੇਪ ਜਿਹਾ ਜ਼ਿਕਰ ਕਰ ਲਿਆ ਜਾਵੇ। ਫਿਰ ਉਹ ਸਭ ਕਰਮ ਜੋ ਪਰਖ ਪ੍ਰੀਖਿਆ ਵਾਲੇ ਹਨ ਛੇਤੀ ਸਮਝ ਆ ਜਾਣਗੇ। ਭਾਈ ਲਹਿਣਾ ਜੀ ਦੇਵੀ ਪੂਜਾ ਕਰਦੇ ਹੋਣ ਕਾਰਨ ਉਹਨਾਂ ਦਾ ਸੁਭਾਅ ਵੀ ਪੂਜਾ ਕਿਰਿਆ ਅਤੇ ਸ਼ਾਸਤਰੀ ਬੰਧਨਾਂ ਵਾਲਾ ਹੋਣਾ ਸੁਭਾਵਿਕ ਸੀ। ਇਸ ਸੁਭਾਅ ਨੂੰ ਤੋੜਨਾ ਅਤੇ ਫਿਰ ਨਵੇਂ ਨਾਲ ਜੋੜਨਾ ਕੋਈ ਇਤਨਾ ਸਹਿਲਾ ਕੰਮ ਨਹੀਂ ਸੀ। ਗੁਰੂ ਨਾਨਕ ਦੇਵ ਜੀ ਨੇ ਹੀ ਕਮਾਲ ਕੀਤਾ ਕਿ ਭਾਈ ਲਹਿਣੇ ਦੀ ਐਸੀ ਘਾੜਤ ਘੜੀ ਕਿ ਉਹ ਉਹਨਾਂ ਦੇ ਰੂਪ ਹੋ ਗਏ। ਇਸ ਲਈ ਬਲਵੰਡ ਜੀ ਨੇ ਪ੍ਰਥਮ ਪੌੜੀ ਵਿੱਚ ਹੀ ਸ਼ਬਦ ਖੜਗ ਜੋਰ ਅਤੇ ਪਰਾਕੁਈ ਵਰਤੇ ਹਨ। ਉਹਨਾਂ ਦਾ ਕਹਿਣਾ ਹੈ ਕਿ ਗੁਰੂ ਅਕਾਲ ਪੁਰਖ ਦੀ ਬਖਸ਼ੀ ਹੋਈ ਮਤ ਰੂਪੀ ਤਲਵਾਰ ਦੇ ਜ਼ੋਰ ਅਤੇ ਪੂਰੇ ਬਲ ਨਾਲ ਗੁਰੂ ਨਾਨਕ ਦੇਵ ਜੀ ਨੇ ਲਹਿਣਾ ਜੀ ਅੰਦਰੋਂ ਪਹਿਲਾਂ ਜੀਵਨ ਕੱਢ ਕੇ ਆਤਮਿਕ ਜ਼ਿੰਦਗੀ ਬਖਸ਼ੀ, ਸਿਫਤ ਸਲਾਹ ਵੱਲ ਲਗਾਇਆ ਅਤੇ ਨਾਮ ਜਲ ਪਿਆਇਆ। ਫਿਰ ਬਲਵੰਡ ਜੀ ਕਹਿੰਦੇ ਹਨ ਕਿ ਜੋ ਗੁਰੂ ਨਾਨਕ ਜੀ ਫਰਮਾਉਂਦੇ ਲਹਿਣਾ ਜੀ ਉਹ ਹੀ ਕਰਦੇ। ਇਹ ਵੀ ਕੋਈ ਆਸਾਨ ਕੰਮ ਨਹੀਂ ਸੀ, ਪਰ ਉਹਨਾਂ ਖਿੜੇ ਮੱਥੇ ਇਹ ਕਾਰ ਨਿਭਾਈ। ਪੁੱਤਰ ਤੱਕ ਇਹ ਕਾਰ ਨਾ ਨਿਭਾ ਸਕੇ। ਉਹ ਤਾਂ ਸਗੋਂ ਜਦ ਗੁਰੂ ਜੀ ਕਹਿੰਦੇ ਕੰਨ ਮਰੋੜ ਕੇ ਖਿੱਝ ਕੇ ਬਾਗੀਆਨਾ ਬਾਤਾਂ ਵੀ ਕਹਿ ਜਾਂਦੇ। ਬਲਵੰਡ ਜੀ ਨੇ ਪੁੱਤਰੀ ਕੌਲ ਨਾ ਪਾਲਿਓ ਕੰਨ ਮੁਲਟੀਐ ਅਤੇ ਦਿਲ ਖੋਟੇ ਆਕੀ ਫਿਰਨ ਦੇ ਸ਼ਬਦ ਵਰਤੇ ਹਨ। ਸਾਰੀ ਘਾਲ ਭਾਈ ਲਹਿਣਾ ਜੀ ਨੇ ਨਿਮਰਤਾ ਵਿੱਚ ਰਹਿ ਕੇ ਕੀਤੀ, ਕਦੇ ਆਪਾ ਨਾ ਜਨਾਇਆ। ਕੈਸੀ ਸੁੰਦਰ ਉਦਾਹਰਨ ਬਲਵੰਡ ਜੀ ਨੇ ਦਿੱਤੀ ਹੈ ਕਿ ਜਰਾ ਗੌਰ ਨਾਲ ਤਾਂ ਤੱਕੋ, ਦੋਹਾਂ ਵਿੱਚੋਂ ਕੌਣ ਸ੍ਰੇਸ਼ਟ ਹੈ। ਜਿਵਾਂ ਕਿ ਮੁੰਜੀ ਚੰਗੀ ਹੈ ਜੋ ਨੀਵੇਂ ਥਾਂ ਪਲਹਰਦੀ ਹੈ। ਜਿਵਾਂ ਵੱਲ ਦੇਖੋ, ਇਹ ਤਾਂ ਉਗਦੀ ਹੀ ਉੱਥੇ ਹੈ ਜਿੱਥੇ ਦਰਿਆ ਦੇ ਹੜ੍ਹਾਂ ਨਾਲ ਭੱਲ ਪੈ ਕੇ ਥਾਂ ਉੱਚੀ ਹੋ ਜਾਏ, ਵਰਖਾ ਹੋਏ ਤਾਂ ਸਗੋਂ ਸੜ ਜਾਂਦੀ ਹੈ। ਜਿਵਾਂ ਨੂੰ ਤਾਂ ਪੋਲੀ ਵਾਂਗ ਕੰਡੇ ਵੀ ਲੱਗਦੇ ਹਨ। ਭਾਈ ਲਹਿਣਾ ਜੀ ਨੇ ਨਿਮਰਤਾ ਧਾਰੀ, ਨਾਮ ਜਲ ਮਿਲਿਆ ਹੈ ਅਤੇ ਐਸੀ ਭਰਪੂਰ ਫਸਲ ਉੱਗੀ ਜਿਸ ਨਾਲ ਸ੍ਰਿਸ਼ਟੀ ਦੀ ਆਤਮਿਕ ਭੁੱਖ ਦੂਰ ਹੋਈ। ਇਹ ਗੁਰੂ ਨਾਨਕ ਦੇਵ ਜੀ ਹੀ ਤਾਂ ਕਰ ਰਹੇ ਸਨ, ਕਿਉਂਕਿ ਉਹਨਾਂ ਆਪਣੀ ਨਾਮ ਹੱਟੀ ਤੇ ਨਾਮ ਪਦਾਰਥ ਵੰਡਣ ਲਈ ਇਹਨਾਂ ਨੂੰ ਬਿਠਾਉਣਾ ਸੀ। ਭੱਟ ਕਲਸਹਾਰ ਨੇ ਗਾਖੜੀ ਬਿਖਮਕਾਰ ਦਾ ਵਰਣਨ ਆਪਣੇ ਸਵਈਏ ਵਿੱਚ ਇਸ ਤਰ੍ਹਾਂ ਕੀਤਾ ਹੈ ਕਿ ਪਹਿਲਾਂ ਭਾਈ ਲਹਿਣਾ ਜੀ ਨੇ ਆਤਮਿਕ ਪ੍ਰੇਮ ਨੂੰ ਇਕੱਠਾ ਕੀਤਾ, ਜਰਨ ਅਤੇ ਸਹਿਣ ਸ਼ਕਤੀ ਪੈਦਾ ਕੀਤੀ ਅਤੇ ਤਾਨੇ ਮਿਹਣੇ ਸਹਾਰ ਫਿਰ ਜਾ ਕੇ ਕਿਤੇ ਬਚਨ ਮਿੱਠੇ ਹੋਏ। ਨਾਮ ਨੂੰ ਦ੍ਰਿੜ ਕੀਤਾ। ਜਦ ਸ਼ਰਧਾ ਅਪਾਰ ਹੋ ਗਈ ਤਾਂ ਹਜ਼ੂਰ ਗੁਰੂ ਨਾਨਕ ਨੇ ਗੰਭੀਰਤਾ ਬਖਸ਼ ਦਿੱਤੀ। ਗਹਿਰ ਗੰਭੀਰ ਹੋਏ, ਆਤਮ ਅਡੋਲਤਾ ਵਾਲੀ ਸਮਾਧੀ ਲੱਗੀ ਸੀ। ਗੁਰ ਸ਼ਬਦ ਰਾਹੀਂ ਸੱਚ ਪਾ ਲਿਆ। ਸੱਚ ਹੀ ਉਹਨਾਂ ਦਾ ਸੰਜਮ ਸੀ, ਸੱਚ ਹੀ ਵਰਤ ਸੀ ਅਤੇ ਮਨ ਵਿੱਚ ਸਦਾ ਸੁੱਖ ਦਾ ਨਿਵਾਸ ਹੋ ਗਿਆ ਸੀ। ਇਹ ਸਾਰੀ ਘਾਲ ਪ੍ਰੇਮ ਦੀ ਸੀ ਅਤੇ ਕਿਰਪਾ ਦੀ ਸੀ। ਬਹੁਤੇ ਲੋਕਾਂ ਗੁਰੂ ਅੰਗਦ ਦੇਵ ਜੀ ਕੋਲੋਂ ਪੁੱਛਿਆ ਵੀ ਸੀ ਕਿ ਵੱਡੀ ਕਿਲਾ ਕਿਵੇਂ ਫਤਿਹ ਕੀਤਾ ਹੈ, ਤੁਸੀਂ ਵੱਡੇ ਸੂਰਬੀਰ ਹੋ। ਇੱਕ ਤਾਂ ਮਹਾਪੁਰਸ਼ ਨੂੰ ਉਂਝ ਹੀ ਰਿਝਾਉਣਾ ਬੜਾ ਕਠਿਨ ਕੰਮ ਹੁੰਦਾ ਹੈ, ਫਿਰ ਗੁਰੂ ਨਾਨਕ ਦੇਵ ਜੀ
जिन्हां नूं ना निंदा, ना उस्तत, ना कर्म, ना पूजा, ना धन, ना दौलत रिझा सकदी है। सेवा राम दियां पर्चियां दे लिखे मुताबिक किस दाए तूं रिझाया, केड़ी आग्या मन्नी की गुरु। बाबे तेरे बिखापना ਸਰੂਪ पलट छोड़िया। निमरता दे पुंज, शरदा दी मूरत, प्रेम रस मगन गुरु अंगद देव जी दा बचन सी। मैं उसदी किरपा दी घाल घाली है, अवर घाल तो मेरे पासे किछ नहीं होई। महिमा प्रकाश ने भी खूब लिखा है कि जो प्रेम वाड़ी भाई लैणा जी ने बीजी, उसनूं करतारपुर नेह जल नाल सिंजदे रहे। प्रेम बारी बोई इन्नै सिंचत सद जल नेह। जिथे भाई गुरदास जी ने करतारपुर विच ही अचरज खेड़ नूं दर्शाया है, उत्थे बाबा लैणा जी दी घाल कमाई अते करनी दा विस्तार वर्णन किया है। तकरीबन हर वार विच कोई ना कोई टूक दिती है अते कई वारां विच पूरियां पौड़ियां लिखियां हन। ऐसा इसलिए कीता लगदा है कि एक तां सिख पहिलां गुरु नानक देव जी दी बख्शिश अते गुरियाई दा नमूना गौर नाल देख लैण, झूठे पखंडियां अते अखौती गुरु आगूआं तो तरहीकियां होइआं नूं सही ਠਾਹਰ ਦਾ पता मिल सके। दूजे भाई लैणा जी राही नूं ਇਹ ਸੋਝੀ पवे की खिच किवें पैंदी है, जग किवें जित्तिया जांदा है अते भगती दा मुकम्मल नमूना कैसा हुंदा है अते नाल ही जगत नूं भी भगती कैसे करीदी है दी सोझी आ जाए। करतारपुर विच कोई जप तप पूजा पखंड तंत्र मंत्र नाटकी करामातां मड़ी मसाणी वर सराप देवी देवते दी आराधना नहीं सी। उत्थे केवल साध संगत अमृत वेला किरत विरत धर्म दी अते शब्द सुनन अते सुनाउण ते जोर सी। इत्थों तक कि कुलां धर्म रीति रिवाजां भरम कर्म मुंडन भदन मरने परने टोबड़ी टोए जां नहवालना भी मुक गया सी। केवल घर बारी जीवन मुक्त होण दी जांच ही सिखाई जांदी सी। कितनी आसान रहनी गृहस्थी सिख दी गुरु नानक देव जी ने बना दिती सी कि उस दा वर्णन करके भाई जी कहते हैं कि सिख अमृत वेले इशनान कर समाधि लगा जाप जपदे सन। मूँह ते लाली चढ़ जाती सी अते यह लाली हर समय रहिंदी सी। संगत विच जाके शब्द दे ज्ञात दी लिव विखे सतगुर दी बाणी गांदे अते सुणदे सन। प्रेमा भगती दी मूरत ही सिख बन जांदे सन। दिहाड़ी किरत विरत धर्म दी करदे अते हथ दे के भला मनांदे। आए गए दी सेवा कर प्रसन्न हुंदे। पीछे बचिया आप खांदे। शाम नूं सोदर करके अते फिर साथ उन्हां दा करदे जिन्हां पास बैठिया मन टिके अते होर बहुता गुरु वल लगे। कुसंग नूं त्यागदे मनमतियां तो दूर रहिंदे अते आम तौर ते रात नूं जद कुसंग फैलदा है सिख रात नूं सहेले दा पाठ कर विश्राम करदे। बाकी नशे तां पहिलां बावले करदे सन, फिर उतर जाते हैं अते मन टुटिया टुटिया महसूस करता है। पर जो गुरु कोलों साध संगत की बारी विचों सिख अमृत रस पींदा है वह सदीवी मस्ती देंदा है। दुनिया वालों वह अलमस्त जरूर दिखाई देंदा है पर बावला नहीं, हुशियार हो जाता है। यह प्याला पी अनेका मस्त होए। फिर थां पर थां भाई गुरदास जी ने अनेका तुकां लिखियां हन जिथों प्रतीत होवे कि एक इनकलाब करतारपुर हो रहा सी। दुनियावी पातशाहां दा जिक्र कर फिर बबाणे घर चाल यह लिखना होए इनकलाब वाल ध्यान दिलवाउणा सी। पहली वार विच ही लिखिया सी, विच विच होर कुड़ी चतराई ना चली। इस गल दा सबूत सी कि इत्थे होर खेड़ हो रही सी। ओह खेड़ मेहर मुहब्बत दी सी जिस करके भाई लैणा जी गुरु नानक देव जी दे अंग बने। गुरु अंगद गुरु नानक जी दे अंगां तो बने तां केवल शब्द विच समाउण करके हुक्म ते टुरन करके। गुर चेला गुर गुरु होआ जोती जोत जगाई दीवा बालिया। एक गुरु एक सिख गुरमुख जानिया। बाबा ने घर गुरु अंगद आया, बाबा ने घर चानण लैणा। पुੱਤ सपूतर
ਬਾਬਾ ਨੇ ਲਹਿਣਾ ਅਨੇਕਾਂ ਵਿੱਚੋਂ ਕੁਝ ਉਦਾਹਰਨਾਂ ਹਨ ਕਿ ਭਾਈ ਲਹਿਣਾ ਜੀ ਕਰਤਾਰਪੁਰ ਪੁੱਜ ਕੇ ਘਾਲ ਕਰਕੇ ਬਖਸ਼ਿਸ਼ਾਂ ਪਾ ਕਿਵੇਂ ਗੁਰੂ ਅੰਗਦ ਜੀ ਬਣੇ। 24ਵੀਂ ਵਾਰ ਦੀਆਂ 4 ਪੌੜੀਆਂ ਭਾਈ ਗੁਰਦਾਸ ਜੀ ਨੇ ਤਾਂ ਕੇਵਲ ਲਿਖੀਆਂ ਹੀ ਇਸ ਲਈ ਹਨ ਕਿ ਪਹਿਲਾਂ ਉਹਨਾਂ ਸਭ ਪਰਚਿਆਂ ਦਾ ਪਤਾ ਲੱਗ ਜਾਏ ਜੋ ਗੁਰੂ ਨਾਨਕ ਦੇਵ ਜੀ ਨੇ ਪਾਏ ਅਤੇ ਬਾਬਾ ਲਹਿਣਾ ਜੀ ਨੇ ਹੱਲ ਕੀਤੇ। ਫਿਰ ਘਾੜਤ ਕਿਵੇਂ ਘੜੀ ਗਈ, ਸਪੁੱਤਰ ਕੈਸੇ ਹੋਏ ਅਤੇ ਫਿਰ ਉਹਨਾਂ ਦਾ ਹੀ ਅੰਗ ਬਣ ਗਏ ਅਤੇ ਅੰਗਦ ਸਦਵਾਏ। ਪਹਿਲਾ ਪਰਚਾ ਹੱਲ ਕਰਕੇ ਦੁਰਮਤ ਛੱਡੀ, ਗੁਰਮਤ ਪਾਲੀ, ਫਿਰ ਜੋ ਸਤਿਗੁਰ ਕਿਹਾ ਉਹੀ ਕੀਤਾ। ਰਹਿਤ ਫਿਰ ਉਹੀ ਬਣਾ ਲਈ ਜੋ ਗੁਰੂ ਜੀ ਦੀ ਸੀ। ਹੌਲੀ ਹੌਲੀ ਖੁਸ਼ਬੂ ਫੈਲਣੀ ਆਰੰਭ ਹੋ ਗਈ। ਅੰਦਰ ਵੀ ਨਾਮ ਅੰਮ੍ਰਿਤ ਦੇ ਝਰਨੇ ਚੱਲ ਪਏ, ਪਰ ਦੱਸਿਆ ਨਾ। ਅਜਰ ਨੂੰ ਜਰਨ ਦੀ ਸ਼ਕਤੀ ਆ ਗਈ। ਇਹ ਪਤਾ ਲੱਗ ਗਿਆ ਕਿ ਸਾਧ ਸੰਗਤ ਵਿੱਚ ਸ਼ਬਦ ਨੂੰ ਦ੍ਰਿੜ ਕਰਨ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ। ਬਜਰ ਕਪਾਟ ਜੜੇ ਜੜ ਜਾਣੇ ਗੁਰ ਸ਼ਬਦੀ ਖੁਲਾਇੰਦਾ। ਇਹ ਭਾਈ ਲਹਿਣਾ ਜੀ ਦੀ ਕਰਨੀ ਸੀ ਜੋ ਉਹਨਾਂ ਗੁਰੂ ਨਾਨਕ ਦੇਵ ਜੀ ਦੇ ਇਸ਼ਾਰੇ ਤੇ ਕੀਤੀ ਅਤੇ ਫਿਰ ਸਭ ਲਈ ਚਾਨਣ ਮੁਨਾਰਾ ਬਣੀ। ਫਿਰ ਘਾੜਤ ਘੜੀ ਗਈ। ਪ੍ਰੇਮਾ ਭਗਤੀ ਅਤੇ ਭੈ ਵਿਖੇ ਹੀ ਟੁਰਦੇ ਰਹੇ। ਆਪਾ ਮੁਕੰਮਲ ਤੌਰ ਤੇ ਗਵਾ ਲਿਆ। ਕਦੇ ਹਉ ਨਾ ਜਤਾਈ, ਖੜਬੜਾਹਟ ਨੇੜੇ ਨਾ ਆਈ। ਇਹ ਨਹੀਂ ਕਿ ਹਉ ਗਵਾਈ ਅਤੇ ਫਿਰ ਅੰਦਰੋਂ ਕੁੜਹਦੇ ਰਹੇ। ਗੁਰੂ ਨਾਨਕ ਦੇਵ ਜੀ ਦੀ ਖੁਸ਼ੀ ਪਾ ਕੇ ਨੀਵੀਂ ਹੀ ਪਾਈ ਰੱਖੀ। ਸਤ ਸੰਤੋਖ ਦਇਆ ਧਰਮ ਅਰਥ ਅਤੇ ਵਿਚਾਰ ਦੇ ਮਾਲਕ ਹੋ ਕੇ ਸਹਿਜ ਵਿੱਚ ਰਹੇ। ਕਾਮ ਕ੍ਰੋਧ ਵੈਰ ਵਿਰੋਧ ਲੋਭ ਮੋਹ ਹੰਕਾਰ ਨੂੰ ਤਹਿਸ ਨਹਿਸ ਕਰ ਦਿੱਤਾ। ਐਸੀ ਘਾੜਤ ਘੜੀ ਕਿ ਸਭ ਗੁਰੂ ਨਾਨਕ ਦੇਵ ਜੀ ਦਾ ਅਸਲ ਸਪੂਤ ਇਹਨਾਂ ਨੂੰ ਹੀ ਕਹਿਣ ਲੱਗ ਪਏ। ਪੁੱਤਰ ਤਾਂ ਹਉ ਵਿੱਚ ਹੀ ਰਹੇ। ਸੁਜਾਨ ਰਾਏ ਭੰਡਾਰੀ ਨੇ ਤਾਂ ਲਿਖਿਆ ਹੈ ਕਿ ਪੁੱਤਰ ਫਕੀਰੀ ਧਨ ਤੋਂ ਖਾਲੀ ਸਨ। ਬਸ ਗੁਰੂ ਨਾਨਕ ਜੀ ਦੇ ਅੰਗਾਂ ਤੋਂ ਗੁਰੂ ਅੰਗਦ ਦੇਵ ਜੀ ਇਸ ਤਰ੍ਹਾਂ ਪੈਦਾ ਹੋਏ ਜਿਵੇਂ ਅੰਮ੍ਰਿਤ ਬਿਰਖ ਤੋਂ ਅੰਮ੍ਰਿਤ ਦਾ ਫਲ ਹੁੰਦਾ ਹੈ, ਜਾਂ ਜਿਵੇਂ ਜੋਤ ਤੋਂ ਜੋਤ ਜਗਦੀ ਹੈ ਅਤੇ ਦੀਵਾ ਬਲ ਪੈਂਦਾ ਹੈ। ਇਸ ਤਰ੍ਹਾਂ ਜੋਤ ਸਰੂਪ ਹਰ ਆਪ ਗੁਰੂ ਨਾਨਕ ਨੇ ਆਪਣੀ ਜੋਤ ਭਾਈ ਲਹਿਣਾ ਵਿੱਚ ਧਰ ਦਿੱਤੀ। ਇਹ ਸਭ ਸ਼ਬਦ ਦੀ ਹੀ ਕਰਾਮਾਤ ਸੀ, ਸ਼ਬਦ ਦੀ ਹੀ ਜਾਦੂਗਰੀ ਸੀ। ਗੁਰੂ ਨਾਨਕ ਦੇਵ ਜੀ ਨੇ ਸੱਚਾ ਸ਼ਬਦ ਹੀ ਗੁਰੂ ਅੰਗਦ ਦੇਵ ਜੀ ਨੂੰ ਸੌਂਪਿਆ ਅਤੇ ਉਹ ਹੀ ਸਿੱਕਾ ਸ਼ਬਦ ਦਾ ਸੰਸਾਰ ਵਿੱਚ ਗੁਰੂ ਅੰਗਦ ਦੇਵ ਜੀ ਨੇ ਚਲਾਇਆ। ਭਾਈ ਨੰਦ ਲਾਲ ਜੀ ਨੇ ਗੰਜਨਾਮਾ ਵਿੱਚ ਦੂਜੀ ਪਾਤਸ਼ਾਹੀ ਦੇ ਸਿਰਲੇਖ ਹੇਠਾਂ ਆਰੰਭ ਵਿੱਚ ਇਹ ਹੀ ਲਿਖਿਆ ਕਿ ਪਹਿਲਾਂ ਗੁਰੂ ਅੰਗਦ ਦੇਵ ਜੀ ਨੇ ਅਨੰਨ ਸੇਵਕ ਅਤੇ ਫਿਰ ਬੰਦਨਾ ਜੋਗ ਗੁਰੂ ਬਣੇ ਸੱਚ ਤੇ ਯਕੀਨ ਦੀਆਂ 2 ਮਿਸਾਲਾਂ ਉਹਨਾਂ ਪਾਸ ਸਨ, ਜਿਨ੍ਹਾਂ ਨਾਲ ਰਾਹ ਦਾ ਅੰਧੇਰਾ ਮਿਟਦਾ ਗਿਆ। ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਵਾਰੀ ਬਚਨ ਕੀਤਾ ਸੀ ਕਿ ਸਿੱਖ ਨਹੀਂ ਕੋਈ ਅੰਗਦ ਜਿਹਾ ਹੋਇਆ, ਟਹਿਲੀਆ ਨਹੀਂ ਕੋਈ ਅਮਰਦਾਸ ਜਿਹਾ ਬਣ ਖੜੋਇਆ, ਸਾਕ ਨਹੀਂ ਕੋਈ ਰਾਮਦਾਸ ਜੈਸਾ, ਪੁੱਤਰ ਨਹੀਂ ਕੋਈ ਅਰਜਨ ਵੈਸਾ। ਭਾਈ ਲਹਿਣਾ ਜੀ ਨੇ ਸਿੱਖ ਦੇ ਰੂਪ ਵਿੱਚ ਜੋ ਘਾਲਨਾਵਾਂ ਕੀਤੀਆਂ, ਉਹਨਾਂ ਸਭਨਾਂ ਨੂੰ ਜਿਵੇਂ ਭੱਟਾਂ ਰਬਾਬੀਆਂ ਭਾਈ ਗੁਰਦਾਸ ਜੀ ਅਤੇ ਭਾਈ ਨੰਦ ਲਾਲ ਜੀ ਨੇ ਸੰਕੇਤਾਂ ਵਿੱਚ ਲਿਖਿਆ ਹੈ, ਉਵੇਂ ਹੀ ਸਾਖੀ ਰੂਪ ਵਿੱਚ ਸਾਡੇ ਇਤਿਹਾਸਕਾਰਾਂ ਅਤੇ ਸਾਖੀਕਾਰਾਂ ਨੇ ਲਿਖਿਆ ਹੈ। ਇਹਨਾਂ ਸਾਰੀਆਂ ਸਾਖੀਆਂ ਅਤੇ ਬਚਨਾਂ ਨੂੰ ਪੜ੍ਹਿਆਂ ਪਤਾ ਲੱਗ ਜਾਏਗਾ ਕਿ ਭਾਈ ਲਹਿਣਾ ਜੀ ਇੱਕਮਿਕ ਕਿਵੇਂ ਹੋ ਰਹੇ ਸਨ, ਸਾਵੇਂ ਕਿਵੇਂ ਬਣੇ ਰਹੇ ਸਨ ਅਤੇ ਫਿਰ ਗੁਰੂ ਨਾਨਕ ਜੀ ਦਾ ਅੰਗ ਅਤੇ ਰੂਪ ਕਿਵੇਂ ਬਣੇ। ਭਾਈ ਲਹਿਣਾ ਜੀ ਇੱਕ ਵਾਰੀ ਜਦੋਂ ਘਰੇ ਟੁਰੇ ਤਾਂ ਇੱਕ ਚਟਾਈ ਅਤੇ ਨਮਕ ਦੀ ਖਿੱਟੀ ਸਿਰ ਲੈ ਟੁਰੇ ਸਨ। ਚਾਕਰਾਂ ਨੇ ਬਹੁਤ ਆਖਿਆ ਸੀ ਕਿ ਉਹ ਪਹੁੰਚਾਏ ਆਉਂਦੇ ਹਨ, ਪਰ ਆਪ ਜੀ ਹੁਣ ਸੇਵਕੀ ਭਾਵ ਨਾਲ ਟੁਰੇ ਆ ਰਹੇ ਸਨ। ਕਰਤਾਰਪੁਰ ਪੁੱਜਦਿਆਂ ਪਹਿਲਾਂ ਧਰਮਸ਼ਾਲਾ ਹੀ ਗਏ। ਉੱਥੇ ਚਟਾਈ ਰੱਖੀ, ਲੂਣ ਦੀ ਸਿਲ ਰੱਖਣ ਜਦ ਘਰ ਪੁੱਜੇ ਤਾਂ ਮਾਤਾ ਸੁਲੱਖਣੀ ਜੀ ਨੇ ਦੱਸਿਆ ਕਿ ਗੁਰੂ ਜੀ ਅਜੇ ਖੇਤਾਂ ਵਿੱਚੋਂ ਹੀ ਨਹੀਂ ਮੁੜੇ। ਲੂਣ ਉੱਥੇ ਰੱਖ ਆਪ ਜੀ ਖੇਤਾਂ ਨੂੰ ਗਏ। ਖੇਤਾਂ ਵਿੱਚ ਜਾ ਡਿੱਠਾ ਕਿ ਗੁਰੂ ਨਾਨਕ ਜੀ ਖੇਤੀ ਵਿੱਚੋਂ ਨਦੀਨ ਪੁੱਟ ਬਾਹਰ ਸੁੱਟ ਰਹੇ ਹਨ। ਆਪ ਨੇ ਸੁਭਾਵਕ ਹੀ ਉਹ ਹੀ ਕਾਰ ਕਰਨੀ ਆਰੰਭ ਦਿੱਤੀ ਜੋ ਗੁਰੂ ਨਾਨਕ ਦੇਵ ਜੀ ਕਰ ਰਹੇ ਸਨ। ਖੇਤੀ ਕਦੇ ਕੀਤੀ ਨਹੀਂ ਸੀ। ਬੂਟੇ ਅਤੇ ਨਦੀਨ ਦਾ ਅੰਤਰ ਪਤਾ ਨਹੀਂ ਸੀ। ਬੂਟੇ ਵੀ ਨਾਲ ਪੁੱਟੇ ਜਾਣ। ਗੁਰੂ ਨਾਨਕ ਦੇਵ ਜੀ ਨੇ ਹੱਥੋਂ ਰੋਕਿਆ ਅਤੇ ਮੁਸਕਰਾਏ ਅਤੇ ਕਿਹਾ, ਤੁਸਾਂ ਪੁੱਟਣੇ ਨਹੀਂ ਲਗਾਉਣੇ ਹਨ।
जद होर कोई कार भाई लैणा जी ने पुछी तां गुरु जी ने नदीन दी एक पंड बन के घर लै जाके पशुआं नूं पाउण दा आदेश दिता। भाई लैणा जी ने उसे समय एक पंड बद्धी। चोंदे चिक्कड़ वाली नदीन एक पंड सिर ते चा लई। अपने बहुमूल्य पोशाक वल ना तक्या। सारा जामा ही चिक्कड़ हो गया। आप जी ने सारी पंड घर पहुंचा पशुआं अगे पा दिती। माता सुलखणी जी ने चिक्कड़ नाल भरिया कीमती जामा देख गुरु नानक जी नूं जो पिछे टुरे आउंदे सन आख ही दिता कि यह तुसां की कीता। यह भला जिहा मनुख है, कदे भार चुक्या नहीं लगदा। कपड़े भी बहुमूल्य पाए हुए सन, तुसां ने पंड चुकवा के चिक्कड़ नाल ही भर दिते हन। माता सुलखणी दी गल सुण के दीन दुनी दे पातशाह ने कहा, सुलखणीए ये कोई चिक्कड़ नहीं है ते ना ही पंड है, यह तां दीन दुनी दा छतर है जो इन्ना सिर झुलाया है। यह चिक्कड़ दे छिट्टे नहीं, केसर दे छिट्टे हन जो इस दे जामे ते मारे हन। जरा गौ नाल देख, उपरों उपरों ना तक। गुरु नानक जी दे बचन सुन के भाई लैणा जी ने सिੱਖੀ तत्त दी पहले दिन ही सोझी पा लई। ਉਹ समझ गए कि यह गुरियाई कोई ऐश जां दिखावे दी चीज़ नहीं, यह तां पंड है जो गुरु नानक जी ने चक्की हुई है। लोकी लिबड़े हुए हैं, पशु समान जीवन बतीत कर रहे हैं। इन्हां विच ही रह के इन्हां दा जीवन बदलाउणा है। किरत दी इस घर उचियाई है ਅਤੇ ਕਿਰਤ ਕਰਦਿਆਂ ਸੇਵਾ ਨਿਭਾਉਂਦਿਆਂ ਜੋ ਹੱਥ ਮੈਲੇ ਹੁੰਦੇ ਹਨ, ਜੋ ਬਸਤਰ ਚਿੱਕੜ ਨਾਲ ਭਰ ਜਾਂਦੇ ਹਨ, ਉਹ ਕੇਸਰ ਸਮਾਨ ਹਨ। ਕਿਰਤ ਕਰਦਿਆਂ ਹੀ ਦੇਹੀ ਸੂਚੀ ਹੁੰਦੀ ਹੈ। ਸੇਵਾ ਕਰਦਿਆਂ ਅੰਤਰ ਆਤਮੇ ਪ੍ਰੇਮ ਜਾਗਦਾ ਹੈ। ਕੋਈ ਕਿਰਤ, ਕੋਈ ਕਾਜ, ਕੋਈ ਕੰਮ ਨੀਵਾਂ ਨਹੀਂ। ਜਦ ਦਸ਼ਮੇਸ਼ ਪਿਤਾ ਨੇ ਇੱਕ ਕੂਲੇ ਹੱਥਾਂ ਵਾਲੇ ਕੋਲੋਂ, ਜਿਸਨੇ ਕਦੇ ਸੇਵਾ ਕਰ ਹੱਥ ਸੁੱਚੇ ਨਹੀਂ ਸਨ ਕੀਤੇ, जल पीण तो इनकार किया सी, तां उस वेले भी यही ही फरमाया सी, सुन सीखा गुरमते सार, सत संगत की सेव उदार। ज्यों मुर्दे के अंग अपावण, सुख च्यों सब नह करन सुहावण। जिवें कोई मुर्दे नूं छूहना नहीं चाहुंदा, इसे तरह वो मुर्दा है जिस दे हथ पैर परोपकार लई नहीं हिले। अपना घर दा ते होर सब ख्याल छड्ड के एक मन चित हो सेवा विच ही लग पए। इस सेवा सदका निमरता दा रूप हो गए। सिमरन अते सतनाम दे जाप सदका यकीन ते शरधा परपक्क हो गई। ਗਿਆਨੀ ਗਿਆਨ ਸਿੰਘ ਦੇ ਸ਼ਬਦਾਂ ਵਿੱਚ ਪ੍ਰਤੀਤ ਪ੍ਰੀਤ ਨੀਤ ਬਡਤ ਬਿਨਤ ਗੁਰਸੇਵਾ ਸਤਨਾਮ ਸੈ। ਇਸ ਤਰ੍ਹਾਂ ਸਮਝੋ ਜਿਵੇਂ ਕੋਈ ਕੰਗਾਲ ਪਾਰਸ ਨੂੰ, ਰੋਗੀ ਦਾਰੂ ਨੂੰ, ਘਾਹ ਬਰਖਾ ਨੂੰ, ਜੋਗੀ ਇਕਾਂਤ ਨੂੰ, ਕਵੀ ਚੰਗੇ ਸ਼ਬਦਾਂ ਨੂੰ, ਬਾਲਕ ਮਿੱਠੇ ਨੂੰ, ਕਮਲ ਸੂਰਜ ਦੀਆਂ ਕਿਰਨਾਂ ਨੂੰ, ਗੂੰਗਾ ਬੋਲਾਂ ਨੂੰ, ਜਿਵੇਂ ਹੰਸ ਮਾਨ ਸਰੋਵਰ ਨੂੰ, ਕਾਮਨਾ ਵਾਲੇ ਕਲਪ ਬ੍ਰਿਸ਼ਾਂ ਨੂੰ, ਮੋਰ ਕਾਲੇ ਬੱਦਲਾਂ ਨੂੰ, ਸੂਰਮਾ ਜੰਗ ਨੂੰ, ਰਸਨਾ ਸਵਾਦ ਨੂੰ, ਬੁੱਧੀ ਯਾਦ ਸ਼ਕਤੀ ਅਤੇ ਚਰਚਾ ਨੂੰ। ਤਿਵੇਂ ਹੀ ਭਾਈ ਲਹਿਣਾ ਜੀ ਸਭ ਖਿਆਲ ਛੱਡ ਚਿੱਤ ਦੇ ਉਤਸ਼ਾਹ ਅਤੇ ਪ੍ਰੀਤੀ ਨਾਲ ਗੁਰੂ ਨਾਨਕ ਜੀ ਦੀ ਸੇਵਾ ਵਿੱਚ ਜੁਟ ਗਏ। ਜਰਾ ਆਪਾਂ ਨਹੀਂ ਜਣਾਉਂਦੇ ਅਤੇ ਸਦਾ ਆਗਿਆ ਵਿੱਚ ਰਹਿੰਦੇ ਹਨ। ਜਰਾ ਨਾ ਆਪ ਜਣਾਵ ਹੀ ਆਗਿਆ ਮਹਿ ਰਿਹਾਏ। ਉਹਨਾਂ ਦੀ ਸਹਾਰਨ ਸ਼ਕਤੀ ਅਪਾਰ ਹੋ ਗਈ। ਕੋਈ ਕੁਝ ਕਹੇ, ਆਪ ਕਦੇ ਮੋੜਵਾਂ ਚੁਭੂਆਂ ਉਤਰ ਨਹੀਂ ਸਨ ਦਿੰਦੇ। ਗੁਰਪੁੱਤਰਾਂ ਨੇ ਕਿਹੜੀ ਗੱਲ ਸੀ ਜੋ ਨਹੀਂ ਸੀ ਆਖੀ। ਲੋਕਾਂ ਨੇ ਕਿਹੜਾ ਮਿਹਣਾ ਤਾਨਾ ਸੀ ਜੋ ਨਹੀਂ ਸੀ ਮਾਰਿਆ। ਆਪ ਜੀ ਤਾਂ ਬਸ ਸੇਵਾ ਕਰਨ, ਸ਼ਬਦ ਸੁਣਨ, ਸਾਖੀ ਕਰਨ ਵਿੱਚ ਹੀ ਜੁਟੇ ਰਹਿੰਦੇ। ਸੇਵਾ ਕਰਦਿਆਂ, ਬਾਣੀ ਪੜ੍ਹਦਿਆਂ, ਸੁਣਦਿਆਂ, ਗੁਰ ਗੁਣ ਜਾਣਦਿਆਂ ਪਰਮ ਪ੍ਰੇਮ ਜਾਗ ਪਿਆ। ਇੱਕ ਦਿਨ ਸੇਵਾ ਕਰਦਿਆਂ ਹੀ ਡਿਠੋ ਨੇ ਕਿ ਗੁਰੂ ਨਾਨਕ ਦੇਵ ਜੀ ਬਿਰਾਜੇ ਹੋਏ ਵੀ ਖੱਬਾ ਪੈਰ ਬਾਰ-ਬਾਰ ਝਟਕ ਰਹੇ ਹਨ। ਪਹਿਲਾਂ ਤਾਂ ਨਾ ਬੋਲਿਆ, ਪਰ ਜਦ ਰੋਜ਼ ਐਸਾ ਕਰਦੇ ਡਿੱਠਾ ਤਾਂ ਫਿਰ ਇੱਕ ਨਿਰਾਲੀ ਝਲਕ ਦੇਖੀ। ਜਿਵੇਂ ਲਾਟਾਂ ਵਾਲੀ ਨੂੰ ਇਹਨਾਂ ਦੇ ਦਰ ਤੇ ਝਾੜੂ ਦਿੰਦੇ ਦੇਖਿਆ ਸੀ, ਹੁਣ ਡਿੱਠਾ ਕਿ ਸਭ ਦੇਵੀ ਦੇਵਤੇ ਚਰਨ ਬੰਦਨਾ ਕਰਨਾ ਲੋਚਦੇ ਹਨ, ਪਰ ਗੁਰੂ ਜੀ ਪੈਰਾਂ ਨਾਲ ਝਟਕ ਦਿੰਦੇ ਹਨ ਅਤੇ ਦੇਵੀ ਦੇਵਤਿਆਂ ਜੋਹਾਰੀਆਂ ਕਰਦੇ ਨਮਸਕਾਰ ਕਰ ਮੁੜ ਜਾਂਦੇ ਹਨ। ਗੁਰੂ ਨਾਨਕ ਸੂਰਿਓਂਦੇ ਨੇ ਟੂਕ ਦਿੰਦੇ ਲਿਖਿਆ ਹੈ,
ਸੁਰ ਪੱਗ ਦਵੇ ਬੰਧਨ ਕਰੇ, ਪੁੰਨ ਸਦਨ ਸਿਧਾਰੇ। ਨਿਸ਼ਚਾ ਤਾਂ ਪਹਿਲੇ ਦਿਨੋਂ ਹੀ ਹੋ ਗਿਆ ਸੀ, ਹੁਣ ਸਭ ਧਿਆਨ ਵੀ ਰੁਕ ਗਏ। ਗੁਰੂ ਨਾਨਕ ਦੇਵ ਜੀ ਦੇਖ ਰਹੇ ਸਨ ਕਿ ਭਾਈ ਲਹਿਣਾ ਜੀ ਉਹਨਾਂ ਦੇ ਦਰਸ਼ਨਾਂ ਨੂੰ ਹੀ ਮੁੱਖ ਸਮਝਦੇ ਹਨ। ਹਰ ਸਮੇਂ ਲੋਚਦੇ ਹਨ ਕਿ ਦਰਸ਼ਨਾਂ ਤੋਂ ਵਾਂਝਿਆ ਨਾ ਰਹਾਂ। ਰਾਤ ਵੀ ਪਾਸ ਚਟਾਈ ਵਿਛਾ ਕੇ ਲੇਟਦੇ ਹਨ। ਨਾ ਸੌਣ ਹੈ ਨਾ ਆਰਾਮ। ਇਹ ਦਰਸਾਉਣ ਲਈ ਕਿ ਉਹਨਾਂ ਦੇ ਸਰੀਰ ਨਾਲ ਨਹੀਂ ਬਾਣੀ ਨਾਲ ਪਿਆਰ ਪਾਉਣ ਦੀ ਲੋੜ ਹੈ। ਗੁਰੂ ਨਾਨਕ ਦੇਵ ਜੀ ਨੇ ਕੌਤਕ ਰਚਾਇਆ। ਇਹ ਅੰਦਾਜ਼ਾ ਹੀ ਲਗਾਇਆ ਜਾ ਸਕਦਾ ਹੈ ਕਿ ਗੁਰੂ ਨਾਨਕ ਦੇਵ ਜੀ ਨੂੰ ਭਾਈ ਲਹਿਣਾ ਜੀ ਨੂੰ ਆਪਣਾ ਅੰਗ ਬਣਾਉਣ ਲਈ ਕਿਤਨਾ ਕੁ ਯਤਨ ਕਰਨਾ ਪਿਆ ਹੋਵੇਗਾ। ਜਦ ਹੁਕਮ ਦੀ ਮਹਿਮਾ ਸਮਝ ਆ ਗਈ ਤਾਂ ਭਾਈ ਲਹਿਣਾ ਜੀ ਨੇ ਕਮਾਲ ਕਰ ਦਿਖਾਇਆ। ਇਹ ਠੜਕਾਉਣ ਅਤੇ ਜਾਂ ਸੁਸੋਧ ਤਾਂ ਲਹਿਣਾ ਟਿਕਿਆਉਣ ਦੇ ਸ਼ਬਦ ਇਸੇ ਲਈ ਗ੍ਰੰਥ ਸਾਹਿਬ ਵਿੱਚ ਵਰਤੇ ਹਨ। ਅੰਗ ਬਣਨਾ ਕੋਈ ਆਸਾਨ ਖੇਡ ਨਹੀਂ। ਹੋਇਆ ਇਸ ਤਰ੍ਹਾਂ ਕਿ ਇੱਕ ਦਿਨ ਦੁਪਹਿਰ ਵੇਲੇ ਹੀ ਭਾਈ ਲਹਿਣਾ ਜੀ ਨੇ ਡਿੱਠਾ ਕਿ ਗੁਰੂ ਨਾਨਕ ਦੇਵ ਜੀ ਦੇ ਜਾਮੇ ਵਿੱਚ ਝਰੀਟਾਂ ਪੈ ਰਹੀਆਂ ਹਨ, ਖੁਣੀਆਂ ਲੱਗ ਰਹੀਆਂ ਹਨ ਅਤੇ ਚਰਨਾਂ ਵਿੱਚੋਂ ਲਹੂ ਸਿਮ ਰਿਹਾ ਹੈ। ਆਪ ਜੀ ਇਹ ਕੌਤਕ ਦੇਖ ਅਚਰਜ ਹੋਏ। ਜਦ ਗੁਰੂ ਨਾਨਕ ਦੇਵ ਜੀ ਆਰਾਮ ਕਰਕੇ ਉੱਠੇ ਤਾਂ ਭਾਈ ਲਹਿਣਾ ਜੀ ਨੇ ਜਾਮੇ ਦੇ ਫਟਣ ਅਤੇ ਸਰੀਰ ਤੇ ਝਰੀਟਾਂ ਆਪ ਮੁਹਾਰੇ ਪੈਣ ਦਾ ਕਾਰਨ ਪੁੱਛਿਆ। ਗੁਰੂ ਨਾਨਕ ਦੇਵ ਜੀ ਨੇ ਦੱਸਿਆ ਕਿ ਇੱਕ ਅਯਾਲੀ ਨਾਲ ਨਾਲ ਸੋਹਿਲੇ ਦਾ ਪਾਠ ਕਰ ਰਿਹਾ ਸੀ ਅਤੇ ਨਾਲ ਹੀ ਆਪਣੀਆਂ ਬੱਕਰੀਆਂ ਚਾਰ ਰਿਹਾ ਸੀ। ਬੱਕਰੀਆਂ ਨੂੰ ਚਾਰਦੇ ਉਸ ਨੂੰ ਕਦੇ ਝਾੜੀਆਂ ਵਿੱਚੋਂ ਲੰਘਣਾ ਪੈ ਰਿਹਾ ਸੀ ਅਤੇ ਕਦੇ ਰੋੜਾਂ ਕੰਕਰਾਂ ਤੇ ਟੁਰਨਾ। ਉਹ ਧਿਆਨ ਨਾਲ ਬਾਣੀ ਪੜ੍ਹ ਰਿਹਾ ਸੀ ਕਿ ਉਸ ਨੂੰ ਆਪਣੇ ਤਨ ਬਦਨ ਦੀ ਸੁੱਧ ਨਹੀਂ ਸੀ ਰਹੀ। ਉਸ ਦਾ ਧਿਆਨ ਨਾ ਟੁੱਟੇ, ਉਹ ਕੰਡੇ ਅਤੇ ਕੰਕਰ ਮੈਂ ਆਪਣੇ ਸਰੀਰ ਤੇ ਸਹਾਰ ਲਏ। ਜੋ ਵੀ ਬਾਣੀ ਖਾਸ ਕਰਕੇ ਸੋਹਿਲਾ ਚਿੱਤ ਲਗਾ ਕੇ ਪੜ੍ਹਦਾ ਹੈ, ਮੈਂ ਉਸ ਪਾਸ ਹੀ ਹੁੰਦਾ ਹਾਂ। ਭਾਈ ਲਹਿਣਾ ਜੀ ਤੇ ਪ੍ਰਗਟ ਹੋ ਗਿਆ ਕਿ ਗੁਰੂ ਨਾਨਕ ਨਿਰਾ ਪੂਰਾ ਸਰੀਰ ਨਹੀਂ, ਇਹ ਬਾਣੀ ਰੂਪ ਨੂਰ ਹਨ। ਇਹ ਕੌਤਕ ਅਤੇ ਬਖਸ਼ਿਸ਼ਾਂ ਹੁੰਦੀਆਂ ਦੇਖ ਭਾਈ ਲਹਿਣਾ ਜੀ ਮਨ ਅਤੇ ਤਨ ਦੋਵਾਂ ਦੀ ਸੇਵਾ ਵਿੱਚ ਜੁਟ ਗਏ। ਮਨ ਕਰਕੇ ਬਾਣੀ ਪੜ੍ਹਦੇ, ਮਨ ਪ੍ਰੇਮ ਦੇ ਉਮਾਂ ਵਿੱਚ ਸਦਾ ਜਾਗਿਆ ਰਹਿੰਦਾ। ਰੰਗਤ ਚੜ੍ਹ ਗਈ ਅਤੇ ਚਿੱਤ ਸੁਣ ਕੇ ਅਤੇ ਗਾ ਕੇ ਟਿਕਿਆ ਰਹੇ। ਐਸੇ ਉਤਸ਼ਾਹ ਅਤੇ ਉਮਾਂ ਵਿੱਚ ਬਾਣੀ ਪੜ੍ਹਦੇ ਕਿ ਲਿਵ ਹੀ ਲੱਗ ਗਈ। ਸਰੀਰ ਰਾਹੀਂ ਸੇਵਾ ਕਰਦੇ, ਜਗ ਦੀ ਕਿਸੇ ਗੱਲ ਵੱਲ ਧਿਆਨ ਨਾ ਦਿੰਦੇ। ਇਸ ਤਰ੍ਹਾਂ ਸਰੀਰ ਰਾਹੀਂ ਅਟੁੱਟ ਅਤੇ ਨਿਸ਼ਕਾਮ ਸੇਵਾ ਕਰਕੇ ਮਨ ਨਾਲ ਉੱਚੇ ਭਾਵਾਂ ਅਤੇ ਲਿਵ ਵਿੱਚ ਉਮੰਗ ਅਤੇ ਸਦਾ ਉਤਸ਼ਾਹਿਤ ਰਹਿ ਕੇ ਭਾਈ ਲਹਿਣਾ ਜੀ ਦਾ ਸਿੱਖੀ ਚਮਨ ਦਿਨੋਂ ਦਿਨ ਖਿੜ ਰਿਹਾ ਸੀ। ਨਾਮ ਲਿਵ ਹੋ ਗਿਆ। ਰਸ ਮਗਨਤ ਪੈਦਾ ਕਰਦਾ ਰਹਿੰਦਾ। ਉਚਿਆਣ ਅਤੇ ਠੰਡ ਸਦਾ ਰੰਗ ਲਾਈ ਰੱਖਦੇ ਅਤੇ ਪ੍ਰੇਮ ਰਸ ਉਛਾਲੇ ਮਾਰਦਾ ਰਹਿੰਦਾ। ਜਦ ਗੁਰੂ ਨਾਨਕ ਦੇਵ ਜੀ ਰਾਵੀ ਤੇ ਇਸ਼ਨਾਨ ਕਰਨ ਜਾਂਦੇ ਤਾਂ ਭਾਈ ਲਹਿਣਾ ਜੀ ਵੀ ਨਾਲ ਹੀ ਹੁੰਦੇ। ਹੋਰ ਸਿੱਖ ਵੀ ਹੁੰਦੇ। ਇੱਕ ਵਾਰੀ ਗੁਰੂ ਨਾਨਕ ਦੇਵ ਜੀ ਇਸ਼ਨਾਨ ਪਏ ਕਰਦੇ ਸਨ ਕਿ ਮੀਂਹ ਪੈਣ ਲੱਗ ਪਿਆ। ਫਿਰ ਗੜੇ ਪੈਣ ਲੱਗ ਪਏ। ਹੋਰ ਤਾਂ ਹੋਰ ਸਭ ਦਰਖਤਾਂ ਦੇ ਓਹਲੇ ਜਾਂ ਛਪਰੀਆਂ ਹੇਠ ਜਾ ਲੁਕੇ, ਪਰ ਭਾਈ ਲਹਿਣਾ ਜੀ ਇੱਕ ਟਿਕ ਗੁਰੂ ਜੀ ਵੱਲ ਦੇਖਦੇ ਹੀ ਰਹੇ। ਜਦ ਇਸ਼ਨਾਨ ਕਰ ਗੁਰੂ ਨਾਨਕ ਦੇਵ ਜੀ ਰਾਵੀ ਤੋਂ ਨਿਕਲੇ ਤਾਂ ਉਹਨਾਂ ਲਹਿਣਾ ਜੀ ਕੋਲੋਂ ਖੜੇ ਰਹਿਣ ਦਾ ਕਾਰਨ ਪੁੱਛਿਆ। ਭਾਈ ਲਹਿਣਾ ਜੀ ਨੇ ਕਿਹਾ, ਜੇ ਬੱਦਲ ਤੇ ਕੁਝ ਗੜੇ ਗੁਰੂ ਜੀ ਦੇ ਵੱਲੋਂ ਮੂੰਹ ਭਵਾ ਦੇਣ ਤਾਂ ਮਨ ਬਚ ਕਰਮ ਦੀ ਸੇਵਾ ਕਾਹਦੀ ਹੋਈ। ਗੁਰੂ ਜੀ ਸਾਡੇ ਲਈ ਪੂਰਨੇ ਪਾ ਰਹੇ ਸਨ ਕਿ ਕੈਸੀ ਔਂਕੜ ਜਾਂ ਔੜ ਵੇਲੇ ਵੀ ਗੁਰੂ ਵੱਲੋਂ ਮੂੰਹ ਨਹੀਂ ਮੋੜਨਾ। ਗੁਰੂ ਨਾਨਕ ਦੇਵ ਜੀ ਨੇ ਉੱਥੇ ਫਰਮਾਇਆ, ਜੋ ਮੇਰੇ ਪਰ ਸ਼ਰਧਾ ਧਰਿਹੀ ਮਨਕਰ ਸ਼ਬਦ ਕਮਾਵਣ ਕਹਿਰੀ। ਨਾਨਕ ਪੰਥੀ ਜਿਨ ਕੈ ਨਾਮ ਵਾਹਿਗੁਰੂ ਜਪ ਰਹਿਤ ਅਕਾਮ। ਜੋ ਜਮ ਕੈ ਨਹੀਂ ਦੇਖਣ ਪੈ ਹੈ, ਸੁਖ ਕੋ ਗਤ ਪ੍ਰਾਪਤ ਤਿਨ ਹੈ। ਬੂਟੇ ਸ਼ਾਹ ਨੇ ਇਸੇ ਪ੍ਰਸੰਗ ਵਿੱਚ ਲਿਖਿਆ ਹੈ ਕਿ ਇੱਕ ਵੇਰ ਕੜਕਦੀ ਧੁੱਪ ਪੈ ਰਹੀ ਸੀ। ਭਾਈ ਲਹਿਣਾ ਜੀ ਨੇ ਕੱਪੜੇ ਨਾਲ ਛਾਂ ਕੀਤੀ। ਕੋਲ ਬੈਠੇ ਧੁੱਪ ਨਾ ਸਹਾਰ ਸਕੇ, ਦੂਰ ਹੋਏ ਗਏ। ਭਾਈ ਲਹਿਣਾ ਜੀ ਕੱਪੜਾ ਕਰ ਖੜੇ ਰਹੇ। ਗੁਰੂ ਜੀ ਨੇ ਅਸੀਸ ਦਿੱਤੀ। ਗੁਰੂ ਜੀ ਸਾਨੂੰ ਜਨਮਾਂਤਰਾਂ ਦੀਆਂ ਭੁੱਲਾਂ ਵਿੱਚੋਂ ਕੱਢਣ ਆਏ ਸਨ। ਗੁਰੂ ਜੀ ਦੇਖ ਰਹੇ ਸਨ ਕਿ ਜੇ ਕੋਈ ਜੰਗਲਾਂ ਨੂੰ ਜਾਂ ਤਪ ਸਾਧਦਾ ਹੈ ਅਤੇ ਜਦ ਉੱਥੋਂ ਕੁਝ ਇਕਾਗਰਤਾ ਲੈ ਮੁੜਦਾ ਹੈ ਤਾਂ ਉਹ ਸਾਰੀ ਐਸ਼ਵਰਜ ਲਈ ਹੀ ਵਰਤਦਾ ਹੈ।
ਕਿਰਤ ਹੀ ਹੱਥੋਂ ਗਵਾ ਬੈਠਦਾ ਹੈ। ਆਪ ਨੇ ਇਸ ਲਈ ਆਪ ਖੇਤੀ ਕੀਤੀ, ਘਰ ਉਸਾਰੇ, ਪਿੰਡ ਵਸਾਏ, ਮਕਾਨ ਬਣਾਏ, ਧਰਮਸ਼ਾਲਾਵਾਂ ਬਣਾਈਆਂ। ਸਿੱਖਾਂ ਨੂੰ ਕਿਰਤ ਦੀ ਜਾਂਚ ਦੱਸੀ। ਸਿੱਖ ਗਾਫਲ ਕਿਰਤੀ ਨਾ ਹੋ ਜਾਏ, ਅਭਿਮਾਨੀ ਕਿਰਤੀ ਨਾ ਬਣ ਜਾਏ, ਸਾਕਤ ਕਿਰਤੀ ਨਾ ਹੋ ਜਾਏ। ਕਿਰਤ ਕਰਦੇ ਨਾਮ ਹੀ ਨਾ ਵਿਸਾਰ ਦੇਵੇ। ਭਾਈ ਲਹਿਣਾ ਰਾਹੀਂ ਇੱਕ ਹੋਰ ਕੌਤਕ ਰਚਾਇਆ। ਪਰਚੀਆਂ ਸੇਵਾ ਦਾਸ ਮੁਤਾਬਿਕ ਸੰਗਤ ਇੱਕ ਦਿਨ ਬਹੁਤ ਆਣ ਪਹੁੰਚੀ ਅਤੇ ਸਮਾਂ ਲੰਗਰ ਕਾ ਆਏ ਹੋਇਆ। ਮਹਾਰਾਜ ਨੇ ਸੰਗਤ ਨੂੰ ਕਿਹਾ, ਕਿੱਕਰ ਉੱਪਰ ਚੜ੍ਹ ਕਰ ਕਿੱਕਰ ਕਉ ਚੌਹਾਟ ਅਤੇ ਪ੍ਰਸ਼ਾਦ ਪਾਏ ਲੇਵ ਹੋ। ਤਬ ਸੰਗਤ ਜਾਣਿਆ ਕਿ ਗੁਰੂ ਜੀ ਐਸੇ ਹੀ ਕਹਿ ਰਹੇ ਹਨ। ਕਈਆਂ ਹੋਰਨਾਂ ਨੂੰ ਵੀ ਆਗਿਆ ਹੋਈ, ਪਰ ਸਾਰੇ ਹੀ ਬਚਨ ਸੁਣ ਕੇ ਪਿਛਾਂਹ ਹਟ ਜਾਂਦੇ। ਜਦ ਭਾਈ ਲਹਿਣਾ ਜੀ ਕੋ ਹੁਕਮ ਹੋਇਆ ਕਿ ਜਾ ਕਿੱਕਰ ਝੂਣ ਕੇ ਸੰਗਤ ਕੋ ਪ੍ਰਸ਼ਾਦ ਖਵਾਲ ਛੱਡੋ। ਭਾਈ ਲਹਿਣਾ ਜੀ ਕਮਰ ਕੱਸਾ ਕਰਕੇ ਕਿੱਕਰ ਉੱਪਰ ਚੜ੍ਹ ਗਏ ਅਤੇ ਝੂਲਣ ਲੱਗੇ। ਮਨ ਪਸੰਦ ਸਭ ਨੇ ਪ੍ਰਸ਼ਾਦ ਪਾਇਆ। ਜਦ ਭਾਈ ਲਹਿਣਾ ਜੀ ਦਰਖਤ ਤੋਂ ਉਤਰੇ ਤਾਂ ਉਹਨਾਂ ਦੇ ਚਿਹਰੇ ਤੇ ਇਲਾਹੀ ਨੂਰ ਟਪਕ ਰਿਹਾ ਸੀ। ਗੁਰੂ ਜੀ ਨੇ ਭਾਈ ਲਹਿਣਾ ਰਾਹੀਂ ਜਗਤ ਨੂੰ ਦਰਸਾ ਦਿੱਤਾ ਸੀ ਕਿ ਰਿਜ਼ਕ ਹੋਰ ਕਿਸੇ ਹੱਥ ਨਹੀਂ, ਸਾਹਿਬ ਵਾਹਿਗੁਰੂ ਪਾਸ ਹੈ। ਫਿਰ ਇਹ ਵੀ ਦਰਸਾ ਦਿੱਤਾ ਕਿ ਕਿਤਨੇ ਹੋਣਗੇ ਜੋ ਜੰਗਲੀ ਫੁੱਲ ਫਲ ਖਾ ਦਿਨ ਕੱਟਦੇ ਹਨ। ਉਹ ਵੀ ਸਾਡੇ ਵਰਗੇ ਜੀਵ ਹਨ, ਉਹਨਾਂ ਨਾਲ ਪਿਆਰ ਕਰਨਾ ਵੀ ਸਾਡਾ ਫਰਜ਼ ਹੈ। ਇੱਕ ਵਾਰੀ ਕਹਿੰਦੇ ਹਨ ਕਿ ਭੇਟਾ ਅਤੇ ਹੋਰ ਅੰਨ ਬਸਤਰ ਦੇ ਅੰਬਾਰ ਲੱਗ ਗਏ। ਗੁਰੂ ਜੀ ਦੇਖ ਰਹੇ ਸਨ, ਦੇਣ ਵਾਲੇ ਆਪਣੇ ਆਪ ਨੂੰ ਦਾਤੇ ਜਾਣ ਹੰਕਾਰ ਵਿੱਚ ਹੋ ਰਹੇ ਹਨ। ਜਿਸ ਦੇਣ ਵਾਲੇ ਨੇ ਨਿਮਰਤਾ ਸਿਖਲਾਣੀ ਸੀ, ਉਹ ਹੰਕਾਰ ਰੂਪ ਹੋ ਕੇ ਵਾਪਰ ਰਹੀ ਹੈ। ਫਿਰ ਇੱਧਰ ਲੈਣ ਵਾਲਿਆਂ ਦੀ ਸੁਰਤ ਵੀ ਨੀਵੀਂ ਹੋ ਰਹੀ ਸੀ। ਆਪ ਜੀ ਨੇ ਹੁਕਮ ਦਿੱਤਾ ਕਿ ਸਾਰੀ ਭੇਟਾ ਅੰਨ ਬਸਤਰ ਸਮੇਤ ਜਲਾ ਦਿਓ। ਸਾਰੇ ਹੀ ਇਸ ਹੁਕਮ ਤੇ ਹੈਰਾਨ ਹੋ ਰਹੇ ਸਨ ਅਤੇ ਕੁਝ ਸੁਣੀ ਅਣਸੁਣੀ ਕਰਕੇ ਚਲੇ ਗਏ। ਪਰ ਭਾਈ ਲਹਿਣਾ ਜੀ ਨੇ ਹੁਕਮ ਸੁਣਦੇ ਹੀ ਸਭ ਮਾਲ ਸਬਾਬ ਨੂੰ ਅੱਗ ਲਾ ਦਿੱਤੀ। ਇਹ ਸਿੱਖਾਂ ਅਤੇ ਆਗੂਆਂ ਨੂੰ ਸਬਕ ਸੀ ਕਿ ਧਰਮਸ਼ਾਲ ਦੀ ਝਾਕ ਨਹੀਂ ਕਰਨੀ। ਦੇਣ ਵਾਲਿਆਂ ਨੂੰ ਚੇਤਾਵਨੀ ਸੀ ਕਿ ਸੁਰਤ ਵਿੱਚ ਹਿੰਮਤ ਦਾ ਨਹੀਂ ਖਾਣਾ। ਗੁਰੂ ਨਾਨਕ ਜੀ ਊਚ ਨੀਚ ਦਾ ਭੇਦ ਮਿਟਾਉਣ ਆਏ ਸਨ ਅਤੇ ਕਿਰਤ ਦੀ ਉਚਿਤਤਾ ਦਰਸਾਉਣ। ਭਾਈ ਲਹਿਣਾ ਜੀ ਵਿੱਚ ਜਦ ਬਾਣੀ ਦਾ ਨਿਵਾਸ ਹੋ ਗਿਆ ਤਾਂ ਨੂਰ ਮੁਖੜੇ ਤੇ ਚਮਕਣ ਲੱਗਾ ਤਾਂ ਇੱਕ ਪਰਚਾ ਪਾਇਆ। ਇਸ ਪਰਚੇ ਦਾ ਭਾਵ ਇਹ ਸੀ ਕਿ ਆਤਮਕ ਬਲ ਪਾ ਕੇ ਹੱਥੀਂ ਸੇਵਾ ਨਹੀਂ ਛੱਡਣੀ ਅਤੇ ਅਖੌਤੀ ਨੀਵਿਆਂ ਨਾਲ ਪਿਆਰ ਹੋਰ ਕਰਨਾ ਹੈ। ਇਸ ਸਬੰਧ ਵਿੱਚ ਸਾਡੇ ਸਾਖੀਕਾਰਾਂ ਕਈ ਸਾਖੀਆਂ ਲਿਖੀਆਂ ਹਨ। ਪਹਿਲੀ ਇਸ ਤਰ੍ਹਾਂ ਪ੍ਰਚਲਿਤ ਹੈ ਕਿ ਗੁਰੂ ਜੀ ਨੇ ਪੁੱਤਰਾਂ ਨੂੰ ਬਸਤਰ ਧੋ ਲੈ ਆਉਣ ਲਈ ਹੁਕਮ ਕੀਤਾ। ਉਹਨਾਂ ਧੋਬੀ ਆਵੇਗਾ ਅਤੇ ਧੋ ਸੁਕਾ ਲਿਆਵੇਗਾ ਦੀ ਗੱਲ ਕਹੀ ਅਤੇ ਜਬ ਲੈਣੇ ਪ੍ਰਾਪਤ ਸਤਿਗੁਰ ਭਾਖਾ ਤਬ ਹੀ ਉਠਿਓ ਲਹਿਣਾ ਵਡਭਾਗਾ, ਸਰ ਮਹਿ ਜਾ ਪਟ ਧੋਵਣ ਲੱਗਾ। ਭਾਈ ਲਹਿਣਾ ਜੀ ਧੋ ਸੁਕਾ ਠੱਪ ਸਭ ਬਸਤਰ ਲੈ ਆਏ। ਗੁਰੂ ਨਾਨਕ ਦੇਵ ਜੀ ਨੇ ਧੰਨ ਧੰਨ ਕਿਹਾ। ਵਰਾਂਡੇ ਵਿੱਚ ਮੋਈ ਹੋਈ ਚੂਹੀ ਦੇਖ ਕੇ ਗੁਰੂ ਨਾਨਕ ਦੇਵ ਜੀ ਨੇ ਹੁਕਮ ਕੀਤਾ ਕਿ ਇਸ ਨੂੰ ਬਾਹਰ ਸੁੱਟ ਦਿਓ। ਪੁੱਤਰਾਂ ਕਿਹਾ ਕਿ ਜਿਸ ਦਾ ਕਾਰਜ ਹੈ ਉਹ ਆ ਕੇ ਕਰ ਦੇਵੇਗਾ। ਭਾਈ ਲਹਿਣਾ ਜੀ ਵੱਲ ਦੇਖ ਕੇ ਦੁਨੀਆ ਦੇ ਮਾਲਕ ਨੇ ਕਿਹਾ, ਉੱਠ ਹੈ ਤੂੰ ਹੀ ਕਰਤਾਰ ਪਿਆਰੇ, ਮੁਖ ਕਚਾਏ ਵਹਿਰ ਦੇਹੁ ਡਾਰੇ। ਅਜੇ ਸ਼ਬਦ ਗੁਰੂ ਜੀ ਦੇ ਮੂੰਹ ਵਿੱਚ ਹੀ ਸਨ ਕਿ ਪਿਆਰੇ ਲਹਿਣਾ ਜੀ ਮੋਈ ਹੋਈ ਚੂਹੀ ਚੱਕ ਕੇ ਬਾਹਰ ਸੁੱਟ ਆਏ। ਮਾਤਾ ਸੁਲੱਖਣੀ ਜੀ ਰੋਜ਼ ਕਹਿੰਦੇ ਸਨ ਕਿ ਤੁਸੀਂ ਪੁੱਤਰਾਂ ਨੂੰ ਤਿੰਨਾ ਪਿਆਰ ਨਹੀਂ ਕਰਦੇ ਜਿਤਨਾ ਲਹਿਣੇ ਜੀ ਨੂੰ ਕਰਦੇ ਹੋ। ਸੂਰਜ ਪ੍ਰਕਾਸ਼ ਦਾ ਕਹਿਣਾ ਹੈ ਕਿ ਉਸੇ ਸਮੇਂ ਮਾਤਾ ਸੁਲੱਖਣੀ ਜੀ ਨੂੰ ਕਿਹਾ ਵੀ ਸੀ, ਹੇ ਮੂਲੇ ਦੀ ਪੁੱਤਰੀ, ਤੁਸੀਂ ਹੀ ਹੁਣ ਦੱਸੋ ਕਿ ਲਹਿਣਾ ਜੀ ਆਪਣੇ ਪੁੱਤਰ ਹਨ ਕਿ ਉਹ ਲక్ష్ਮੀ ਚੰਦ ਸ਼੍ਰੀ ਚੰਦ। ਮੂਲੇ ਸੁੱਤਾ ਭਿਖ ਹੈ ਮਨ ਗੁਨੀਏ, ਇਹ ਨਿਜ ਸੁੱਤ ਕਹਿ ਪਰ ਸੁੱਤ ਜਾਨੀਏ। ਸੰਸਾਰੀ ਰਿਸ਼ਤੇ ਗੁਰੂ ਦੇ ਪਿਆਰ ਵਿੱਚ ਹਾਇਲ ਨਹੀਂ ਹੁੰਦੇ। ਇੱਕ ਸਮੇਂ ਬਾਰਿਸ਼ ਬਹੁਤ ਹੋਈ। ਧਰਮਸ਼ਾਲਾ ਦੀ ਬਾਹਰਲੀ ਦੀਵਾਰ ਦੀਆਂ ਕੁਝ ਇੱਟਾਂ ਖਿਸਕਣ ਲੱਗੀਆਂ। ਮਹਾਰਾਜ ਨੇ ਕਿਰ ਰਹੀ ਕੰਧ ਨੂੰ ਉਸੇ ਸਮੇਂ ਲੇਪਣ ਕਰਨ ਦਾ ਹੁਕਮ ਦਿੱਤਾ। ਪੁੱਤਰਾਂ ਮਜ਼ਦੂਰੀ ਅਤੇ ਮਿਸਤਰੀ ਭਾਲ ਕੇ ਸਵੇਰੇ ਠੀਕ ਕਰਾਉਣ ਦੀ ਗੱਲ ਕਹੀ। ਭਾਈ ਲਹਿਣਾ ਜੀ ਉਸੇ ਸਮੇਂ ਹੀ ਚੱਲ ਪਏ। ਗੁਰੂ ਜੀ ਨੇ ਜਿੱਥੇ ਕਿਰਤ ਦੀ ਮਹਿਮਾ ਦਰਸਾਈ, ਉੱਥੇ ਇਹ ਵੀ ਪ੍ਰਗਟਾ ਦਿੱਤਾ ਕਿ ਧਰਮਸ਼ਾਲ ਗੁਰਦੁਆਰਾ ਦੀ ਸੰਭਾਲ ਅਤੇ ਸੇਵਾ ਸਭ ਤੋਂ ਮੁੱਖ ਰੱਖਣੀ ਹੈ ਅਤੇ ਢਿੱਲ ਨਹੀਂ ਕਰਨੀ। ਇੱਕ ਵਾਰੀ ਕਾਲੇ ਚਿੱਕੜ ਦੇ ਚੁਬੱਚੇ ਵਿੱਚ ਕਟੋਰਾ ਡਿੱਗ ਪਿਆ। ਇਹ ਅਜਿਹਾ ਚੁਬੱਚਾ ਸੀ ਜਿਸ ਵਿੱਚ ਸਾਰੇ ਪਿੰਡ ਦੀ ਮੈਲ ਆ ਇਕੱਠੀ ਹੁੰਦੀ ਸੀ। ਗੁਰੂ ਨਾਨਕ ਜੀ ਨੇ ਵੱਡੇ ਪੁੱਤਰ ਨੂੰ
कटोरा कढ लैण लई कहा। उन्हां कहा, तुसीं कटोरे दी फिकर ना करो, कटोरा सहज स्यों काढ लेविएगा। छड्डण नहीं लगे। जद लक्ष्मी चंद वल वेख कटोरा कढ लियाउण लई आख्या तां लक्ष्मी चंद ने कहा, भली भांत किस स्यों काढिए लवांगे। जद गुरु नानक देव जी ने भाई लैणे वल डिठा तां भाई लैणा जी हुक्म पांदे ही चुबच्चे विच कुद पए। उन्हां दे बस्तर मुख अखियां सब शरीर चिक्कड़ नाल भर गया। कटोरी मांज साफ गुरु जी दे चरनां ते आ रखी। कन्हैया लाल दा कहना है कि यह केसर दी कटोरी विच केसर पा छिड़कना सी अते गुरगद्दी दी जिम्मेवारी देनी सी। उस नूं पहिलां धोण मांजण अते स्वच्छ करन दी लोड़ सी। 3 वरे बीत गए सन। लैणा जी नूं घर खडूर गया। ਉਹ ਸਿੱਖ ਹੋ ਕੇ ਸਿੱਖੀ ਦੀ ਕਰਨੀ ਦ੍ਰਿੜਾ ਰਹੇ ਸਨ। ਖਸਮ ਪਾਸ ਕਬੂਲ ਹੋ ਰਹੇ ਸਨ। ਗੁਰੂ ਨਾਨਕ ਦੇਵ ਜੀ ਰਾਜ ਦਾ ਧਨੀ ਹੋਣ ਲਈ ਸਿੱਖਾਂ ਵਾਲੀ ਕਿਰਤ ਨਿਭਾ ਰਹੇ ਸਨ। ਘਾਲਾਂ ਅਤੇ ਟਹਿਲਾਂ ਕੀਤੀਆਂ। ਸਿੱਖੀ ਭਾਵਨਾ ਵਿੱਚ ਗੁਰਸੇਵਿਆਂ ਸਾਨੂੰ ਜਾਂਚ ਸਿਖਾਈ ਕਿ ਸਤਿਗੁਰ ਇਸ ਤਰ੍ਹਾਂ ਸੇਵੀਦਾ ਹੈ ਅਤੇ ਸੱਚ ਇਸ ਤਰ੍ਹਾਂ ਪਾਈਦਾ ਹੈ। ਤੂੰ ਲੈਣਾ ਅਤੇ ਅਸਾਂ ਦੇਣਾ ਤਾਂ ਹੁਕਮ ਪਹਿਲੀ ਵਾਰੀ ਹੀ ਹੋ ਗਿਆ ਸੀ। ਸਾਡੇ ਰਾਜ ਦਾ ਧਨੀ ਆ ਰਿਹਾ ਹੈ, ਗੁਰੂ ਨਾਨਕ ਜੀ ਨੇ ਪਹਿਲੀ ਮਿਲਣੀ ਵੇਲੇ ਹੀ ਕਹਿ ਦਿੱਤਾ ਸੀ। ਗੁਰੂ ਨਾਨਕ ਦੇਵ ਜੀ ਨੇ ਹੁਕਮ ਕੀਤਾ ਕਿ ਹੁਣ ਪਿੰਡ ਹੋ ਆਓ, ਘਰ ਪਰਿਵਾਰ ਅਤੇ ਕਾਰੋਬਾਰ ਅਤੇ ਬੱਚੇ ਦੇਖ ਆਓ। ਆਪ ਜੀ ਗੁਰੂ ਚਰਨਾਂ ਨਾਲੋਂ ਵਿਛੜਨਾ ਤਾਂ ਨਹੀਂ ਚਾਹੁੰਦੇ ਸਨ, ਪਰ ਆਗਿਆ ਮਨ ਖਡੂਰ ਆਏ। ਪਿੰਡ ਪਰਤਿਆਂ ਅਜੇ ਕੁਝ ਦਿਨ ਹੀ ਹੋਏ ਸਨ ਕਿ ਤੜਪ ਦਰਸ਼ਨਾਂ ਦੀ ਲੱਗ ਗਈ। ਘਰ ਵਿੱਚ ਜਾਣ ਤਾਂ ਉਸੇ ਸਮੇਂ ਬਾਹਰ ਵਿਹੜੇ ਵਿੱਚ ਨਿਕਲ ਪੈਣ। ਵਿਹੜੇ ਵਿੱਚ ਪੁੱਜਣ ਤਾਂ ਫਿਰ ਦਿਲ ਨਾ ਲੱਗੇ। ਮਨ ਨੂੰ ਬੜਾ ਸਮਝਾਉਣ ਪਰ ਚੈਨ ਨਾ ਆਵੇ। ਅਵਸਥਾ ਚੰਨ ਚਕੋਰ ਵਾਲੀ ਹੋ ਗਈ। ਬਹੁਤ ਸੋਹਣਾ ਦ੍ਰਿਸ਼ ਖਿੱਚਿਆ ਹੈ ਭਾਈ ਸੰਤੋਖ ਸਿੰਘ ਜੀ ਨੇ। ਆਪ ਨੇ ਲਿਖਿਆ ਹੈ ਕਿ ਰਤਾ ਵੀ ਦਿਲ ਪਿੰਡ ਨਾ ਲੱਗਾ। ਸਰੀਰ ਜ਼ਰੂਰ ਪਿੰਡ ਆਇਆ ਸੀ ਪਰ ਚਿੱਤ ਕਰਤਾਰਪੁਰੇ ਹੀ ਸੀ। ਕਬ ਇੱਕ ਛਿਨ ਚਿਤ परचत नाही, कब आंगन कब बाहर जाही। गुरपद पंकज टिगमन छोरा, तन आयो सो घर की ओरा। किसे नूं कुछ कहिंदे नहीं सन, चुपचाप ही दिसदे सन। बस थोड़े दिन ही रहे, फिर करतारपुर चल पे। करतारपुर आके पहले वाली ही कार संभाल ली। निमर भाव विच सदा विचरदे सन। मिठत गरीबी अते सहनशीलता तां अगे ही है सी, हुण अजर जरन दी शक्ति भी आ गई। प्रेम अपार सी अते हाउ दा मुकम्मल अभाव सी। रूहानी उंज मत्थे ते चमकदा सी। अमृतमई हो गए सन। हुक्मी बंदे सन अते आग्याकारी जी। एक वारी गुरु नानक देव जी ने सबना पास बैठिया नूं पुछया कि उस समय रात है जां दिन। सब ने कहा सच्चे पातशाह दिन चढ़िया होया है। पर लैणा जी ने कहा सच्चे पातशाह यह दिन रात तेरे ही बनाए हुए हैं। जे तू रात चाहुंदा है तां रात हो जाती है, जे तू दिन चाहुंदा है तां दिन। एक समय आप जी ने अपनी तली ते पैसा रख सब सामने मुट्ठी बंद कर लई अते पुत्र बाबा श्री चंद नूं पुछया कि बेटा मुट्ठी विच की है, तां उन्हां कहा एक पैसा है। इस तरह का जवाब बाबा लक्ष्मी चंद ने दिता। भाई लैणा कोलों पुछया तां उन्हां कहा मेरी शक्ति नहीं कि दस सकां कि तुहाडी मुट्ठी विच की है। जे रहमत करूं दसां कि आप जी दी मुट्ठी विच की है। आप दी मुट्ठी विच 9 निधां 18 सिद्धां, इत्थे उत्थे दा राज अते दरगाहां दी कुंजी। पुत्र गुरु नानक देव जी नूं पिता रूप ही देख रहे सन। उन्हां दी नज़र पैसे तो अगे ही नहीं सी जा रही। गुरु नानक देव जी नूं परमेश्वर रूप केवल भाई लैणा जी ने ही डिठा। बाबा बुढ़ा जी भी भावें कई सालों तो ह्यूमे तज सेवा कर रहे सन, पर परख की परीक्षा विच कांप खा गए। महिमा प्रकाश अते परचियां सेवा दास वालियां विच एक अजिही साखी लिखी है जो दर्शा रही है कि ह्यूमे का अभाव केवल भाई लैणा जी का ही होया सी। ठीक रहेगा जे महिमा प्रकाश वार्तक दे ही इन बिन शब्द इत्थे दे दिते जान। एक समय बाबे जी ने रात को बुढ़े सो पूछया बुढ़िया रात कितनी रहिंदी है। तां बुढ़े आख्या मेहरवान सवा पहर रात है। तां बाबे नानक आख्या तैनूं क्यों कर मालूम होया। बुढ़े आख्या असां जट हाँ, तारे देख के मालूम करदे हाँ। फिर बाबा जी ने अंगद जी नूं पुछया पुरखा रात कितनी है। तां आख्यो सू
ਮਿਹਰਬਾਨੀ ਤੇਰੀ ਰਾਤ ਤੇਰਾ ਦਿਨ, ਤੂੰ ਸਭ ਕੁਛ ਜਾਣਦਾ ਹੈ। ਅਸਾਂ ਰਾਤ ਦਿਨ ਪ੍ਰਯੋਜਨ ਨਹੀਂ। ਤਬ ਬਾਬਾ ਜੀ ਬਹੁਤ ਪ੍ਰਸੰਨ ਹੋਏ। ਅੰਦਰ ਜੋ ਇਹ ਹਉ ਦੀ ਜੜ ਹੈ, ਕਿਧਰੇ ਨਾ ਕਿਧਰੇ ਖੁੱਭੀ ਰਹਿੰਦੀ ਹੈ। ਗੁਰੂ ਦਾ ਅੰਗ ਤਾਂ ਉਹ ਹੀ ਬਣ ਸਕੇਗਾ ਜਿਸ ਵਿੱਚੋਂ ਇਸ ਦਾ ਪੂਰਨ ਅਭਾਵ ਹੋ ਜਾਏ। ਸੇਵਾਦਾਸ ਦੇ ਸ਼ਬਦਾਂ ਵਿੱਚ ਗੁਰੂ ਅੰਗਦ ਜੀ ਨੇ ਕਿਹਾ ਸੀ, ਸੱਚੇ ਪਾਤਸ਼ਾਹ, ਜੇਤੀ ਰਾਤ ਤੈਂ ਬਿਤਾ ਹੈ ਤੇਤੀ ਗਈ ਹੈ, ਤੂੰ ਜਾਣ ਪ੍ਰਵੀਨ ਹੈ। ਸਭਨਾਂ ਤੇ ਇਹ ਗੱਲ ਚੰਗੀ ਤਰ੍ਹਾਂ ਸਪਸ਼ਟ ਹੋ ਗਈ ਕਿ ਗੁਰੂ ਨਾਨਕ ਸੱਚਾ ਨਿਆਂ ਕਰਨ ਵਾਲਾ ਪਾਤਸ਼ਾਹ ਹੈ। ਪੁੱਤਰਾਂ ਨੂੰ ਪੁੱਤਰ ਹੋਣ ਕਾਰਨ ਕੋਈ ਉਚੇਚਾ ਆਦਰ ਨਹੀਂ ਦਿੰਦੇ। ਇਹ ਮੋਹ ਦੀ ਨਦੀ ਉਹਨਾਂ ਦਾ ਰਾਹ ਨਹੀਂ ਰੋਕ ਸਕਦੀ। ਧਾਨਕ ਰੂਪ ਧਾਰਨਾ ਆਖਰੀ ਪਰਖ ਸੀ, ਪਰ ਬਹੁਤ ਕਰੜੀ। ਸਿੱਖ ਉਹ ਹੀ ਹੈ ਜੋ ਹਰ ਸੂਰਤ ਗੁਰੂ ਨਾਲ ਪਿਆਰ ਕਰੇ, ਜੋ ਕਦੇ ਕੁੱਤਕ ਵੀ ਪੈਣ ਤਾਂ ਉਹਨਾਂ ਨੂੰ ਮਿੱਠਾ ਕਰ ਜਾਣੇ। ਹੋਰ ਜਿਸ ਨੇ ਗੁਰਗੱਦੀ ਦੀ ਜ਼ਿੰਮੇਵਾਰੀ ਸੰਭਾਲਣੀ ਹੈ, ਉਸ ਵਿੱਚ ਮੁਰਦਾ ਰੂਹਾਂ ਵਿੱਚ ਜੀਵਨ ਭਰਨ ਦੀ ਸ਼ਕਤੀ ਵੀ ਹੋਵੇ ਅਤੇ ਨਿਰਾ ਸਰੀਰਾਂ ਨਾਲ ਹੀ ਬੱਝਾ ਨਾ ਰਵੇ। ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਹੀ ਧਾਨਕ ਰੂਪ ਧਾਰ ਲਿਆ। ਹੱਥ ਕੁੱਤਕ, ਪਿੱਛੇ ਕੁੱਤੇ ਅਤੇ ਗੋਦੜੀ ਵਿੱਚ ਪੈਸੇ, ਮੋਤੀ, ਰੁਪਏ, ਹੀਰੇ ਪਾ ਲਏ। ਧਰਮਸ਼ਾਲ ਤੋਂ ਹੀ ਐਸਾ ਰੂਪ ਧਾਰ ਸ਼ਮਸ਼ਾਨਾਂ ਵੱਲ ਚੱਲ ਪਏ। 20,000 ਮਨੁੱਖਾਂ ਦੀ ਧੂਮ ਧਾਮ ਹੋ ਗਈ। ਇਤਨੀ ਭੀੜ ਮਗਰ ਆਂਦੀ ਦੇਖ ਆਪ ਜੀ ਨੇ ਪੈਸਿਆਂ ਦੀ ਸੋਟ ਕੀਤੀ। ਲੋਕੀ ਪੈਸੇ ਚੁੱਕਣ ਲੱਗ ਪਏ। ਫਿਰ ਰੁਪਏ ਸੁੱਟੇ, ਮੋਤੀ ਗਿਰਾਏ ਅਤੇ ਹੀਰੇ ਫੈਂਕੇ। ਲੋਕੀ ਇਹ ਚੁੱਕਣ ਵਿੱਚ ਜੁਟ ਗਏ। ਪਿੱਛੇ ਮੁੜ ਕੇ ਡਿੱਠਾ ਤਾਂ ਅਜੇ ਵੀ ਕੁਝ ਲੋਕੀ ਆ ਰਹੇ ਸਨ। ਆਪ ਜੀ ਨੇ ਕੁੱਤੇ ਛੱਡ ਦਿੱਤੇ। ਕੁੱਤਿਆਂ ਨੇ ਪਕੜ ਪਛਾੜਨਾ ਸ਼ੁਰੂ ਕਰ ਦਿੱਤਾ। ਸਭ ਨੱਸ ਗਏ। ਸਾਡੇ ਇਤਿਹਾਸ ਮੁਤਾਬਿਕ 3 ਰਹਿ ਗਏ ਸਨ। ਆਪ ਜੀ ਨੇ ਜ਼ੋਰ ਦਾ ਕੁੱਤਕ ਬਾਬਾ ਜੀ ਦੇ ਸਿਰ ਮਾਰਿਆ। ਉਹ ਉੱਥੇ ਹੀ ਸਿਰ ਪਕੜ ਬੈਠ ਗਏ। ਦੁਨੀ ਚੰਦ ਜੀ ਦਰਖਤ ਦੇ ਓਲੇ ਹੋ ਗਏ। ਜਦ ਇੱਕ ਭਾਈ ਲਹਿਣਾ ਜੀ ਰਹਿ ਗਏ ਤਾਂ ਆਪ ਜੀ ਨੇ ਕਿਹਾ, ਸਭ ਚਲੇ ਗਏ, ਤੂੰ ਕਿਉਂ ਨਹੀਂ ਜਾਂਦਾ? ਤਾਂ ਭਾਈ ਲਹਿਣਾ ਜੀ ਨੇ ਕਿਹਾ, ਹਰ ਕਿਸੇ ਦਾ ਕੋਈ ਨਾ ਕੋਈ ਟਿਕਾਣਾ ਹੋਵੇਗਾ, ਪਰ ਮੇਰੇ ਸਾਹਿਬਾਂ, ਮੇਰਾ ਤੁਹਾਡੇ ਬਗੈਰ ਕੋਈ ਨਹੀਂ। ਗੁਰੂ ਨਾਨਕ ਵੀ ਤਬ ਬੋਲ ਉੱਠਾ, ਲਹਿਣਾ, ਤੁਹਾਡੇ ਬਗੈਰ ਮੇਰਾ ਵੀ ਹੁਣ ਕੋਈ ਟਿਕਾਣਾ ਨਹੀਂ। ਮੈਂ ਵੀ ਜੋਤ ਟਿਕਾਉਣ ਲਈ ਟਿਕਾਣਾ ਪਿਆ ਭਾਲਦਾ ਸਾਂ, ਅੱਜ ਮਿਲਿਆ ਹੈ। ਇਹ ਬਚਨ ਆਖ ਫਰਮਾਇਆ ਕਿ ਉਹ ਪਿਆ ਮੁਰਦਾ ਖਾ। ਆਪ ਜੀ ਨੇ ਕਿਹਾ ਕਿ ਕਿਸ ਪਾਸੋਂ ਖਾਵਾਂ? ਹੁਕਮ ਹੋਇਆ ਕਿ ਪਾਵੇ ਸਿਰ ਖਾਵੋ। ਗੁਰੂ ਜੀ ਪ੍ਰਗਟਾ ਰਹੇ ਸਨ ਕਿ ਬਗੈਰ ਨਿਮਰਤਾ ਦੇ ਇਹ ਖਾਕੀ ਸਰੀਰ ਦਾ ਧਿਆਨ ਮਿਟ ਹੀ ਨਹੀਂ ਸਕਦਾ। ਲਿਖਿਆ ਵੀ ਹੈ, ਜਦ ਚਰਨਾਂ ਨੂੰ ਮੂੰਹ ਲਾਇਆ ਤਾਂ ਬੜੀ ਮਿਠਾਸ ਲੱਗੀ। ਮਿੱਠਤ ਹੈ ਹੀ ਨੀਵਾਂ ਰਹਿਣਾ, ਚਰਨਾਂ ਤੇ ਢਹਿਣਾ। ਮਿੱਠਤ ਨੀਵੀਂ ਨਾਨਕਾ ਦਾ ਇਹੀ ਹੀ ਭਾਵ ਹੈ। ਪੁਰਾਤਨ ਜਨਮ ਸਾਖੀ ਦੇ ਸ਼ਬਦਾਂ ਵਿੱਚ, ਜਾਂ ਗੁਰੂ ਅੰਗਦ ਚਾਦਰ ਉਠਾਵੇ ਤਾਂ ਗੁਰੂ ਨਾਨਕ ਸੁੱਤਾ ਪਿਆ ਹੈ। ਇਹ ਕੌਤਕ ਦੇਖ ਭਾਈ ਲਹਿਣਾ ਜੀ ਨੇ ਆਖਿਆ, ਸਾਹਮਣੇ ਵੀ ਨਾਨਕ, ਇਹ ਵੀ ਨਾਨਕ, ਨਾਨਕ ਕਿੱਥੇ ਹੈ? ਤਾਂ ਉਸ ਵੇਲੇ ਕਮਾਲ ਦੇ ਬਚਨ ਕੀਤੇ ਦੀਨ ਦੁਨੀ ਦੇ ਪਾਤਸ਼ਾਹ ਗੁਰੂ ਨਾਨਕ ਨੇ ਕਿ ਨਾਨਕ ਨਾ ਮੜੀ ਨਾ ਗੌਰ, ਨਾਨਕ ਅੰਗਦ ਕੇ ਹੀਏ में, मैं तू मैं एक भय, जो तुम हम कौ पे न जानेगा, सो गुर ते ਵਿਛੜਿਆ ਰਹੇਗਾ। ਸੂਰਜ ਪ੍ਰਕਾਸ਼ ਦੇ ਸ਼ਬਦਾਂ ਵਿੱਚ, ਸੁਣੋ ਇੱਕੇ ਧਰਮ ਪ੍ਰਸ਼ੀਦੇ ਦਿਆਲਾ, ਦੇਖੀ ਕਰਨਾ ਦ੍ਰਿਸ਼ਟੀ ਵਿਸ਼ਾਲਾ, ਕਹਿਓ ਜੋ ਮੇਰੇ ਅਹਿ ਸਰੂਪਾ, ਸੋ ਤੁਮ ਹੈਮ ਹੈ ਪਰਮ ਅਨੂਪਾ। ਇਹ ਨਿਮਰਤਾ ਨੂੰ ਹੀ ਫਲ ਲੱਗਾ ਹੈ। ਗੁਰੂ ਨਾਨਕ ਦੇਵ ਜੀ ਨੇ ਗੁਰਗੱਦੀ ਦੀ ਜ਼ਿੰਮੇਵਾਰੀ ਬਖਸ਼ੀ ਹੈ। ਮਹਿਮਾ ਪ੍ਰਕਾਸ਼ ਅਨੁਸਾਰ ਉਸ ਸਮੇਂ ਕਿਹਾ, ਮੇਰਾ ਗੁਰੂ ਤੂੰ, ਮੈਂ ਤੇਰਾ ਗੁਰੂ, ਮੇਰੇ ਮਨ ਮੇ ਤੂੰ ਬਸੈ, ਮੈਂ ਸਦਾ ਹਿਰਦੇ ਤੋਹੇ, ਅਭੇਦ ਭਗਤੀ ਮੇਰੀ ਕਰੀ, ਮੈਂ ਮਨ ਤਮਾਰਾ ਢੋ, ਅਤੇ ਅਬ ਤੂੰ ਮੇਰੇ ਅੰਗ ਤੇ ਭਇਆ, ਤੁਮ ਲੈਣਾ ਮੈਂ ਦੇਣ ਦਿਆ। सेवादास ਦੇ ਸ਼ਬਦਾਂ ਵਿੱਚ, ਆਪ ਹੋਤੇ ਗੁਰਾਈ ਕੇ ਤਖਤ ਉੱਪਰ ਬਿਠਾਇਆ। ਆਪੂ ਗੁਰੂ ਨਾਨਕ ਜੀ ਨੇ ਸਿਰ ਨਿਵਾਇਆ, ਮੱਥਾ ਟੇਕਿਆ। ਇਸੇ ਨੂੰ ਬਲਵੰਡ ਜੀ ਨੇ ਉਲਟੀ ਗੰਗਾ ਵਹਾਉਣਾ ਕਿਹਾ ਸੀ। ਇਹ ਕਹਿਣਾ ਅਤੇ ਕਿਸੇ ਦਾ ਲਿਖਣਾ ਜਰਾ ਵੀ ਨਹੀਂ ਜੱਚਦਾ।
ਕਿ ਮੱਥਾ ਟੇਕਣ ਕਾਰਨ ਅੰਗੂਠੇ ਤੇ ਜ਼ਖਮ ਹੋ ਗਿਆ। ਇਹ ਮਨ ਘੜਤ ਗੱਲਾਂ ਪਿੱਛੋਂ ਦੋਖੀਆਂ ਨੇ ਪਾਈਆਂ ਸਨ। ਇਹ ਅਨੋਖੀ ਅਚਰਜ ਖੇਡ ਗੁਰਚੇਲੇ ਰਹਿਰਾਸ ਕੀਤੀ ਅਤੇ ਆਪੇ ਗੁਰਚੇਲੇ ਦਾ ਸਿਧਾਂਤ ਕੋਈ ਜਾਣ ਸਮਝ ਹੀ ਨਾ ਸਕਿਆ। ਇੱਥੇ ਕੋਈ ਸਰੀਰਾਂ ਦੀਆਂ ਬਾਤਾਂ ਨਹੀਂ ਸਨ ਹੋ ਰਹੀਆਂ, ਰੂਹਾਂ ਦੇ ਮਿਲਾਪ ਸਨ। ਆਪ ਮੱਥਾ ਟੇਕਣ ਉਪਰੰਤ ਆਪ ਜੀ ਨੇ ਬਾਬਾ ਬੁੱਢਾ ਜੀ ਨੂੰ ਸਿੰਘਾਸਨ ਤੇ ਬਿਠਾਉਣ ਲਈ ਕਿਹਾ। ਪੋਥੀ ਤੇ ਕਮਰ ਕੱਸਾ ਬਖਸ਼ਿਆ। ਪਾਰ ਬ੍ਰਹਮ ਦਾ ਪੰਥ ਕਰਨ ਦਾ ਹੁਕਮ ਦਿੱਤਾ। ਸਭ ਨੂੰ ਮੱਥਾ ਟੇਕਣ ਦਾ ਹੁਕਮ ਦਿੱਤਾ। ਬਾਬਾ ਬੁੱਢਾ ਜੀ ਅਤੇ ਹੋਰ ਸੰਗਤਾਂ ਨੇ ਮੱਥਾ ਟੇਕਿਆ, ਪਰ ਪੁੱਤਰਾਂ ਨੇ ਸਾਫ਼ ਇਨਕਾਰ ਕਰ ਦਿੱਤਾ। ਇਹ ਆਖਿਆ, ਹਮ ਗੁਰ ਨਾਨਕ ਤਿੰਨੇ ਕਹਾਵੇ, ਅਗਰ ਦਾਸ ਕਸ ਸੀਸ ਨਿਵਾਵੇ। ਬੰਸਾਵਲੀ ਨਾਮੇ ਦਾ ਕਹਿਣਾ ਹੈ ਕਿ ਉਹ ਚੋਗਾ ਗੋਦੜੀ ਜੋ ਉਸ ਦਿਨ ਪਾਈ ਹੋਈ ਸੀ, ਗੁਰੂ ਅੰਗਦ ਨੂੰ ਪਹਿਨਾ ਦਿੱਤੀ ਅਤੇ ਜਗਤ ਗੁਰ ਲੈਣਾ ਅੰਗਦ ਠਹਿਰਾਇਆ। ਨਾ ਵੀ ਅੰਗਦ ਹੋਇਆ। ਗੁਰ ਅੰਕ ਸਮਾ ਗਏ ਸਨ। ਉਹਨਾਂ ਦੇ ਅੰਗ ਹੀ ਸਨ ਅਤੇ ਕੋਈ ਅੰਤਰ ਨਹੀਂ ਸੀ ਰਿਹਾ। ਸੋ ਨਾਮ ਗੁਰ ਅੰਗਦ ਹੋਇਆ। ਸਭ ਪਾਸੇ ਇਹੀ ਹੀ ਚਰਚਾ ਹੋਈ ਕਿ ਪੁੱਤਰ ਪੋਤਰੇ ਬੈਠੇ ਰਹੇ, ਸੇਵਕ ਲੈ ਗਿਆ। ਬਾਬਾ ਸ਼੍ਰੀ ਚੰਦ ਨੇ ਜ਼ਿਆਦਾ ਰੋਸ ਮਨਾਇਆ। ਉਹਨਾਂ ਇਹ ਜਾਤਾ ਕਿ ਸਭ ਕੁਝ ਉਸ ਗੋਦੜੀ ਵਿੱਚ ਹੈ ਅਤੇ ਉਹਨਾਂ ਗੋਦੜੀ ਚੋਗਾ ਉਤਾਰਨ ਲਈ ਕਿਹਾ। ਗੁਰੂ ਅੰਗਦ ਦੇਵ ਜੀ ਨੇ ਉਹ ਚੋਗਾ ਉਤਾਰ ਦਿੱਤਾ। ਬਾਬਾ ਸ਼੍ਰੀ ਚੰਦ ਨੇ ਲਖਮੀ ਚੰਦ ਦੇ ਪੁੱਤਰ ਧਰਮ ਚੰਦ ਨੂੰ ਪਹਿਨਣ ਲਈ ਕਿਹਾ, ਪਰ ਉਠਾ ਹੀ ਨਾ ਸਕੇ। ਲక్ష్ਮੀ ਚੰਦ ਨੇ ਵੀ ਕੋਸ਼ਿਸ਼ ਕੀਤੀ, ਪਰ ਉਹ ਵੀ ਨਾ ਪਹਿਨ ਸਕੇ। ਗੁਰੂ ਨਾਨਕ ਜੀ ਨੇ ਸਭ ਨੂੰ ਕਿਹਾ ਕਿ ਗੁਰਗੱਦੀ ਦੀ ਜ਼ਿੰਮੇਵਾਰੀ ਪਰਮੇਸ਼ਰ ਵੱਲੋਂ ਹੁੰਦੀ ਹੈ ਅਤੇ ਇਹ ਸੇਵਕ ਨੂੰ ਤਾਰਨ ਦਾ ਹੁਕਮ ਹੈ ਅਤੇ ਸੇਵਕ ਗੁਰੂ ਅੰਗਦ ਹੀ ਡਿੱਠਾ ਹੈ ਅਤੇ ਹੋਰ ਸਗਲੇ ਵਿਹਾਰੀ ਹਨ। ਸੇਵਾ ਦਾਸ ਦਾ ਲਿਖਣਾ ਹੈ ਕਿ ਜਦ ਸਰਬ ਪ੍ਰਕਾਰ ਦੀਆਂ ਆਗਿਆ ਗੁਰੂ ਅੰਗਦ ਜੀ ਨੇ ਮੰਨੀ ਤਾਂ ਗੁਰੂ ਨਾਨਕ ਜੀ ਨੇ ਕਿਰਪਾ ਦੀ ਦ੍ਰਿਸ਼ਟੀ ਉਹਨਾਂ ਤੇ ਕੀਤੀ ਅਤੇ ਕਿਹਾ, ਜੋ ਪੁਰਖਾ ਬਾਜੀ ਜਿਨ ਲੀਤੀ ਹੋਈ, ਤੁਝੇ ਵਧਾਈ ਹੋਏ। ਬਹੁਤ ਮਿੱਠੇ ਬਚਨ ਕਹੇ। ਫਿਰ ਉੱਠੇ ਕਰ ਗਲ ਕੰਠ ਲਾਇਆ ਤੇ ਕਿਹਾ, ਕਾਰਜ ਮੇਰਾ ਸੰਪੂਰਨ ਕਰ ਛੋੜਿਆ। ਇਹ ਤੁਕ ਫਿਰ ਪੜੀ ਸੀ। ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਗੁਰੂ ਬਿਲਾਸ ਪਾਤਸ਼ਾਹੀ 6ਵੀਂ ਵਿੱਚ ਲਿਖਿਆ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਭਾਈ ਲਹਿਣਾ ਨੂੰ ਗਲਵੱਕੜੀ ਵਿੱਚ ਘੁੱਟ ਲਿਆ। ਫਰਮਾਇਆ, ਨਾ ਤੁਹਾਡਾ ਅੰਗਦ ਹੋਇਆ। 5 ਪੈਸੇ ਅਤੇ ਨਲੇਰ ਰੱਖ ਮੱਥਾ ਟੇਕਿਆ ਤੇ ਕਿਹਾ, ਅੰਮ੍ਰਿਤ ਵੇਲਾ ਕਦੇ ਨਾ ਖੰਝਾਉਣਾ। ਇਸ਼ਨਾਨ ਕਰਕੇ ਨਾਮ ਵਿੱਚ ਲੀਨ ਹੋ ਜਾਣਾ। ਆਪਾ ਕਦੇ ਨਾ ਜਨਾਉਣਾ। ਸਦਾ ਨਿਮਰ ਭਾਵ ਵਿੱਚ ਵਿਚਰਨਾ। ਜਗਤ ਨੂੰ ਮਿਥਿਆ ਕਰ ਜਾਣਨਾ ਅਤੇ ਪ੍ਰਭ ਪ੍ਰੀਤੀ ਵਿੱਚ ਤੋਟ ਨਾ ਆਉਣ ਦੇਣੀ। ਪੁੰਜ ਭਰ ਅੰਗ ਲਗਾਇਓ, ਅੰਗਦ ਨਾਮ ਧਰਾਏ। ਪੈਸੇ 5 ਨਲੇਰ ਧਰ, ਬੰਧਨ ਰੀਤ ਕਰਾਏ। ਗੁਰ ਅੰਗਦ ਮੁਖ ਸੋ ਕਹਾ, ਕਹੋ ਰੀਤ ਨਿਰਾਧਾਰ। ਸਵਾ ਜਾਮ ਨਿਜ ਜਾਗਣ, ਮਜਨ ਨਾਮ ਉਚਾਰ। ਨਿਜ ਕੋ ਨਾਹੇ ਜਨਾਵਣਾ, ਮਨ ਨੀਵਾ ਸਦ ਹੋਏ। ਜਗ ਮਿਥਿਆ ਭਗਵੰਤ ਪਦ, ਪ੍ਰੀਤ ਸੇਵ ਰਚ ਜੋਏ। ਮੁਨਸ਼ੀ ਸੋਹਣ ਲਾਲ ਨੇ ਇਸੇ ਸਿਲਸਿਲੇ ਵਿੱਚ ਲਿਖਿਆ ਸੀ ਕਿ ਪੁੱਤਰਾਂ ਦੇ ਭਾਗਾਂ ਵਿੱਚ ਹਕੀਕੀ ਰਾਹ ਅਤੇ ਆਤਮਿਕ ਖਜ਼ਾਨੇ ਦੀ ਨਿਆਮਤ ਲਿਖੀ ਨਹੀਂ ਸੀ। ਭਾਈ ਲਹਿਣਾ ਜੀ ਗੁਰੂ ਨਾਨਕ ਦੇਵ ਜੀ ਦੇ ਸੱਚੇ ਸੁੱਚੇ ਖੁਸ਼ ਨਸੀਬ, ਸ਼ੁਭ ਇੱਛਕ ਅਤੇ ਆਦ ਸੇਵਕ ਅਤੇ ਪੱਕੇ ਰਾਜਦਾਰ ਬਣੇ। ਮੁਹਾਸਿਨ ਫਾਨੀ ਦੇ ਲਿਖੇ ਸ਼ਬਦ ਵੀ ਦੁਹਰਾਏ ਜਾਣੇ ਠੀਕ ਰਹਿਣਗੇ ਕਿ ਸਿੱਖਾਂ ਦਾ ਵਿਸ਼ਵਾਸ ਹੈ ਕਿ ਗੁਰੂ ਨਾਨਕ ਦੇਵ ਜੀ ਕੇਵਲ ਨੂਰ ਹੀ ਸਨ। ਉਹਨਾਂ ਜਦ ਆਪਣੇ ਸਰੀਰ ਰੂਪੀ ਚੋਲੇ ਨੂੰ ਤਿਆਗਿਆ ਤਾਂ ਆਪਣੇ ਖਾਸ ਸੇਵਕ ਗੁਰੂ ਅੰਗਦ ਜੀ ਵਿੱਚ ਪ੍ਰਵੇਸ਼ ਕਰ ਗਏ। ਇਸੇ ਲਈ ਗੁਰੂ ਅੰਗਦ ਸਕਾਰ ਨਾਨਕ ਹਨ। ਭਾਈ ਗੁਰਦਾਸ ਜੀ ਨੇ ਅੰਗ ਹੈ ਅੰਗ ਹੋਣ ਤੇ ਗੰਗਾ ਦੀ ਲਹਿਰ ਵਿੱਚੋਂ ਫਿਰ ਗੰਗਾ ਹੋਣ ਦਾ ਪ੍ਰਮਾਣ 24ਵੀਂ ਵਾਰ ਦੀ 5ਵੀਂ ਪੌੜੀ ਵਿੱਚ ਦਿੱਤਾ ਹੈ। ਇੱਥੇ ਇਹ ਲਿਖਣਾ ਵੀ ਕੁਥਾਂ ਨਹੀਂ ਹੋਵੇਗਾ ਕਿ ਗੁਰਗੱਦੀ ਸੌਂਪਣ ਦੀ ਜੋ ਮਰਿਆਦਾ ਗੁਰੂ ਨਾਨਕ ਜੀ ਨੇ ਬੰਨੀ, ਉਸ ਵਿੱਚ ਸੇਲੀ ਜਾਂ ਟੋਪੀ ਨੂੰ ਕੋਈ ਥਾਂ ਨਹੀਂ ਸੀ। ਇਹ ਉਦਾਸੀ ਮੱਤ ਦੀਆਂ ਆਰੰਭ ਦੀਆਂ ਰੀਤਾਂ ਸਨ, ਜਿਨ੍ਹਾਂ ਨੂੰ ਕਾਹਲੀ ਨਾਲ ਕਿਸੇ ਗੁਰੂ ਘਰ ਨਾਲ ਜੋੜ ਦਿੱਤਾ। ਸਪਸ਼ਟ ਗਵਾਹੀਆਂ ਹਨ ਕਿ ਪ੍ਰਸੰਨ ਹੋ ਕਰ ਬਾਣੀ ਦਾ ਖਜ਼ਾਨਾ ਗੁਰੂ ਅੰਗਦ ਦੇ ਹਵਾਲੇ ਕੀਤਾ। ਪੁਰਾਤਨ ਜਨਮ ਸਾਖੀ ਦੇ ਸ਼ਬਦ ਹਨ, ਤਿਤ ਮਹਿਲ ਜੋ ਸ਼ਬਦ ਹੋਆ
ਜੋ ਬਾਣੀ ਗੁਰੂ ਅੰਗਦ ਜੋਗ ਮਿਲੀ। ਜਨਮ ਪੱਤਰੀ ਸ਼ੰਭੂਨਾਥ ਵਿੱਚ ਵੀ ਲਿਖਿਆ ਹੈ ਕਿ 2 ਵਸਤਾਂ ਹੀ ਗੁਰੂ ਅੰਗਦ ਦੇਵ ਜੀ ਨੂੰ ਬਖਸ਼ੀਆਂ, ਆਪਣੀ ਅਜ਼ਮਤ ਅਤੇ ਸ਼ਬਦ ਦੀ ਸੁਰਤ। ਮਿਹਰਬਾਨ ਜੀ ਨੇ ਆਪਣੀ ਜਨਮ ਸਾਖੀ ਵਿੱਚ ਵਧੇਰੇ ਸਾਫ਼ ਲਿਖਿਆ ਹੈ, ਤਬ ਗੁਰੂ ਅੰਗਦ ਕੋ शब्द की थापना दे के सम्मत 1596 अस्सू सूदी 10वीं को आप सचखंड सिधारे। भाई नंद लाल जी ने अर्जुन अल्फाज विच गुरु नानक देव जी का केवल शब्द ही आधार लिखिया है अते यह ही कार गुरु अंगद जी नूं बख्शी। भाई नंद लाल जी लिखते हैं कि गुरु नानक जी ने केवल शब्द ही वरत्या ते अपना जीवन भी शब्द विच ढालिया। गुरु नानक जी का कहना सी कि सब कुछ शब्द विच है, सब कुछ उन्हां शब्द विच ही रूपवान कर दिता। जिन्ना शब्द पा लिया गुरु नानक जी उस तो वार नहीं जाते हैं। गुरु ग्रंथ साहिब की गवाही की गुरु अंगद देव जी शब्द खजाना बख्शियो दे हुंदियां होर किसे दा कुछ कहना जां लिखना व्यर्थ है। जगत ने सिर्फ इंग्लैंड का सन 1688 का शानदार इनकलाब सुनिया है, जो इस करके तां शानदार है कि पीढ़ी बदले अते खून खराबे बगैर तख्त दे बादशाह बदल गए, पर इस गल्लों शानदार नहीं कि खून दे रिश्ते दी कोई थान नहीं सी रही, सिर्फ विरासत दा कानून बदलिया सी। विलियम अते मेरी जो तख्त ते बैठे उन्हां विच मेरी जेम्स पहले दी ही धी सी। भाई लैणा जी दा तां गुरु नानक जी नाल दूर दा भी रिश्ता नहीं सी, केवल एक भाव भगती दा रिश्ता सी। गुरु घर वड़ियाई किसी रिश्ते कारण नहीं जां संबंध कारण नहीं सी दिती जांदी, यह मर्यादा ही बन दिती। जरा गौर नाल तक्को तां यह शानदार इनकलाब हर गुरु पातशाह वेले हुंदा दिसेगा। पहली गद्दी सेवक नूं, फिर कुड़म नूं, फिर दमाद नूं, फिर छोटे पुत्तर नूं, वड्डे लड़का छड्ड के फिर पोतरे नूं, पुत्तर दे हुंदियां फिर छोटे साहिबजादे नूं अते निराली खेड़ दादे नूं। भाई गुरदास जी ने इस शानदार इनकलाब की व्याख्या भी सोहने ढंग नाल कीती है। उन्हां दा कहना है कि किसी पक्षों वेखो कि यह निराली चाल सी, नवीं बात सी, जुग पलटाऊ चलन अते शानदार इनकलाब सी। पहली गल ही देखो, दुनियावी पातशाह जो हुंदे हन ओह जींदे जी किसी नूं पातशाही नहीं दिंदे, इत्थे थापिया लैणे जीवदे अते जे कोई जिउंदे दिंदा तां भी अपने पुत्तर नूं ही दिंदा अते फिर मर जांदा। पुत्तर पहला काम यह करदा है कि सब फौजां नूं हुक्म दे के अपनी ताबेदारी मनाउंदा है, अपने नां दी दोही फेरदा है, ढंडोरे फिराउंदा है। बाकी सारे जहान कोलों जो उसदे अधीन हन मसीत विच जाके प्रण लैंदा है कि उस नूं ही हुण बादशाह मन्नणगे। उसदे नाम दा खुतबा पढ़िया जांदा है, बाप दा नहीं। लोकी यह प्रण काजी मुल्ला सामने लैंदे हन। टकसाल नूं भी यह हुक्म मिल जाता है कि सिक्का उसदे नाम दा ढालिया जाए, पिता दे नाम दे चलदे सिक्के मोड़ ले जाण, वापस ले जाण। फिर खजाने ते अपना कब्जा करके अपनी ही मोहर लगाउंदा है। पर गुरु नानक बाबे दे घर चाल निराली है, खेड़ अचरज है। इत्थे ना राह बदलदा है, ना मंजिल, ना रीत बदलदी है, ना रिवाज, ना खुतबा बदलदा है, ना सिक्का, ना कोई वखरा होका दिता जाता है, ना वखरा ज्ञान। ओहो ही मोहर, ओहो ही आवाज़, ओहो ही इको अकाल पुरख दे नाम दी दोही, इको टकसाल साध संगत, इको खुतबा, इको नाम नानक दा, इको तख्त गुरियाई दी जिम्मेवारी वाला अते इको मोहर सच्चे नाम दी जो दरगाह विच चलनी है। होर झूठियां पातशाहियां दे अनेका झगड़े, लखां संसे, करोड़ां बखेड़े, पर इस पातशाही हेठ जो भी आया, जिसने सिर झुकाया, दीदार कीते, उसनूं सुख दा फल मिलिया। आर्चर ने अपनी पुस्तक विच इस गल दी खास तौर ते चर्चा कीती है कि गुरु नानक जे इक्को नहीं तां बहुत ही उगे हन, जिन्हां अपना जानशीन अपनी हयाती ही थापण दा पक्का इंतजाम कीता। उन्हां अपने जानशीन दे जिम्मे यह कारज सौंपिया कि वह पावन असूलों की संभाल ते रखिया करदे होए प्रचारे। फिर गुरु ने चेले दी रहरास करके होर इनकलाब लिया दिता। देखण नूं गुरु नानक जहां तो चलिया गया, पर असल विच वह अपनी जोत भाई लैणा विच टिका
ਗੁਰੂ ਅੰਗਦ ਬਣਾ ਜਿੰਦਾ ਹੋ ਗਏ, ਨਾਨਕ ਸਲਾਮਤ ਥੀਮ ਦੇ। ਗੋਕਲ ਚੰਦ ਨਰੰਗ ਦੇ ਇਹ ਸ਼ਬਦ ਵੀ ਸਦਾ ਚੇਤੇ ਰੱਖਣ ਵਾਲੇ ਹਨ ਕਿ ਜਿਸ ਤੇਗ ਨੇ ਖਾਲਸੇ ਦੀ ਸ਼ਾਨ ਫੈਲਾਈ, ਇਹ ਜ਼ਰੂਰ ਹੈ ਕਿ ਉਸ ਨੂੰ ਤਿਆਰ ਗੁਰੂ ਗੋਬਿੰਦ ਸਿੰਘ ਜੀ ਨੇ ਕੀਤਾ ਸੀ, ਪਰ ਫੌਲਾਦ ਗੁਰੂ ਨਾਨਕ ਦੇਵ ਜੀ ਮਹਾਰਾਜ ਕਮਾ ਕੇ ਦੇ ਗਏ ਸਨ। ਫਿਰ ਇਹ ਸਭ ਤੋਂ ਵੱਡਾ ਇਨਕਲਾਬ ਕਿ ਇਹ ਆਤਮਿਕ ਦਰਿਆ ਜਿਵੇਂ ਸੋਮੇ ਤੋਂ ਨਿਕਲਣ ਵੇਲੇ ਸਵੱਛ, ਸ਼ੀਤਲ ਅਤੇ ਉਮੜਦਾ ਸੀ, 2 ਸਦੀਆਂ ਵਹਿਣ ਬਾਅਦ ਹੀ ਉਸੇ ਤਰ੍ਹਾਂ ਉਗਮਦਾ ਅਤੇ ਵਗਦਾ ਰਿਹਾ। ਧੰਨ ਨਾਨਕ ਤੇਰੀ ਵੱਡੀ ਕਮਾਈ। ਗੁਰੂ ਨਾਨਕ ਦੇਵ ਜੀ ਦਾ ਜੋਤੀ ਜੋਤ ਸਮਾਉਣਾ ਵੀ ਇੱਕ ਨਿਰਾਲਾ ਕੌਤਕ ਸੀ। ਸੰਸਾਰੀ ਲੋਕ ਜਾਂਦੇ ਸਨ, ਮਰਦੇ ਸਨ, ਗੁਜ਼ਰਦੇ ਸਨ। ਸਾਡੇ ਘਰ ਨਾ ਮਿੱਤਰ ਹੈ, ਨਾ ਮੌਤ, ਨਾ ਕੋਈ ਜਾਂਦਾ ਹੈ, ਨਾ ਕੋਈ ਬਦਲਦਾ ਹੈ। ਇੱਥੇ ਤਾਂ ਜੋਤੀ ਜੋਤ ਰਲਦੀ ਹੈ, ਇੱਕ ਸੰਪੂਰਨ ਹੋ ਦੂਜੇ ਨੂੰ ਪੂਰਾ ਕਰਕੇ ਉਸੇ ਵਿੱਚ ਹੀ ਸਮਾ ਜਾਂਦਾ ਹੈ। ਗੁਰੂ ਨਾਨਕ ਦੇਵ ਜੀ ਜੋਤੀ ਜੋਤ ਕਿਵੇਂ ਸਮਾਏ, ਇਸ ਦੀ ਗਵਾਹੀ ਸਭ ਤੋਂ ਉੱਤਮ ਪੁਰਾਤਨ ਜਨਮ ਸਾਖੀ ਹੈ। ਉਸੇ ਦਾ ਸਾਰੰਸ਼ ਦੇਣਾ ਹੀ ਇੱਥੇ ਜਚੇਗਾ। ਗੁਰਗੱਦੀ ਦੀ ਜ਼ਿੰਮੇਵਾਰੀ ਦੇਣ ਉਪਰੰਤ ਗੁਰੂ ਅੰਗਦ ਦੇਵ ਜੀ ਨੂੰ ਹੁਕਮ ਦਿੱਤਾ ਕਿ ਉਹ ਖਡੂਰ ਵਿਖੇ ਚਲੇ ਜਾਣ। ਗੁਰੂ ਅੰਗਦ ਜੀ ਖਡੂਰ ਵਿਖੇ ਬਿਰਾਈ ਦੇ ਘਰ ਚਲੇ ਗਏ। ਗੁਰੂ ਨਾਨਕ ਜੀ ਆਂਪੂ ਹੀ ਇੱਕ ਵਾਰੀ ਗੁਰੂ ਅੰਗਦ ਦੇਵ ਜੀ ਨੂੰ ਮਿਲਣ ਲਈ ਖਡੂਰ ਗਏ ਅਤੇ ਉੱਥੋਂ ਨਾਲ ਹੀ ਲੈ ਆਏ। ਮਨੁੱਖੀ ਚੋਲੇ ਨੂੰ ਛੱਡਣ ਦਾ ਸਮਾਂ ਨੇੜੇ ਦੱਸ। ਤੁਧ ਹੈ ਗੁਰ ਬਾਬਾ ਸ਼੍ਰੀ ਤਲੇ ਜਾਏ ਬੈਠਾ, ਸ਼੍ਰੀ ਸੁੱਕਾ ਖੜਾ ਥਾ ਸੋ ਹਰਿਆ ਹੋਇਆ ਪਾਤ ਫੁੱਲ ਪਏ। ਤਬ ਗੁਰ ਅੰਗਦ ਪੈਰੀ ਪਿਆ, ਮਾਤਾ ਜੀ ਬੈਰਾਗ ਕਰਨ ਲੱਗੇ। ਭਈ ਬੰਦ ਸਭ ਲਗੇ ਰੋਵਣ, ਤੁਧ ਹੈ ਰਾਗ ਵਡਹੰਸ ਵਿੱਚ ਸ਼ਬਦ ਹੋਆ। ਤਬ ਸੰਗਤ ਲੱਗੀ ਸ਼ਬਦ ਗਾਵਣ, ਤਬ ਬਾਬਾ ਬਿਸਮਾਦ ਦੇ ਘਰ ਆਇਆ। ਤਿਤ ਮਹਿਲ ਹੁਕਮ ਹੋਆ, ਰਾਗ ਤੁਖਾਰੀ ਕੀਤਾ। ਬਾਬਾ ਬੋਲਿਆ 12 ਮਾਹ। ਰਾਤ ਅੰਮ੍ਰਿਤ ਵੇਲਾ ਹੋਆ, ਚਲਾਣੇ ਕੇ ਵਕਤ ਤੂੰ ਸੁਣ ਕਿਰਤ ਕਰਮਾ ਪੂਰਬ ਕਮਾਇਆ। ਸਿਰ ਸਿਰ ਸੁਖ ਸਹਮਾ ਦੇ ਸੂਤ ਤੂੰ ਭਲਾ, ਹਰ ਰਚਨਾ ਤੇਰੀ ਕਿਆ ਗਤ ਮੇਰੀ, ਹਰ ਬਿਨ ਘੜੀ ਨ ਜੀਵਾਂ। ਪ੍ਰਿਯ ਬਾਜ ਦੁਹੇਲੀ ਕੋਈ ਨ ਬੇਲੀ, ਗੁਰਮੁਖ ਅੰਮ੍ਰਿਤ ਪੀਵਾਂ। ਰਚਨਾ ਰਾਚ ਰਹੇ ਨਿਰੰਕਾਰੀ, ਪ੍ਰਭ ਮਨ ਕਰਮਾ ਸੁਕਰਮਾ। ਨਾਨਕ ਪੰਥ ਨਿਹਾਲੇ ਸਾ ਧਨ, ਤੂੰ ਸੁਣ ਆਤਮ ਰਾਮਾ। ਤਿਤ ਮਹਿਲ ਜੋ ਸ਼ਬਦ ਹੋਆ, ਸੋ ਪੋਥੀ ਗੁਰੂ ਅੰਗਦ ਜੋਗ ਮਿਲੀ। ਤਦ ਹੈ ਪੁੱਤਰਾਂ ਆਖਿਆ, ਅਸਾਡਾ ਕਿਆ ਹਾਲ ਹੋਏਗਾ। ਤਬ ਬਾਬਾ ਬੋਲਿਆ, ਬੇਟਾ ਗੁਰੂ ਕਿਆਂ ਕੁੱਤਿਆਂ ਨੂੰ ਵੀ ਕਮੀ ਨਹੀਂ। ਹੋਇਆਂ ਕੱਪੜੇ ਬਹੁਤ ਹੋਣਗੇ ਅਤੇ ਗੁਰੂ ਗੁਰੂ ਜਪ ਹੈ ਤਾਂ ਜਨਮ ਸਵਰੇਗਾ। ਐਸਾ ਦੇਖ ਮੁਸਲਮਾਨ ਲੱਗੇ ਆਖਣ, ਅਸੀਂ ਦਬਾਂਗੇ, ਅਤੇ ਹਿੰਦੂ ਲੱਗੇ ਆਖਣ, ਜੋ ਅਸੀਂ ਜਲਾਹਾਂਗੇ। ਤਾਂ ਬਾਬੇ ਆਖਿਆ, ਜੋ ਤੁਸਾਂ ਦੋਹਾਂ ਵਲੀ ਫੁੱਲ ਰੱਖਾਂ, ਦਾਹਣੀ ਵੱਲ ਹਿੰਦੂਆਂ ਕੇ ਰੱਖਾਂ ਅਤੇ ਬਾਵੀਂ ਵੱਲ ਮੁਸਲਮਾਨਾਂ ਕੇ ਰੱਖਾਂ। ਜਿਸ ਦੇ ਭਲਕੇ ਹਰੇ ਰਹਿਣਗੇ, ਜੇ ਹਿੰਦੂਆਂ ਕੇ ਹਰੇ ਰਹਿਣਗੇ ਤਾਂ ਜਾਲਾਂਗੇ, ਅਤੇ ਜੇ ਮੁਸਲਮਾਨਾਂ ਕੇ ਹਰੇ ਰਹਿਣਗੇ ਤਾਂ ਦੱਬਾਂਗੇ। ਤਬ ਬਾਬੇ ਸੰਗਤ ਨੂੰ ਹੁਕਮ ਕੀਤਾ, ਕੀਰਤਨ ਪੜ੍ਹਨ। ਤਬ ਸੰਗਤ ਲੱਗੀ ਕੀਰਤਨ ਪੜ੍ਹਨ। ਜੈ ਘਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ। ਤਿਤ ਘਰ ਗਾਵਹਿ ਸੋਹਿਲਾ, ਸਿਵ ਰਿਹੋ ਸਿਰਜਣ ਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਲਾ, ਰਾਗ ਗੌੜੀ ਦੀਪਕੀ ਹੋਆ। ਫਿਰ ਧਨਾਸਰੀ ਰਾਗ ਹੋਆ, ਆਰਤੀ ਗਾਵੀ। ਤਿਤ ਮਹਿਲ ਕੀਰਤਨ ਹੋਆ, ਸ਼ਬਦ ਤਬ ਸਲੋਕ ਪੜ੍ਹਿਆ। ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹੱਤ। ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਪੜ੍ਹਿਆ ਹੀ ਬਾਬੇ ਚਾਦਰ ਉੱਪਰ ਲੈ, ਮੂੰਹੋਂ ਵਾਹਿਗੁਰੂ ਕਹਿ ਮੱਥਾ ਟੇਕਿਆ। ਜਬ ਚਾਦਰ ਉਠਾਵਣ ਕਿਛ ਨਾਹੀ, ਤਦ ਫੁੱਲ ਦੁਹਾਂ ਕੇ ਹਰੇ ਰਹੇ। ਹਿੰਦੂ ਆਪਣੇ ਲੈ ਗਏ ਅਤੇ ਮੁਸਲਮਾਨ ਆਪਣੇ ਲੈ ਗਏ। ਸੰਨ 1539 ਸੀ ਅਤੇ ਸਤੰਬਰ ਦੀ ਉਸ ਦਿਨ 5 ਸੀ। ਸੰਮਤ 1596 ਸੀ ਅਤੇ ਅੱਸੂ 10। ਬੰਸਾਵਲੀ ਨਾਮਾਂ ਦੇ ਲਿਖਾਰੀ ਨੇ ਵੀ ਜੋ ਕਰਤਾਰਪੁਰ ਵਿੱਚ ਵਾਪਰੀ ਅਤੇ ਆਂਪੂਜਾ ਡਿੱਠਾ, ਉਸ ਨੂੰ ਵੀ ਇੱਥੇ ਲਿਖਣਾ ਪ੍ਰਸੰਗ ਵਿੱਚ ਹੋਵੇਗਾ। ਇੱਕ ਤਾਂ ਭਾਈ ਕੇਸਰ ਸਿੰਘ ਨੇ ਲਿਖਿਆ ਹੈ ਕਿ ਮਾਤਾ ਸੁਲੱਖਣੀ ਨੇ ਗੁਰੂ ਨਾਨਕ ਜੀ ਦਾ ਚਲਾਣਾ ਸੁਣ ਕੇ ਸਵਾਸ ਦੇ ਦਿੱਤੇ। ਜੋ ਚਾਦਰ ਗੁਰੂ ਨਾਨਕ ਜੀ ਨੇ
ਜੋਤੀ ਜੋਤ ਸਮਾਉਣ ਵੇਲੇ ਉੱਪਰ ਲਈ ਸੀ। ਦੋ ਪਟ ਲਈ ਤੱਤਿਆਂ, ਦੋ ਪਟ ਲਈ ਇਨ੍ਹਾਂ ਤੱਤਿਆਂ ਦਬ ਮਸੀਤ ਕਰ ਲੀਨਾ, ਉਹਨਾਂ ਸਾੜ ਕੇ ਚਿਖਾ ਬਣਾਈ। ਇਹਨਾਂ ਖੋਦ ਤਹਾਂ ਕੁआं किया, ਉਹਨਾਂ ਬਣਾਏ ਮਸੀਤ ਕਰ ਲਿਆ। ਬਸ ਕਮਾਲ ਇਹ ਹੈ, ਦੋਨੋਂ ਇਕੱਠੇ ਏਕ ਦਰਵਾਜ਼ਾ, ਖੱਬੇ ਮਸੀਤ ਸੱਜੇ ਕੂਪ ਬਿਰਾਜਾ। ਵਹਿ ਪੜ੍ਹਨ ਕਲਮਾਂ ਤੇ ਨਿਜਾਮਾਂ, ਇੱਧਰ ਸ਼ਬਦ ਸਾਖੀ ਦੀਆਂ ਆਵਾਜ਼ਾਂ। ਸਿੰਘ ਕੇਸਰ ਇਹ ਕਥਾ ਬਣਾਈ, ਉਹ ਮਸੀਤ ਤੇ ਕੂਆਂ ਦੋਨੋਂ ਇਕੱਠੇ ਅੱਖੀਂ ਡਿੱਠੇ ਜਾਈ। ਉਸੇ ਕੁएं ਇਸ਼ਨਾਨ ਅਸਾਂ ਹਾਂ ਕੀਤਾ, ਉਸੇ कुएं का जल असां भी है पीता। रॉबर्ट निडमकस्ट ने भी गवाही दिती है कि ऐसा किधरे हो डिठा नहीं जिथे पूजा निवास एक होवे, जिथे मंदिर मसीत एक थां होण अते आंगण इक्को होवे। बस इंज जाणो कि गुरु नानक जी ने जहान तो कूच की कीता, मानो बाग विचों खिड़िया फुल झड़ गया। गुरु नानक देव जी ਦੀ ਛਾਪ ਅਤੇ ਪ੍ਰਭਾਵ ਅਜਿਹਾ ਸੀ ਕਿ ਹਰ ਕੋਈ ਕਰਤਾਰਪੁਰ ਇਹ ਹੀ ਆਖ ਰਿਹਾ ਸੀ ਕਿ ਗੁਰੂ ਦੀ ਸ਼ੋਭਾ ਕੁਝ ਵਰਨ ਨਹੀਂ ਜਾਤੀ। ਉਹਨਾਂ ਨੂੰ ਇੱਕ ਵਾਰ ਦੇਖਣ ਨਾਲ ਹੀ ਸੰਤੋਖ ਮਿਲਦਾ ਸੀ, ਪ੍ਰਭਾਵ ਦੀ ਛਾਪ ਲੱਗ ਜਾਂਦੀ ਸੀ। ਮਖਦੂਮ ਮੁਲਤਾਨ ਦੇ ਪੀਰ ਨੇ ਇੱਕ ਵਾਰੀ ਡਿੱਠਾ ਤਾਂ ਗੁਰੂ ਨਾਨਕ ਜੀ ਦੀ ਮੂਰਤ ਉਸ ਦੀਆਂ ਅੱਖਾਂ ਤੋਂ ਓਲੇ ਹੀ ਨਾ ਹੋਵੇ। ਬੋਲਦੇ ਤਾਂ ਗੁਰੂ ਨਾਨਕ ਜੀ ਦਾ ਗਿਆਨ ਸਰੂਪ ਲੱਗਦੇ ਸਨ ਅਤੇ ਦੇਖਣ ਵਾਲੇ ਨੂੰ ਜੋਤ ਸਰੂਪ। ਬੂਟੇ ਸ਼ਾਹ ਕਹਿੰਦਾ ਹੈ ਕਿ ਗੁਰੂ ਨਾਨਕ ਜੀ ਦੀ ਸ਼ਖਸੀਅਤ ਐਸੀ ਸੀ ਕਿ ਉਹ ਆਪ ਮੁਹਾਰੇ ਆਪਣੇ ਵੱਲ ਨੂੰ ਹਰ ਇੱਕ ਨੂੰ ਖਿੱਚ ਲੈਂਦੀ ਸੀ। ਲੋਕੀ ਉਹਨਾਂ ਦੇ ਚਰਨ ਪਰਸਨ ਲਈ ਉਮੜ ਪੈਂਦੇ ਸਨ, ਰਹਿੰਦੇ ਸਦਾ ਸਹਿਜ ਵਿੱਚ ਸਨ। ਗੁਰੂ ਨਾਨਕ ਦਾ ਕਮਾਲ ਇਹ ਹੈ ਕਿ ਉਹਨਾਂ ਦਾ ਜਸ ਉਹਨਾਂ ਦੇ ਜਿਉਂਦਿਆਂ ਹੀ ਜਗਤ ਤੇ ਫੈਲ ਗਿਆ। ਉਹ ਕੱਲ੍ਹਾ ਦੇ ਵੈਰੀ ਸਨ। ਫਾਲਸਟਰ ਨੇ ਲਿਖਿਆ ਹੈ ਕਿ ਕਾਦਰ ਨੇ ਉਹਨਾਂ ਦੀ ਜ਼ੁਬਾਨ ਤੇ ਐਸਾ ਰਸ ਛਿੜਕਿਆ ਸੀ ਕਿ ਸਹਿਜ ਨਾਲ ਵੀ ਗੱਲ ਕਰਦੇ ਅਤੇ ਅਗਲਾ ਕੀਲਿਆ ਜਾਂਦਾ। ਮਰਹੱਟੀ ਵਿਦਵਾਨ ਮਹੀਪਤ ਨੇ ਲਿਖਿਆ ਹੈ ਕਿ ਉਹ ਨਿਰਾ ਨੂਰ ਸਨ। ਗੁਰੂ ਨਾਨਕ ਜੀ ਦੀ ਹਯਾਤੀ ਵਿੱਚ ਹੀ ਲੱਖਾਂ ਨੇ ਉਹਨਾਂ ਦਾ ਰਾਹ ਅਪਣਾ ਲਿਆ ਸੀ। ਕਨਿੰਗਮ ਕਹਿੰਦਾ ਹੈ ਕਿ ਗੁਰੂ ਜੀ ਨੇ ਐਸੇ ਸਿੱਖ ਸਜਾ ਦਿੱਤੇ ਸਨ ਜਿਨ੍ਹਾਂ ਵਿੱਚ ਜੁਰਤ ਵੀ ਹੱਦਾਂ ਦੀ ਸੀ ਅਤੇ ਸਹਿਜ ਵੀ ਅਥਾਹ। ਮੈਲਕਮ ਲਿਖਦਾ ਹੈ ਕਿ ਸੂਝ ਅਤੇ ਸਨੇਹ ਦੀ ਸ਼ਕਤੀ ਨਾਲ ਹਰ ਮੁਹਿੰਮ ਨੂੰ ਸਰ ਕੀਤਾ। ਗੱਫ ਨੇ ਲਿਖਿਆ ਹੈ ਕਿ ਉਹਨਾਂ ਦੀ ਕਾਮਯਾਬੀ ਦਾ ਰਾਜ ਨਾ ਕੇਵਲ ਉਹਨਾਂ ਦੀ ਮਲੂਕ ਮਨੋਹਰ ਸ਼ਖਸੀਅਤ ਸੀ, ਸਗੋਂ ਉਹਨਾਂ ਦਾ ਦੰਭ ਰਹਿਤ ਪ੍ਰਚਾਰ ਢੰਗ ਸੀ, ਜਿਸ ਵਿੱਚ ਰਤਾ ਭਰ ਹਉ ਆਕੜ ਜਾਂ ਦਿਖਾਵਾ ਨਹੀਂ ਸੀ। ਉਹ ਲੋਕਾਂ ਨੂੰ ਕਹਿੰਦੇ ਸਨ ਕਿ ਸ਼ਬਦ ਤੋਂ ਇਲਾਵਾ ਹੋਰ ਕਿਸੇ ਹਥਿਆਰ ਦੀ ਟੇਕ ਨਾ ਰੱਖੋ। ਉਹਨਾਂ ਦੁਨੀਆ ਵਿੱਚ ਚੰਗੀ ਤਰ੍ਹਾਂ ਰਹਿਣ ਦੀ ਜਾਂਚ ਸਿਖਾਈ। ਭਾਈ ਨੰਦ ਲਾਲ ਜੀ ਕਹਿੰਦੇ ਹਨ ਕਿ ਉਹਨਾਂ ਲੋਕਾਂ ਦੇ ਮੂੰਹ ਵਾਹਿਗੁਰੂ ਵੱਲ ਮੋੜ ਦਿੱਤੇ। ਇਸੇ ਨੂੰ ਇਬਸਟਨ ਨੇ ਆਪਣੇ ਸ਼ਬਦਾਂ ਵਿੱਚ ਕਿਹਾ ਹੈ ਕਿ ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਪਰਛਾਵੇਂ ਵੱਲੋਂ ਹਟਾ ਕੇ ਪ੍ਰਤੱਖ ਵੱਲ ਕਰ ਦਿੱਤਾ। ਸਰ ਮੁਹੰਮਦ ਇਕਬਾਲ ਨੇ ਇਸੇ ਲਈ ਲਿਖਿਆ ਕਿ ਗੁਰੂ ਨਾਨਕ ਦੀ ਸਾਰੀ ਤਾਲੀਮ ਵਿੱਚ ਕੋਈ ਦਿਖਾਵਾ ਨਹੀਂ, ਕੋਈ ਦੰਭ ਰੀਤ ਰਿਵਾਜ ਜਾਂ ਰਸਮ ਨਹੀਂ ਸੀ। ਗੁਰੂ ਨਾਨਕ ਤੰਗ ਦਿਲ ਨਹੀਂ ਸੀ। ਗੁਰੂ ਨਾਨਕ ਸਿਰਫ ਪ੍ਰੇਮ ਮਾਰਗ ਹੀ ਦ੍ਰਿੜ ਕਰ ਰਹੇ ਸਨ, ਸੁਰਤਾਂ ਉੱਚੀਆਂ ਦਿੰਦੇ ਸਨ। ਉਹ ਐਸੇ ਸਨ ਜਿਨ੍ਹਾਂ ਭਰਮ ਜਾਲ ਵੀ ਕੱਟਿਆ ਅਤੇ ਵਾਦ ਜਾਲ ਵੀ। ਸਦਾ ਖੇੜੇ ਵਿੱਚ ਰਹਿੰਦੇ ਸਨ। ਵਾਹਿਗੁਰੂ ਦਾ ਵਰਣਨ ਉਹਨਾਂ ਇੰਜ ਕੀਤਾ ਹੈ ਕਿ ਜਿਵੇਂ ਸਭ ਅੱਖੀਂ ਡਿੱਠਾ ਹੁੰਦਾ ਹੈ। ਸਦਾ ਹੀ ਪ੍ਰਸੰਨ रूप कट्यो भरम अंधकूप, दिरगण के बहाने हर रूप को बखान्यो है। काट्यो है वाद जाल थां तो अत ही कराल। कठन तो कठिन गल भी आप ऐसे आसान ढंग नाल करदे सन कि हर एक दे गोचरे हुंदी। दया दे भंडारी सन अते सूरमे संत सन, साहिब सवारे सन। ऐसा तरीका लोकां नूं दस्सिया कि लोकां दे मन टिक गए अते लोकी मौजां कर रहे हन, जगत विच रह के आनंद माण रहे सन। हर कोई यह कहंदा सी कि साडा हुण विगाड़ की सकदा है राहू अते केतू, जद असीं गुरु नानक जी दे साए हेठ आ गए हां। क्या करेगा केतू मुझको, क्या करेगा राहू जी।
ਗੁਰੂ ਨਾਨਕ ਦੇਵ ਜੀ ਸਦਾ ਆਪਣੇ ਸੇਵਕਾਂ ਦੇ ਨਾਲ ਨਿਭਦੇ ਹਨ। ਉਹ ਦੇਹ ਵਿੱਚ ਵਿਚਰੇ ਜ਼ਰੂਰ ਹਨ, ਪਰ ਸਦਾ ਰਹੇ ਵਿਦੇਹੀ। ਸਰੀਰ ਦੀ ਪਕੜ ਕਦੇ ਕੀਤੀ ਨਾ। ਸਭ ਤੋਂ ਹੈਰਾਨੀ ਦੀ ਗੱਲ ਇਹ ਸੀ ਕਿ ਅੰਤ ਸਮੇਂ ਵੀ ਕਿਸੇ ਨੇ ਉਹਨਾਂ ਦੀ ਦੇਹ ਦਾ ਅੰਤ ਹੁੰਦੇ ਨਹੀਂ ਦੇਖਿਆ। ਅੰਤ ਦੇਹ ਕੂ ਅੰਤ ਲਖਾ ਨੇ। ਸਾਰੇ ਹੀ ਉਹਨਾਂ ਦੇ ਜੀਵਨ ਅਤੇ ਜਾਣ ਨੂੰ ਬ੍ਰਹਮ ਲੀਲਾ ਕਹਿੰਦੇ ਸਨ। ਤਾਂ ਤੇ ਕਹੇ ਸਭ ਬ੍ਰਹਮ ਬਿਲਾਸਾ। ਕਿਵੇਂ ਸਭ ਕੁਝ ਬਦਲਾਇਆ, ਉਸ ਦੀ ਮਿਸਾਲ ਇੱਕੋ ਹੀ ਕਾਫੀ ਹੈ ਕਿ ਲੋਕੀ ਅੱਗੇ ਗੰਗਾ ਜਾਣਾ ਲੋਚਦੇ ਸਨ, ਪਰ ਹੁਣ ਗੰਗਾ ਸੰਤਾਂ ਦੇ ਚਰਨ ਪਰਸਣਾ ਲੋੜਦੀ ਹੈ। ਬੁੱਤਾਂ ਤੇ ਬੁੱਤ ਖਾਨਿਆਂ ਦੀ ਥਾਵੇਂ ਧਰਮਸ਼ਾਲਾ ਥਾਪੀਆਂ, ਜਿੱਥੇ ਪ੍ਰਭੂ ਦੀ ਮਹਿਮਾ ਹੀ ਹੁੰਦੀ। ਉਹ ਜਦ ਵਾਕ ਬੋਲਦੇ ਸਨ ਤਾਂ ਅਗਲੇ ਦੇ ਹਿਰਦੇ ਦੇ ਅਗਿਆਨ ਅਤੇ ਅਭਿਮਾਨ ਨੂੰ ਇੰਜ ਕੱਟ ਦਿੰਦੇ ਸਨ ਜਿਵੇਂ ਕੋਈ ਤਲਵਾਰ ਚਲਾਈ ਗਈ ਹੋਵੇ। ਬਦਨ ਵਾਕ ਗੁਰ ਬਖਤ ਪਰਤ ਪਰਪਾਕ ਅਚਾਨਕ। ਇਸੇ ਲਈ ਬਿਦਦਾਸ ਨੇ ਕਿਹਾ ਕਿ ਉਹਨਾਂ ਨੇ ਨਾਮ ਦਾ ਜਹਾਜ਼ ਰਚਿਆ ਅਤੇ ਨਾਮਦਾਨ ਇਸ਼ਨਾਨ ਦੀ ਗਤੀ ਚਲਾਈ ਤਾਂ ਕਿ ਲੋਕ ਸਹਿਲਾ ਹੀ ਤਰ ਜਾਣ। ਜੋ ਕੋਈ ਮਨੁੱਖਤਾ ਵਿਰੁੱਧ ਕੰਮ ਕਰਦਾ ਸੀ, ਉਸ ਨੂੰ ਮੋੜਿਆ। ਉਹਨਾਂ ਸਮਝਾ ਦਿੱਤਾ ਕਿ ਮਨ ਨੂੰ ਕਾਬੂ ਰੱਖਣ ਲਈ ਸ਼ਬਦ ਤੋਂ ਸਿਵਾ ਕੋਈ ਜੰਜੀਰ ਨਹੀਂ, ਬੇੜੀ ਨਹੀਂ ਹੈ। ਤਿੰਨ ਥਿਰ ਕਰਨ ਨਿਜ ਠੋਰ ਮੇ, ਜਿਨ ਸ਼ਬਦ ਸਾਨ ਐਲਾਨ ਹੈ। ਸਭ ਤੋਂ ਵਾਧਾ ਇਹ ਹੈ ਕਿ ਗੁਰੂ ਨਾਨਕ ਦੇਵ ਜੀ ਦਾ ਕਿ ਉਹ ਸੇਵਕ ਨਹੀਂ ਸਨ ਬਣਾਉਂਦੇ, ਆਪਣੇ ਜਿਹਾ ਹੀ ਬਣਾ ਲੈਂਦੇ ਸਨ। ਰੁਲਦੇ ਰੰਕ ਨਿਵਾਜ ਕਰ ਕੀਨੇ ਗਹਿਰ ਗੰਭੀਰ। ਕੌੜਾ ਬਚਨ ਉਹਨਾਂ ਕਦੇ ਸੁਪਨੇ ਵਿੱਚ ਵੀ ਨਹੀਂ ਸੀ ਬੋਲਿਆ। ਤਾੜੀ ਮਾਰ ਕੇ ਹੀ ਵਿਕਾਰਾਂ ਰੂਪੀ ਪੰਛੀਆਂ ਨੂੰ ਉਡਾ ਦਿੰਦੇ ਸਨ। ਇਤਨਾ ਹੋਣ ਦੇ ਬਾਵਜੂਦ ਉਹ ਅਜਿਹੇ ਸਨ ਕਿ ਮਾਨ ਨਹੀਂ, ਕੋਈ ਪਖੰਡ ਨਹੀਂ, ਕੋਈ ਦਿਖਾਵਾ नहीं, किसी बात का दावा नहीं, न कमाई का, न भक्ति का, न सिमरन का, न जप का, न तप का, न पुण्य का, न सील का, न संजम का, न जुक्त का, न रहत का, न इशनान का, न नाम का, न काहू सेवा का। ਉਹ ਆਪਣੇ ਆਪ ਨੂੰ ਕੀਟ ਕਰ ਜਾਣਦੇ ਅਤੇ ਕਰਨਹਾਰ ਪ੍ਰਮਾਤਮਾ ਕੋ ਪਛਾਣਦੇ। ਬੜੀ ਸੁਹਾਣੀ ਗੱਲ ਭਾਈ ਸੰਤੋਖ ਸਿੰਘ ਜੀ ਨੇ ਲਿਖੀ ਹੈ ਕਿ ਉਹਨਾਂ ਦੇ ਇੱਕ ਦੋਸਤ ਨੇ ਉਹਨਾਂ ਨੂੰ ਇੱਕ ਵਧੀਆ ਗੱਲ ਸਮਝਾ ਦਿੱਤੀ ਹੈ ਕਿ ਗੁਰੂ ਨਾਨਕ ਜੀ ਵਰਗਾ ਕੋਈ ਦੂਜਾ ਨਹੀਂ। ਹੋ ਨਿਕਟ ਬਖਾਨੀ ਇਹ ਬਰਬਾਨੀ, ਨਾਨਕ ਸਾਨੀ ਅਵਰ ਨਹੀਂ। ਅੱਜ ਅਸੀਂ ਕੁਦਰਤੀ ਨੂਰ ਜੀਵਨੀ ਸ਼੍ਰੀ ਗੁਰੂ ਅੰਗਦ ਦੇਵ ਜੀ ਕਿਤਾਬ ਦੇ 57 ਪੰਨੇ ਪੜ੍ਹ ਚੁੱਕੇ ਹਾਂ। ਬਾਕੀ ਦੀ ਕਿਤਾਬ ਅਸੀਂ ਅਗਲੇ ਭਾਗ ਵਿੱਚ ਪੜ੍ਹਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।